ਵਾਹਿਗੁਰੂ ਸਾਹਿਬ ਜੀਓ। ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਸ੍ਰੀ ਹਰਿਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਗੁਰੂ ਹਰਿ ਰਾਏ ਨਮੋ ਕਰ ਜੋੜੀ, ਨਮੋ ਕਰ ਜੋੜੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬहोरी। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਾਰੋ ਤਾਰਾ ਤਾਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਇ। केसगढ़ श्री खालसे को पंथ की उत्पत्ति की साखी। दोहरा इतनी बात विचार कर, होती बात लई चीन। सतगुर बैसरी केसगढ़ उद्यम सौकीन। सद पंडित बड़ जोत की महूरत खूब कटाए। ਕੀਏ ਭੁਜੰਗੀ ਛਾਟ ਪੰਜ, ਪੰਜੇ ਜਾਤ ਗਿੜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਜੁੜ ਬੈਠੀ ਸਮੂਹ ਸਾਰ ਸੰਗਤ, ਅੱਲਾ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਆਪਾਂ ਪ੍ਰਾਚੀਨ ਪੰਥ ਪ੍ਰਕਾਸ਼ ਸਾਹਿਬ ਗ੍ਰੰਥ, ਜੋ ਕਿ ਭਾਈ ਰਤਨ ਸਿੰਘ ਜੀ ਭੰਗੂ, ਜਿਹੜੇ ਕਿ ਭਾਈ ਮਹਿਤਾਬ ਸਿੰਘ ਜੀ ਦੇ ਪੋਤਰੇ ਸਨ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਸੋ ਉਸ ਗ੍ਰੰਥ ਦਾ ਇਹ ਹੁਣ ਆਪਾਂ ਇੱਕ ਪ੍ਰਸੰਗ ਸਰਵਣ ਕਰਾਂਗੇ, ਜਿਸ ਵਿੱਚ ਖਾਲਸਾ ਪੰਥ ਖਾਲਸਾ ਜੀ ਦਾ ਜੋ ਕਿ ਕਿਵੇਂ ਸਿਰਜਣਾ ਹੋਈ, ਕਿੱਦਾਂ ਕਿੱਦਾਂ ਮਹਾਰਾਜ ਜੀ ਨੇ ਸੀਸ ਮੰਗੇ, ਸੋ ਅੱਗੇ ਜਾ ਕੇ ਕਿੱਦਾਂ ਕਿੱਦਾਂ ਮਹਾਰਾਜ ਜੀ ਨੇ ਖਾਲਸੇ ਨੂੰ ਰਾਜ ਬਖਸ਼ਿਆ ਹੈ, ਰਾਜ ਭਾਗ ਦੀ ਕਿੱਥੋਂ ਸ਼ੁਰੂਆਤ ਹੋਈ ਹੈ। ਸੋ ਉਸ ਤੋਂ ਬਾਅਦ ਵਿੱਚ ਮਹਾਰਾਜ ਜੀ ਨੇ ਆਪ ਦੀ ਜੋ ਲਾਡਲੀ ਫੌਜ ਹੈ, ਉਸ ਬਾਰੇ ਕੀ ਵਰਤਾਰਾ, ਉਹਨਾਂ ਦੇ ਕੀ ਹੱਕ ਦੱਸੇ ਹਨ, ਇਸ ਪ੍ਰਸੰਗ ਦੇ ਵਿੱਚ ਭਾਈ ਰਤਨ ਸਿੰਘ ਜੀ ਭੰਗੂ ਸੋ ਉਹ ਲਿਖਦੇ ਹਨ, ਜਿੱਥੋਂ ਕਿ ਹੁਣ ਆਪਾਂ ਸ਼ੁਰੂਆਤ ਕਰਾਂਗੇ। ਦੋਹਰਾ ਇਤਨੀ ਬਾਤ ਵਿਚਾਰ ਕਰ, ਹੋਤੀ ਬਾਤ ਲਈ ਚੀਨ। ਸਤਿਗੁਰੂ ਬ੍ਰਹਸਰੀ ਕੇਸਗੜ੍ਹ ਉਦਮ ਸੌਕੀਨ। ਇੱਥੇ ਜਿਹੜਾ ਹੁਣ ਪ੍ਰਸੰਗ, ਪਹਿਲਾਂ ਕੋਈ ਪ੍ਰਸੰਗ ਚੱਲਦਾ ਹੈ ਤਾਂ ਉਹ ਪ੍ਰਸੰਗ ਤੋਂ ਬਾਅਦ ਵਿੱਚ ਇਹ ਪ੍ਰਸੰਗ ਸ਼ੁਰੂ ਹੁੰਦਾ ਹੈ, ਨਵਾਂ ਪ੍ਰਸੰਗ ਜਿਹੜਾ ਕਿ ਜਿਹਦਾ ਭਾਈ ਰਤਨ ਸਿੰਘ ਜੀ ਭੰਗੂ ਨੇ ਅੰਮ੍ਰਿਤ ਸੰਸਕਾਰ ਲਿਖ ਕੇ ਉਸ ਦੀ ਜੋ ਮੰਗਲਾਚਰਨ ਲਿਖਿਆ ਹੈ। ਸੋ ਉਸ ਤੋਂ ਬਾਅਦ ਵਿੱਚ ਇੱਥੇ ਮਹਾਰਾਜ ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਹਨ ਕਿ ਮਹਾਰਾਜ ਜੀ ਨੇ ਕੋਈ ਵਿਚਾਰ ਕੀਤੀ ਅਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਚੁਣਿਆ, ਜਿੱਥੇ ਕਿ ਉਹ ਪੰਥ ਖਾਲਸੇ
ਦੀ ਸ਼ੁਰੂਆਤ ਕਰਨੀ ਚਾਹੁੰਦੇ ਸਨ, ਪੰਥ ਖਾਲਸੇ ਦੀ ਸਾਜਨਾ ਕਰਨੀ ਚਾਹੁੰਦੇ ਸਨ। ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ, ਜਿਹੜਾ ਕਿ ਉਹਨਾਂ ਦਾ ਜਿਹੜਾ ਇੱਕ ਇਹ ਮਹਾਰਾਜ ਜੀ ਦਾ ਬਚਨ ਸੀ ਵੀ ਪਰਮੇਸ਼ਰ ਨੂੰ ਕਿ ਤੂੰ ਹੀ ਮੇਰੇ ਜਦੋਂ ਤੱਕ ਸਹਾਈ ਹੋਵੇਗਾ ਸੋ ਉਦੋਂ ਤੱਕ ਹੀ ਮੈਂ ਪੰਥ ਆਪਦਾ ਸਾਜਾਂਗਾ, ਜੇ ਤੂੰ ਸਹਾਈ ਹੋਵੇਗਾ ਤਾਂ ਹੀ ਮੈਂ ਇਹ ਪੰਥ ਸਾਜ ਸਕਦਾ ਹਾਂ। ਸੋ ਉੱਥੇ ਵਿਚਾਰ ਕਰਦੇ ਹਨ ਮਹਾਰਾਜ ਜੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ, ਜਿਹਦਾ ਕਿ ਪਹਿਲਾ ਨਾਮ ਦੀਵਾਨਗੜ੍ਹ ਸਾਹਿਬ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਮੇਂ। ਉਸ ਤੋਂ ਬਾਅਦ ਵਿੱਚ ਇੱਥੇ ਇਸ ਦਾ ਨਾਮ ਕੇਸਗੜ੍ਹ ਸਾਹਿਬ ਪੈ ਗਿਆ। ਸੋ ਉੱਥੋਂ ਦੀ ਗੱਲਬਾਤ ਹੈ। ਸਦ ਪੰਡਤ ਬੜ ਜੋਤ ਕੀ ਮਹੂਰਤ ਖੂਬ ਕਢਾਏ। ਉਹ ਕਹਿੰਦੇ ਕਿ ਮਹਾਰਾਜ ਜੀ ਨੇ ਸਾਰੇ ਹੀ ਧਰਮਾਂ ਦੇ ਜਿੰਨੇ ਵੀ ਸੀਗੇ, ਕਿਉਂਕਿ ਹੋਰ ਵੀ ਜਿੰਨੇ ਵੀ ਸਿੱਧਾਂ ਦੇ ਵਿੱਚ ਵੀ ਸੀ ਤੇ ਪੰਡਤਾਂ ਦੇ ਵਿੱਚ ਵੀ ਸੀ, ਮਹਾਰਾਜ ਜੀ ਦੇ ਸਿੱਖ ਸੀ। ਸੋ ਉਹਨਾਂ ਨੇ ਸਾਰਿਆਂ ਨੂੰ ਸੱਦ ਕੇ ਕੋਈ ਇੱਕ ਸਮਾਂ ਨਿਯਤ ਕੀਤਾ ਗਿਆ, ਜਿਹੜਾ ਕਿ ਜਦੋਂ ਕਿ ਉਹ ਅੰਮ੍ਰਿਤ ਸੰਸਕਾਰ ਕਰਨਾ ਚਾਹੁੰਦੇ ਸਨ। ਸਿੱਖਾਂ ਦੇ ਮੂਲ ਪਹਿਲਾਂ 3 ਸੰਸਕਾਰ ਹੁੰਦੇ ਹਨ। ਪਹਿਲਾਂ ਇੱਕ ਹੁੰਦਾ ਹੈ ਜਨਮ ਸੰਸਕਾਰ, ਫਿਰ ਉਸ ਤੋਂ ਬਾਅਦ ਵਿੱਚ ਹੁੰਦਾ ਹੈ ਨਾਮ ਸੰਸਕਾਰ, ਤੀਜਾ ਸੰਸਕਾਰ ਨੂੰ ਕਹਿੰਦੇ ਹਨ ਆਨੰਦ ਸੰਸਕਾਰ, ਜਦੋਂ ਕਿ ਇੱਕ ਜੋਤ ਜਾਂ ਦੂਜੀ ਜੋਤ ਨੂੰ ਮਿਲਦੀ ਹੈ, ਭਾਵ ਕਿ ਇੱਕ ਮਰਦ ਹੁੰਦਾ ਹੈ ਉਹ ਆਪਦੀ ਇਸਤਰੀ ਦੇ ਨਾਲ ਜਦੋਂ ਵੀ ਉਸ ਦੀ ਵਿਵਾਹ ਦੀ ਜਿਹੜੀ ਮਰਿਆਦਾ ਬਣਾਈ ਗਈ ਹੈ ਉਸ ਨੂੰ ਮਹਾਰਾਜ ਨੇ ਆਨੰਦ ਸੰਸਕਾਰ ਲਿਖਿਆ ਹੈ। ਸੋ ਜਿਹੜਾ ਆਪਾਂ ਜਦੋਂ ਇਸ ਮਿੱਟੀ ਹੈ, ਇਹ ਮਿੱਟੀ ਦੀ ਰੇਤ ਵਰਗੀ ਇਹ ਸਰੀਰ ਹੈ, ਇਸ ਨੂੰ ਜਦੋਂ ਇਹਦਾ ਸੰਸਕਾਰ ਕਰਨਾ ਹੁੰਦਾ ਹੈ ਉਸ ਨੂੰ ਮਹਾਰਾਜ ਜੀ ਨੇ ਅੰਤਮ ਸੰਸਕਾਰ ਲਿਖਿਆ ਹੈ। ਸੋ ਉੱਥੇ ਇਹ ਕਹਿੰਦੇ ਹਨ ਕਿ ਜਦੋਂ ਅੰਮ੍ਰਿਤ ਸੰਸਕਾਰ ਦੀ ਵਾਰੀ ਆਈ, ਜਦੋਂ ਅੰਮ੍ਰਿਤ ਛਕਾਉਣਾ ਸੀ ਮਹਾਰਾਜ ਜੀ ਨੇ ਖੰਡੇ ਬਾਟੇ ਦਾ, ਖਾਲਸੇ ਪੰਥ ਦੀ ਸਾਜਨਾ ਕਰਨੀ ਸੀ, ਸੋ ਉੱਥੋਂ ਦਾ ਇਹ ਕਹਿੰਦੇ ਹਨ ਕਿ ਕੇਸਗੜ੍ਹ ਸਾਹਿਬ ਉਹਨਾਂ ਨੇ ਨਿਯਤ ਕੀਤਾ ਗਿਆ। ਕੀਏ ਭੁਜੰਗੀ ਛਾਟ ਪੰਜ ਪੰਜੇ ਜਾਤ ਗਿਣਾਏ। ਉਹ ਕਹਿੰਦੇ ਕਿ ਮਹਾਰਾਜ ਜੀ ਨੇ ਜਿਹੜੇ 5 ਪਿਆਰੇ ਸੀ, ਜਿਹੜੇ ਆਪਦੇ 5 ਭੁਜੰਗੀ ਹੀ, ਜਦੋਂ ਕਿ ਮਹਾਰਾਜ ਜੀ ਨੇ ਜਦੋਂ ਸੀਸ ਮੰਗੇ ਸਨ ਤਾਂ 5 ਸੀਸ, ਜਿਹੜੇ 5 ਸਿੰਘ ਸੀ, 5 ਪਿਆਰੇ ਸੀ, ਸੋ ਵੱਖੋ ਵੱਖ ਜਾਤੀਆਂ ਤੋਂ ਆਏ ਸਨ, ਵੱਖੋ ਵੱਖ ਦੇਸ਼ਾਂ ਤੋਂ ਆਏ ਸਨ। ਸੋ ਵੱਖ ਵੱਖ ਉਹਨਾਂ ਦੀ ਬੋਲੀ ਸੀ, ਵੱਖ ਵੱਖ ਉਹਨਾਂ ਦੀਆਂ ਜਾਤੀਆਂ ਸੀ, ਕੋਈ ਉੱਚੀ ਜਾਤ ਦਾ ਸੀ ਸੰਸਾਰਿਕ ਦੇ ਹਿਸਾਬ ਨਾਲ, ਕੋਈ ਨੀਵੀਂ ਜਾਤ ਦਾ ਸੀ ਤੇ ਕੋਈ ਮੱਧਮ ਜਾਤ ਦਾ ਸੀ। ਸੋ ਉੱਥੇ ਉਹ ਕਹਿੰਦੇ ਹਨ ਕਿ 5 ਭੁਜੰਗੀ ਮਹਾਰਾਜ ਜੀ ਨੇ ਛਾਂਟੇ। ਮਹਾਰਾਜ ਜੀ ਨੇ ਇੱਕ ਵਚਨ ਕੀਤਾ, ਜਿਹੜੀ ਆਪਣੀ ਤਲਵਾਰ ਸੀ, ਨੰਗੀ ਤਲਵਾਰ, ਸੋ ਉਹਨਾਂ ਨੇ ਮਿਆਨ ਦੇ ਵਿੱਚੋਂ ਕੱਢੀ, ਪੰਡਾਲ ਲਾਇਆ ਗਿਆ। ਸੋ ਉੱਥੇ ਜੋ ਤਲਵਾਰ ਕੱਢ ਕੇ ਮਹਾਰਾਜ ਜੀ ਨੇ ਵਚਨ ਕੀਤਾ ਕਿ ਮੈਨੂੰ ਇੱਕ ਸੀਸ ਦੀ ਲੋੜ ਹੈ। ਹੁਣ ਇੱਥੇ ਪ੍ਰੇਮ ਦੀ ਖੇਡ ਇੰਨੀ ਹੈ ਵੀ ਜਿਹੜਾ ਵੀ ਸੀਸ ਦੇਣ ਨੂੰ ਤਿਆਰ ਉਹੀ ਹੋ ਸਕਦਾ ਹੈ ਜਿਹੜਾ ਕਿਸੇ ਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਕਰਦਾ ਹੋਵੇ। ਸੋ ਇੱਥੇ ਜਿਹੜੇ 5 ਪਿਆਰੇ ਹੀ ਤਾਂ ਹੀ ਮਹਾਰਾਜ ਜੀ ਨੇ ਕਹੇ ਹਨ ਕਿ ਇਹ ਮੇਰੇ ਇੱਕ ਬੋਲ ਦੇ ਉੱਤੇ ਇਹ 5 ਸੀਸ ਜਿਹੜੇ ਮੂਹਰੇ ਆਏ ਸਨ ਇਹ ਮੇਰੇ ਪਿਆਰੇ ਹਨ। ਸੋ ਉੱਥੇ ਉਹਨਾਂ ਨੇ ਕਿਹਾ ਸੀ, ਮਹਾਰਾਜ ਜੀ ਨੇ ਉਹਨਾਂ ਨੂੰ 5 ਪਿਆਰਿਆਂ ਦਾ ਖਿਤਾਬ ਦਿੱਤਾ ਹੈ। ਸੋ ਉੱਥੇ ਇਸ ਘਟਨਾ ਦਾ ਵਰਣਨ ਹੈ, ਜਦੋਂ ਉਹ ਮਹਾਰਾਜ ਜੀ ਨੇ ਜਿਹੜੇ 5 ਸਿੰਘ ਵਾਰੋ ਵਾਰੀ ਹਾਜ਼ਰ ਹੋਏ ਹਨ, ਸੋ ਮਹਾਰਾਜ ਜੀ ਨੇ ਇਹਨਾਂ ਨੂੰ ਤੰਬੂ ਦੇ ਵਿੱਚ ਇੱਕ ਕੋਈ ਗੁਪਤ ਕਾਰਜ ਕੀਤਾ ਹੈ। ਸੋ ਉੱਥੇ ਗੁਪਤ ਜਦੋਂ ਬਾਹਰ ਲੈ ਕੇ ਆਏ ਹਨ ਤਾਂ ਆਪਦੀ ਉਹਨਾਂ ਦੀ ਤਲਵਾਰ ਖੂਨ ਦੇ ਨਾਲ ਭਿੱਜੀ ਹੁੰਦੀ ਹੈ। ਸੋ ਉਸ ਤੋਂ ਬਾਅਦ ਵਿੱਚ ਜਿਹੜੇ ਮਹਾਰਾਜ ਜੀ ਨੇ ਜਿਹੜੇ ਉਹ ਸੀਸ ਸੀ, ਜਦੋਂ ਮਹਾਰਾਜ ਜਿਹੜੇ 5 ਸਿੰਘਾਂ ਦੇ ਸੀਸ ਲਏ ਸਨ, ਜਦੋਂ 5 ਸਿੰਘ ਬਾਹਰ ਲੈ ਕੇ ਆਉਂਦੇ ਹਨ ਤਾਂ ਉਹ 5 ਸਿੰਘ ਤਿਆਰ ਬਰ ਤਿਆਰ ਸੀਸ ਦੇ ਉੱਤੇ ਉਹਨਾਂ ਦੇ ਦਮਾਲੇ, ਚੱਕਰ, ਤੇੜ, ਕਸ਼ਹਿਰਾ ਤੇ ਉਹਨਾਂ ਦੇ ਉੱਪਰ ਸੀਸ ਦੇ ਉੱਪਰ ਛਤਰੀਆਂ ਵਾਲਾ ਬਾਣਾ ਤੇ ਉੱਪਰ ਸ਼੍ਰੀ ਸਾਹਿਬ ਸੀ। ਤੇ ਉੱਥੇ ਉਸੇ ਘਟਨਾ ਦਾ ਭਾਈ ਰਤਨ ਸਿੰਘ ਜੀ ਭੰਗੂ ਬਿਆਨ ਕਰਦੇ ਹਨ, ਪਰ ਇਹ ਘਟਨਾ ਸੰਖੇਪ ਦੇ ਵਿੱਚ ਭਾਈ ਰਤਨ ਸਿੰਘ ਜੀ ਅੱਗੇ ਜਾ ਕੇ ਦੱਸਦੇ ਹਨ ਕਿ ਇਸ ਘਟਨਾ ਸੰਖੇਪ ਦੇ ਵਿੱਚ ਪੂਰੀ ਤਰ੍ਹਾਂ ਐਕਸਪਲੇਨ ਗੁਰੂ ਬਿਲਾਸ ਪਾਤਸ਼ਾਹੀ 10ਵੀਂ ਦੇ ਵਿੱਚ ਭਾਈ ਸੁੱਖਾ ਸਿੰਘ ਜੀ ਨੇ ਕੀਤਾ ਹੈ। ਸੋ ਜੇ ਤੁਸੀਂ ਇਹ ਘਟਨਾ ਦਾ ਤਕਰੀਬਨ ਵਰਣਨ ਲੈਣਾ ਹੈ ਸੋ ਤੁਹਾਨੂੰ ਉਹ ਗ੍ਰੰਥ ਪੜ੍ਹਨਾ ਪਵੇਗਾ। ਚੌਪਈ 5 ਭੁਜੰਗੀ ਲੈ ਉਠਾਏ, ਚਾਰੇ ਵਰਨ ਇੱਕ ਕੀਏ ਪਰਾਏ। ਕਹਿੰਦੇ ਕਿ ਉਹਨਾਂ ਨੇ 5 ਸਿੰਘਾਂ ਨੂੰ ਇਕੱਠੇ ਕੀਤਾ ਤੇ ਉਹਨਾਂ ਦੇ ਵੱਖੋ ਵੱਖ ਵਰਨ ਸੀ, 4 ਵਰਨ ਸੀ, ਸੋ 4 ਵਰਨਾਂ ਨੂੰ ਇੱਕ ਕੀਤਾ। ਪ੍ਰਥਮ ਦਇਆ ਸਿੰਘ ਸੋਫਤੀ ਜਾਤ, ਬਸਤ ਲਾਹੌਰ ਹੁਤੇ ਬਖਿਆਤ। ਉਹ ਕਹਿੰਦੇ ਸਾਰਿਆਂ ਨਾਲੋਂ ਪਹਿਲਾਂ ਭਾਈ ਦਇਆ ਰਾਮ ਉੱਠਿਆ, ਜਿਹੜਾ ਇੱਕ ਖੱਤਰੀ ਸੀ, ਖੱਤਰੀ ਧਰਮ ਦੇ ਨਾਲ ਸੰਬੰਧ ਰੱਖਦਾ ਸੀ, ਸੋ ਉਹਦੇ ਨਾਮ ਦੇ ਨਾਲ ਰਾਮ ਲੱਗਦਾ ਸੀ, ਸੋ ਹਾਜ਼ਰ ਹੋਇਆ। ਦੂਜੇ ਧਰਮ ਸਿੰਘ ਹਸਤਨਾਪੁਰ ਵਾਸੀ, ਹੁਤੋ ਜੱਟ ਸਿਵ ਜਟੋ ਪ੍ਰਕਾਸ਼ੀ। ਉਹ ਕਹਿੰਦੇ ਦੂਜੇ ਨੰਬਰ ਦੇ ਉੱਤੇ ਧਰਮ ਰਾਏ ਜਿਹੜਾ ਸੀ ਉਹ ਹਸਤਨਾਪੁਰ ਦਾ ਵਾਸੀ ਸੀ। ਹਸਤਨਾਪੁਰ ਉਹ ਜਗ੍ਹਾ ਆ ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਸੀ ਸਨ, ਜੋ ਜਿਹਨਾਂ ਕਿ ਇਹਨਾਂ ਦਾ ਅੰਤਮ ਸੰਸਕਾਰ ਜਿੱਥੇ ਹੋਇਆ ਸੀ, ਹਸਤਨਾਪੁਰ ਉਹ ਜਗ੍ਹਾ ਹੈ। ਤੀਜੋ ਮੋਹਕਮ ਸਿੰਘ ਦਵਾਰਕਾ ਜਾਇਓ, ਨਾਮਦੇਵ ਅਵਤਾਰ ਸੋ ਆਇਓ। ਉਹ ਮੋਹਕਮ ਸਿੰਘ ਦੀ ਗੱਲਬਾਤ ਕਰਦੇ ਹਨ ਕਿ ਤੀਜੇ ਨੰਬਰ ਦੇ ਉੱਤੇ ਮੋਹਕਮ ਸਿੰਘ ਜੀ ਆਏ। ਇਹ ਜਿਹੜੀ ਦਵਾਰਕਾ ਨਗਰੀ ਸੀ, ਇੱਥੇ ਹੀ ਸ਼੍ਰੀ ਕ੍ਰਿਸ਼ਨ ਜੀ ਸੋ ਉਹਨਾਂ ਦੇ ਯਾਦਵਾਂ ਦੇ ਨਾਲ ਇੱਥੇ ਵਾਸ ਕਰਦੇ ਸਨ, ਇੱਥੇ ਰਾਜ ਕਰਦੇ ਸਨ।
ਚੌਥੇ ਨਾਈ ਸਾਹਿਬ ਸਿੰਘ ਜੋ ਸੈਣ ਭਗਤ ਜਹ ਰਹਤੇ ਸੋ। ਉਹ ਕਹਿੰਦੇ ਕਿ ਚੌਥੇ ਨੰਬਰ ਦੇ ਉੱਤੇ ਸਾਹਿਬ ਸਿੰਘ ਜੀ ਆਏ, ਜਿਹੜੇ ਕਿ ਜਿੱਥੇ ਭਗਤ ਸੈਣ ਜੀ ਦਾ ਪਿੰਡ ਹੈ, ਸੋ ਉੱਥੋਂ ਦੇ ਰਹਿਣ ਵਾਲੇ ਸਨ ਤੇ ਉਹ ਹੀ ਜਾਤ ਦੇ ਨਾਲ ਸੰਬੰਧ ਰੱਖਦੇ ਸਨ। ਪੰਚਮ ਹਿੰਮਤ ਸਿੰਘ ਝੀਵਰ ਕਹੀਐ ਪੰਜ ਭੁਜੰਗੀ ਪੰਜ ਜਾਤ ਲਹਈਐ। ਪੰਜਵੇਂ ਨੰਬਰ ਦੇ ਉੱਤੇ ਝੀਵਰ ਜਾਤੀ ਨਾਲ ਸੰਬੰਧ ਰੱਖਣ ਵਾਲਾ ਜਿਹੜਾ ਕਿ ਭਾਈ ਹਿੰਮਤ ਸਿੰਘ ਜੀ ਸਨ, ਸੋ ਉਹ ਹਾਜ਼ਰ ਹੋਏ। ਸੋ ਉਸ ਤੋਂ ਬਾਅਦ ਵਿੱਚ ਦੀ ਜੋ ਵੀ ਵਰਤਾਰਾ ਵਰਤਦਾ ਹੈ ਉਹ ਭਾਈ ਰਤਨ ਸਿੰਘ ਜੀ ਪੰਗੂ ਇੱਦਾਂ ਬਿਆਨ ਕਰਦੇ ਹਨ। ਪਾਹੁਲ ਖੰਡੇ ਤਿਆਰ ਕਰਵਾਈ ਜਲ ਮਦ ਆਨ ਮਿਠਾਈ ਪਾਈ। ਉਹ ਕਹਿੰਦੇ ਕਿ ਉਹਨਾਂ ਨੇ ਕੀ ਕੀਤਾ, ਮਹਾਰਾਜ ਜੀ ਨੇ ਖੰਡੇ ਬਾਟੇ ਦੀ ਪਾਹੁਲ, ਖੰਡਾ ਦੇ ਇੱਕ ਬਾਟਾ ਤਿਆਰ ਕੀਤਾ ਤੇ ਨਾਲ ਥੱਲੇ ਇੱਕ ਜੋ ਪੱਥਰ ਦਾ ਸੁਨਹਿਰਾ ਹੁੰਦਾ ਹੈ, ਸੋ ਇਹ ਅਜੇ ਵੀ ਦਲਾਂ ਪੰਥਾਂ ਦੀਆਂ ਸੰਪਰਦਾਵਾਂ ਦੇ ਵਿੱਚ ਮਰਿਆਦਾ ਹੈ ਕਿ ਉਹ ਸੁਨਹਿਰਾ ਰੱਖਦੇ ਹਨ। ਸੁਨਹਿਰੇ ਦੇ ਉੱਤੇ ਇੱਕ ਬਾਟੇ ਦੇ ਵਿੱਚ ਜਲ ਪਾ ਕੇ ਤੇ ਨਾਲ ਪਤਾਸੇ ਪਾਉਂਦੇ ਹਨ ਤੇ ਉਸ ਤੋਂ ਬਾਅਦ ਵਿੱਚ ਉਹ ਜਿਹੜੀ ਇੱਕ ਖੰਡੇ ਦੇ ਨਾਲ ਇੱਕ ਮਰਿਆਦਾ ਹੁੰਦੀ ਹੈ ਕਿ ਜਿੱਥੇ ਵੀ ਜ਼ਿਕਰ ਆਇਆ ਹੈ ਕਿ ਉਹ ਨਾਲ ਇੱਕ ਕਰਦ ਜ਼ਰੂਰ ਰੱਖਦੇ ਸਨ। ਸੋ ਉੱਥੇ ਅੱਗੇ ਜੋ ਵੀ ਹੁੰਦਾ ਹੈ ਭਾਈ ਸਾਹਿਬ ਜੀ ਇੱਦਾਂ ਬਿਆਨ ਕਰਦੇ ਹਨ। ਤਹਿਮਦ ਰਾਖੀ ਕਰਦ ਗਡਾਏ ਸਤਿਗੁਰ ਰਾਖੀ ਕਰਦ ਧਾਰੇ ਦਾਏ। ਉਹ ਕਹਿੰਦੇ ਕਿ ਉਹਨਾਂ ਨੇ ਮਹਾਰਾਜ ਜੀ ਨੇ ਉਹਨਾਂ ਦੇ ਸਿੰਘਾਂ ਦੇ ਉੱਤੇ ਸਰੀਰ ਦੇ ਉੱਤੇ ਵੀ ਕਰਦ ਭਾਵ ਕੇ ਇੱਕ ਛੋਟੀ ਕਿਰਪਾਨ ਧਾਰਨ ਕਰਵਾਈ ਸੀ ਜਿਹੜੀ ਕਕਾਰ ਵਜੋਂ ਵਰਤਦੀ ਸੀ ਤੇ ਨਾਲ ਇੱਕ ਬਾਟੇ ਦੇ ਅੰਦਰ ਵੀ ਨਾਲ ਖੰਡੇ ਦੇ ਨਾਲ ਇੱਕ ਛੋਟੀ ਕਿਰਪਾਨ ਛੋਟੀ ਕਰਦ ਫੜਾਈ ਜਿਹਦੇ ਨਾਲ ਅੰਮ੍ਰਿਤ ਸੰਚਾਰ ਹੋਣ ਲੱਗਾ ਹੈ। ਦੋਹਰਾ ਸ੍ਰੀ ਸਤਿਗੁਰ ਸਤਨਾਮ ਕਹਿਓ ਕਰਤਾ ਪੁਰਖ ਉਚਾਰ। ਮਹਾਰਾਜ ਜੀ ਨੇ ਇੱਕ ਪਰਮੇਸ਼ਰ ਦਾ ਇੱਕ ਸਤਿਗੁਰੂ ਜੀ ਦਾ ਓਟ ਆਸਰਾ ਲਿਆ ਹੈ। ਸੋ ਜਦੋਂ ਚੰਡੀ ਦੀ ਵਾਰ ਵੀ ਉਹ ਸ਼ੁਰੂਆਤ ਕਰਦੇ ਹਨ, ਜਦੋਂ ਅਰਦਾਸ ਦੀ ਵੀ ਸ਼ੁਰੂਆਤ ਹੁੰਦੀ ਹੈ, ਉੱਥੇ ਵੀ ਮਹਾਰਾਜ ਜੀ ਨੇ ਪ੍ਰਥਮ ਭਗਉਤੀ ਸਿਮਰ ਕੈ ਲਫ਼ਜ਼ ਵਰਤਿਆ ਹੈ। ਸੋ ਇਹ ਉਹੀ ਭਗਉਤੀ ਹੈ ਜਿਹਦਾ ਜ਼ਿਕਰ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਜੀ ਕਰਦੇ ਹਨ। ਭਗਉਤੀ ਭਗਵੰਤ ਭਗਤ ਕਾ ਰੰਗ, ਜਿਹਦੇ ਉੱਤੇ ਪਰਮੇਸ਼ਰ ਦਾ ਇੱਕ ਸ਼ਕਤੀ ਰੂਪੀ ਦਾ ਪ੍ਰੇਮ ਚੜ ਜਾਂਦਾ ਹੈ, ਉਹੀ ਅਸਲ ਭਗਉਤੀ ਹੈ। ਅਕਾਲ ਅਕਾਲ ਹੈ ਜਾਪ ਕਰ ਤੋਰੀ ਕਿਰਪਾ ਨਿਜ ਧਾਰ। ਉਹ ਕਹਿੰਦੇ ਕਿ ਮਹਾਰਾਜ ਜੀ ਨੇ ਸਤਿ ਸ੍ਰੀ ਅਕਾਲ ਦੇ ਜਕਾਰੇ, ਜਿੰਨੇ ਵੀ ਉੱਥੇ ਸਿੰਘ ਸਨ ਸਾਰੇ ਅਕਾਲ ਅਕਾਲ ਦੇ ਜਕਾਰੇ ਲਾਈ ਜਾਂਦੇ ਸਨ ਤੇ ਮਹਾਰਾਜ ਜੀ ਦੇ ਖੁਸ਼ੇ ਪ੍ਰਾਪਤ ਕਰਦੇ ਸਨ। ਚੌਪਈ ਪ੍ਰਥਮ ਭਗਉਤੀ ਵਾਰ ਜੂ ਪੌੜੀ ਪੜ ਪ੍ਰਥਮੇ ਆਪ ਸਤਿਗੁਰ ਜੋੜੀ। ਉਹ ਮਹਾਰਾਜ ਜੀ ਨੇ ਪਹਿਲਾਂ ਜਿਹੜੀ ਅਰਦਾਸ ਬੇਨਤੀ ਕੀਤੀ ਹੈ, ਜਿਹੜੀ ਅਰਦਾਸ ਦੀ ਪਹਿਲੀ ਪੌੜੀ ਹੈ ਪ੍ਰਥਮ ਭਗਉਤੀ ਸਿਮਰ ਕੈ, ਸੋ ਉੱਥੇ ਮਹਾਰਾਜ ਜੀ ਨੇ ਅਰਦਾਸ ਬੇਨਤੀ ਇੱਦਾਂ ਪਰਮੇਸ਼ਰ ਅੱਗੇ ਕੀਤੀ ਹੈ। ਨੋ ਪਤ ਸ਼ਹਿਯਨ ਲਈਓ ਧਿਆਏ ਅਥ ਦਸਮਨ ਪਰ ਹੋਈ ਸਹਾਏ। ਮਹਾਰਾਜ ਜੀ ਨੇ ਪਹਿਲਾਂ ਆਪਣੇ ਤੋਂ ਜਿੰਨੇ ਵੀ 9 ਪਾਤਸ਼ਾਹ ਹੋਏ ਸਨ, ਜਿੰਨੇ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੱਕ ਹੋਏ ਹਨ, ਉਹਨਾਂ ਪਾਤਸ਼ਾਹੀਆਂ ਦਾ ਧਿਆਨ ਕੀਤਾ ਤੇ ਉਸ ਤੋਂ ਬਾਅਦ ਵਿੱਚ ਜਿਹੜੇ ਆਪਣੇ ਦਸਮ ਦੇ ਵਿੱਚ ਦਸਵੇਂ ਜਾਮੇ ਦੇ ਵਿੱਚ ਜਿਹੜੀ ਇੱਕ ਪਰਮੇਸ਼ਰ ਦੀ ਜੋਤ ਹੈ ਤੇ ਨਾਲ ਉਸ ਦਾ ਵੀ ਧਿਆਨ ਕੀਤਾ। ਬਹੁੜ ਸਵਈਓ ਬਤੀ ਉਚਾਰੇ ਸ੍ਰੀ ਸਤਿਗੁਰ ਸ੍ਰੀ ਮੁਖੋ ਸਵਾਰੇ। ਮਹਾਰਾਜ ਜੀ ਨੇ ਉਸ ਸਮੇਂ ਜਿਹੜੇ ਸ਼ਰਾਵਕ ਸ਼ਬਦ ਸਮੂਹ ਸਿਧਾਨ ਕੇ ਜਿਹੜੇ ਇਹ ਸਵਈਏ ਉਚਾਰਨ ਕੀਤੇ, ਤੋ ਸੋ ਇਹਨਾਂ ਸਵਈਆਂ ਦੀ ਰਚਨਾ ਵੀ ਉਸ ਸਮੇਂ ਹੀ ਦੱਸੀ ਗਈ ਹੈ। ਤੇਜ ਤੇਜ ਜੋ ਚੰਡੀ ਬਾਣੀ ਸੋ ਪਹੁਲ ਕੇ ਮਦਾ ਠਾਣੀ। ਜਿਹੜੀ ਮਹਾਰਾਜ ਜੀ ਦੀ ਚੰਡੀ ਰੂਪੀ ਸ਼ਕਤੀ ਰੂਪੀ ਜਿਹੜੀ ਆਦ ਮਹਾਰਾਜ ਜੀ ਦੀ ਬਾਣੀ ਹੈ, ਸ਼ਕਤੀ ਰੂਪੀ ਬਾਣੀ, ਦਸਮ ਮਹਾਰਾਜ ਜੀ ਦੀ ਬਾਣੀ ਸ਼ਕਤੀ ਰੂਪੀ ਬਾਣੀ ਹੈ। ਸੋ ਉਸ ਚੰਡੀ ਰੂਪੀ ਬਾਣੀ ਦਾ ਮਹਾਰਾਜ ਜੀ ਜਾਪ ਕਰ ਰਹੇ ਸਨ। ਸੋ ਨਾਲ ਦੀ ਨਾਲ ਹੀ ਉਸ ਬਾਟੇ ਦੇ ਵਿੱਚ ਖੰਡਾ ਤੇ ਕਰਦੇ ਫੇਰ ਰਹੇ ਸਨ। ਤਿਰ ਭੰਗੀ ਛੰਦ ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਰਣ ਮੰਡੰਗ ਪਰਬੰਡੰ। ਜਦੋਂ ਮਹਾਰਾਜ ਜੀ ਬਚਿੱਤਰ ਨਾਟਕ ਦੀ ਰਚਨਾ ਕਰਦੇ ਸਨ, ਸੋ ਉਸ ਤੋਂ ਪਹਿਲੀ ਇਹ ਪੌੜੀ ਹੈ, ਮਹਾਰਾਜ ਜੀ ਇੱਕ ਪਰਮੇਸ਼ਰ ਦੀ ਉਸ ਸ਼ਕਤੀ ਦਾ ਵਰਣਨ ਕਰਦੇ ਹਨ। ਸੋ ਜਿਹੜੀ ਸ਼ਕਤੀ ਦਾ ਮਹਾਰਾਜ ਜੀ ਆਨੰਦ ਸਾਹਿਬ ਦੇ ਵਿੱਚ ਜ਼ਿਕਰ ਕਰਦੇ ਹਨ, ਸ਼ਿਵ ਸ਼ਕਤੀ ਆਪ ਪਾਏ ਕੈ ਕਰਤਾ ਆਪੇ ਹੁਕਮ ਵਰਤਾਇਆ। ਉਸ ਪਰਮੇਸ਼ਰ ਨੇ ਆਪ ਦੀ ਇੱਛਾ ਪ੍ਰਗਟ ਕੀਤੀ ਕਿ ਇਸ ਧਰਤੀ ਦੀ ਸਿਰਜਣਾ ਹੋ ਜਾਵੇ। ਸੋ ਇੱਕ ਫੋੜ ਦੇ ਵਿੱਚ ਇਸ ਧਰਤੀ ਦੀ ਸਿਰਜਣਾ ਹੋ ਗਈ। ਸੋ ਉਸ ਜਿਹੜੀ ਸ਼ਕਤੀ ਹੈ ਪਰਮੇਸ਼ਰ ਦੀ, ਉਹ ਸ਼ਕਤੀ ਦਾ ਵਰਣਨ, ਸ਼ਕਤੀ ਦੀ ਸਿਫਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਦਾਂ ਕਰਦੇ ਹਨ ਕਿ ਖਗ ਖੰਡ ਬਿਹੰਡੰ ਖਲ ਦਲ ਖੰਡੰ। ਖਲ ਦਲ ਤੋਂ ਭਾਵ ਹੈ ਕਿ ਜਿਹੜੇ ਇੱਕ ਮੂਰਖ ਹੁੰਦੇ ਹਨ, ਜਿਹੜੇ ਗਧੇ ਹੁੰਦੇ ਹਨ, ਜਿਹੜੇ ਇੱਕ ਪਰਮੇਸ਼ਰ ਤੋਂ ਉਲਟ ਹੁੰਦੇ ਹਨ, ਉਹਨਾਂ ਖੋਤਿਆਂ ਦਾ, ਉਹਨਾਂ ਗਧਿਆਂ ਦਾ ਜਿਹੜਾ ਦਲ ਨੂੰ ਖੰਡਿਤ ਕਰਨ ਵਾਲੀ ਜਿਹੜੀ ਖੱਗ ਹੈ, ਜਿਹੜੀ ਉਹ ਤੇਗ ਹੈ, ਜਿਹੜੀ ਉਹ ਸ਼ਕਤੀ ਹੈ, ਸੋ ਉਸ ਦੀ ਉਸਤਤ ਕਰਦੇ ਹਨ।
ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡਗ ਭਾਨ ਪ੍ਰਭੰ। ਸੋ ਜਿਹੜੀ ਉਹ ਸ਼ਕਤੀ ਹੈ ਉਹ ਪਰਮੇਸ਼ਰ ਦੀ ਸਿਰਫ ਦਇਆ ਕਰਨ ਵਾਲੀ ਨਹੀਂ ਹੈ। ਸੋ ਪਰਮੇਸ਼ਰ ਉਹ ਕਿਤਨਿਆਂ ਨੂੰ ਨਿਤ ਹੜਾਂ ਜਾਂ ਬਾੜਾਂ ਦੇ ਵਿੱਚ ਸੋ ਉਹਨਾਂ ਦੀ ਜਾਨ ਲੈ ਲੈਂਦਾ ਹੈ। ਸੋ ਜਿਹੜੀ ਇਹ ਨਮੋ ਨਿਤ ਨਰਾਇਣੇ ਕਰੂਰ ਕਰਮੇ, ਸੋ ਉਸਦਾ ਜਿਹੜਾ ਕਰੂਰ ਰੂਪੀ ਆ, ਜਿਹੜਾ ਉਸਦਾ ਸ਼ਿਵ ਰੂਪੀ ਜਿਹੜਾ ਉਸਦਾ ਰੂਪ ਹੈ, ਸੋ ਉਸਦਾ ਬਿਆਨ ਕਰਦੇ ਹਨ। ਜਿਹੜੀ ਉਹਦੀ ਸ਼ਕਤੀ ਹੈ ਉਹ ਤਗੜਿਆਂ ਤੋਂ ਤਗੜੇ ਬੰਦਿਆਂ ਨੂੰ ਖੋਤਿਆਂ ਦੇ ਕਿੰਨਿਆਂ ਹੀ ਦਲਾਂ ਨੂੰ ਖੰਡਿਤ ਕਰ ਦਿੰਦੀ ਹੈ, ਦੰਡ ਦਿੰਦੀ ਹੈ। ਸੋ ਉਸਦਾ ਜਿਹੜਾ ਪ੍ਰਤਾਪ ਹੈ ਉਹ 100 ਭਾਨ ਭਾਵ ਕੇ 100 ਸੂਰਜਾਂ ਤੋਂ ਵੀ ਵੱਧ ਕੇ ਹੈ। ਸੁਖ ਸੰਤਾ ਕਰਣੰ ਦੁਰਮਤ ਦਰਣੰ ਕਿਲਵਿਕ ਹਰਣੰ ਅਸਰਣੰ। ਜਿਹੜੀ ਉਹ ਪਰਮੇਸ਼ਰ ਦੀ ਸ਼ਕਤੀ ਹੈ ਉਹ ਕਿੰਨਿਆਂ ਦਾ ਹੀ ਕਰੋੜਾਂ ਪਾਪ ਉਹ ਦੁੱਖ ਦੂਰ ਕਰਨ ਵਾਲੀ ਹੈ। ਸੋ ਕਿਲਵਿਕ ਹਰਣੰ ਇਸ ਤੋਂ ਭਾਵ ਹੈ ਕਿ ਕਰੋੜਾਂ ਪਾਪ ਦੂਰ ਕਰਨ ਵਾਲੀ ਹੈ। ਸੋ ਜੋਤ ਮੰਡਕ ਤੋਂ ਭਾਵ ਹੈ ਉਹ ਪਰਮੇਸ਼ਰ ਦੀ ਜਿਹੜੀ ਇੱਕ ਜੋਤ ਦਾ ਪ੍ਰਚਾਰ ਹੈ ਕਿ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਵੋ। ਸੋ ਜਿਹੜਾ ਇਹ ਪ੍ਰਚਾਰ ਹੈ ਇਹ ਏਜੰਡਾ ਹੈ ਸੋ ਸਾਰਿਆਂ ਦੇ ਵਿੱਚ ਪ੍ਰਚਾਰ ਕਰਦੀ ਹੈ। ਸੋ ਸੁਖ ਸੰਤਾ ਕਰਨਣ ਤੋਂ ਭਾਵ ਹੈ ਕਿ ਜਿਹੜਾ ਇੱਕ ਪਰਮੇਸ਼ਰ ਦਾ ਅਸਲ ਸੰਤ ਹੈ ਸੋ ਉਸ ਨੂੰ ਸੁਖ ਦੇਣ ਵਾਲੀ ਹੈ। ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ ਮਮ ਪ੍ਰਤਪਾਰਨ ਜੈ ਤੇ ਗੰ। ਸੋ ਮਹਾਰਾਜ ਜੀ ਨੇ ਇੱਥੇ ਜੈ ਜੈ ਜਗ ਕਾਰਨ ਭਾਵ ਕਿ ਇੱਕ ਜਗ ਨੂੰ ਰੱਖਣ ਵਾਲੀ ਜਿਹੜੀ ਕਿ ਇੱਕ ਪਰਮੇਸ਼ਰ ਦੀ ਸ਼ਕਤੀ ਤੋਂ ਇਹ ਜਿਹੜੀ ਧਰਤੀ ਦੀ ਸਥਾਪਨਾ ਹੋਈ ਹੈ। ਸੋ ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ ਮਮ ਪ੍ਰਤਪਾਲਨ ਭਾਵ ਕਿ ਮੇਰੀ ਪ੍ਰਤਪਾਲਨਾ ਕਰਨ ਵਾਲੀ ਵੀ ਇਹ ਪਰਮੇਸ਼ਰ ਦੀ ਹੀ ਸ਼ਕਤੀ ਹੈ। ਸੋ ਉਸ ਜੈ ਤੇਗ ਦੀ ਮੈਂ ਜੈ ਜੈ ਕਰਦਾ ਹਾਂ ਜਿਹੜੀ ਉਹ ਤੇਗ ਰੂਪੀ ਸ਼ਕਤੀ ਹੈ। ਦੋਹਰਾ ਪ੍ਰਥਮ ਅੰਚਰੀ ਭਰੀ ਸ੍ਰੀ ਸਤਿਗੁਰ ਉਨ ਲਲਕਾਰ। ਸੋ ਮਹਾਰਾਜ ਜੀ ਨੇ ਉਹਨਾਂ ਪੰਜਾਂ ਸਿੰਘਾਂ ਨੂੰ ਲਲਕਾਰ ਕੇ ਕੋਈ ਬਚਨ ਕੀਤਾ ਹੈ। ਸਨਮੁਖ ਨੇਤਰ ਰਖਵਾਏ ਕਰ ਦੇਈ ਮਦ ਓਡਾਰ। ਸੋ ਉਹਨਾਂ ਨੂੰ ਕਿਹਾ ਹੈ ਕਿ ਤੁਸੀਂ ਆਪਣੇ ਨੇਤਰ ਆਓ ਮੇਰੇ ਵੱਲ ਵੇਖੋ। ਸੋ ਉਹਨਾਂ ਨੇਤਰਾਂ ਦੇ ਮੱਧ ਦੇ ਵਿੱਚ 5 ਛਿੱਟੇ ਅੰਮ੍ਰਿਤ ਦੇ ਜਿਹੜਾ ਕਿ ਤਿਆਰ ਕੀਤਾ ਸੀ ਸੋ ਪਾਇਆ ਗਿਆ ਹੈ। ਚੌਪਈ ਅਕਾਲ ਅਕਾਲ ਕਰ ਜਾਪ ਜਪਾਈ ਸ੍ਰੀ ਵਾਹਿਗੁਰੂ ਗੁਰ ਫਤਿਹ ਬੁਲਾਈ। ਸੋ ਜਦੋਂ ਮਹਾਰਾਜ ਜੀ ਨੇ ਉਹ 5 ਛਿੱਟੇ ਉਹਨਾਂ ਸਿੱਖਾਂ ਦੇ ਉੱਤੇ ਸਿੰਘਾਂ ਦੇ ਉੱਤੇ ਮਾਰਦੇ ਹਨ ਉਹਨਾਂ ਨੇਤਰਾਂ ਦੇ ਵਿੱਚ ਸੋ ਨਾਲ ਨਾਲ ਮਹਾਰਾਜ ਜੀ ਕਹਿੰਦੇ ਹਨ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਵੀ ਹੈ ਮਰਿਆਦਾ ਹੈ ਜਦੋਂ ਅੰਮ੍ਰਿਤ ਦੇ ਛਿੱਟੇ ਅੱਖਾਂ ਦੇ ਉੱਤੇ ਮਾਰਦੇ ਸਨ ਨੇਤਰਾਂ ਦੇ ਉੱਤੇ ਸੋ 5 ਸਿੰਘ 5 ਵਾਰੀ ਫਤਿਹ ਬੁਲਾਉਂਦੇ ਹਨ। ਪੁਨ ਪੰਚ ਪੰਚ ਸੀਸ ਅੰਚਰੀ ਪਾਏ ਪੰਚ ਪੰਚ ਪੰਚਨ ਦਈ ਛਕਾਏ। ਸੋ ਜਿਹੜੇ 5 ਛਿੱਟੇ ਸੀ ਉਹ ਸਿੱਖਾਂ ਦੇ ਉੱਤੇ ਜਿਹੜੇ ਉਸ ਸਮੇਂ ਅੰਮ੍ਰਿਤ ਛਕਦੇ ਸੀਗੇ ਜਿਹੜੇ 5 ਸਿੰਘ ਸੀ 5 ਪਿਆਰੇ ਸੀ ਸੋ ਉਹਨਾਂ ਦੇ ਸੀਸ ਦੇ ਉੱਤੇ ਪਾਏ ਗਏ ਤੇ 5 ਘੋਟੇ 5 ਹੀ ਚੂਲੇ ਅੰਮ੍ਰਿਤ ਦੇ ਉਹਨਾਂ ਨੂੰ ਛਕਾਏ ਗਏ ਤੇ ਨਾਲ ਕਿਹਾ ਗਿਆ ਵਾਰ-ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕੈ ਸੁਨਹਿਰਾ ਸਭੀ ਰਲਾਏ ਭਿੰਨ ਭੇਦ ਕਛੁ ਰਖਨ ਨ ਪਾਏ। ਮਹਾਰਾਜ ਜੀ ਨੇ ਇੱਕ ਹੀ ਬਾਟਾ ਸਾਰਿਆਂ ਦੇ ਮੂੰਹ ਨੂੰ ਲਗਾ ਦਿੱਤਾ ਜਿਹੜੇ 5 ਸਿੰਘ ਸੀ। ਸੋ ਦੇਖੋ ਇਹ ਮਹਾਰਾਜ ਜੀ ਦੀ ਹੀ ਕਰਾਮਾਤ ਸੀ ਕਿ 5 ਜਿਹੜੇ ਉਹ ਸਿੰਘ ਸੀ ਵੱਖ-ਵੱਖ ਜਾਤੀਆਂ ਤੋਂ ਸੰਬੰਧ ਰੱਖਦੇ ਸਨ। ਕੋਈ ਉੱਚੀ ਜਾਤ ਦਾ ਸੀ ਕੋਈ ਨੀਵੀਂ ਜਾਤ ਦਾ ਸੀ। ਸੋ ਇਹ ਜਿਹੜੇ ਸੰਸਾਰ ਦੇ ਵੱਲੋਂ ਮਨੁ ਸਮਰਤੀਆਂ ਦੇ ਵੱਲੋਂ ਇਹ ਵਰਨ ਬਣਾਏ ਗਏ ਹਨ ਸੋ ਉਸ ਦਾ ਖੰਡਨ ਮਹਾਰਾਜ ਜੀ ਨੇ ਕੀਤਾ ਹੈ। ਸੋ ਇੱਕ ਹੀ ਬਾਟਾ ਸਾਰਿਆਂ ਦੇ ਮੂੰਹ ਨੂੰ ਲਗਾ ਦਿੱਤਾ ਸੀ ਤੇ ਸਾਰਿਆਂ ਨੇ ਹੀ ਇੱਕ 5 ਚੂਲੇ ਜਿੰਨੇ ਵੀ ਉਹ ਛਕ ਸਕਦੇ ਸਨ ਸੋ ਉਹਨਾਂ ਨੇ ਛਕਿਆ ਹੈ। ਚਾਰ ਬਰਨ ਉਹ ਆਸ਼ਰਮ ਚਾਰ ਜਿਨੇਯੂ ਟਿਕੈ ਦਿਓ ਉਤਾਰ। ਉਹ ਕਹਿੰਦੇ ਕਿ ਜਿਹੜੇ ਵੀ 4 ਵਰਨ ਤੇ 4 ਆਸ਼ਰਮ ਸਨ ਜਿਹੜੇ ਕਿ ਸਿਮਰਤੀਆਂ ਦੇ ਵਿੱਚ ਲਿਖੇ ਗਏ ਹਨ ਉਹਨਾਂ ਦਾ ਵੈਰ ਵਿਰੋਧ ਜਿੰਨਾ ਵੀ ਭਰਮ ਸੀ ਤੁਸੀਂ ਆਪਦੇ ਦਿਮਾਗ ਚੋਂ ਕੱਢ ਦਵੋ। ਸੋ ਜਿੰਨੇ ਵੀ ਹੋਰ ਧਾਰਮਿਕ ਚਿੰਨ੍ਹ ਤੁਸੀਂ ਪਾਏ ਹਨ ਸੋ ਉਹਨਾਂ ਦੀ ਉਤਾਰਨਾ ਕਰੋ। ਪੁਨ ਸਤਿਗੁਰ ਉਨ ਸਿੱਖਿਆ ਦੇਈ ਮੀੜੇ ਮਸੰਦਨ ਬਰਤਨੋ ਨਹੀਂ। ਸੋ ਮਹਾਰਾਜ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 5 ਸਿੰਘਾਂ ਨੂੰ ਹੁਣ ਅੰਮ੍ਰਿਤ ਛਕਾਇਆ ਗਿਆ। ਸੋ ਉਹਨਾਂ ਨੂੰ ਰਹਿਤ ਦੱਸਣ ਲੱਗੇ ਹਨ ਕਿ ਸਾਰਿਆਂ ਨਾਲੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਕਿ ਜਿਹੜੇ ਮੀਣੇ ਹਨ ਮਸੰਦ ਹਨ ਧੀਰਮਲੀਏ ਹਨ ਰਾਮ ਰਾਈਏ ਹਨ ਜਿਨ੍ਹਾਂ ਦੀ ਗੱਲਬਾਤ ਹੋਰ ਵੀ ਆਪਣੇ ਰਹਿਤਨਾਮਿਆਂ ਦੇ ਵਿੱਚ ਆਉਂਦੀ ਹੈ ਸੋ ਉਹਨਾਂ ਦੇ ਨਾਲ ਤੁਸੀਂ ਕੋਈ ਵਰਤਾਰਾ ਨਹੀਂ ਰੱਖਣਾ। ਜਥਾ ਸ਼ਕਤ ਗੁਰ ਗੋਲਕ ਪਾਇਓ ਕੜਾਹਾ ਕਰਾਏ ਖਾਲਸਾ ਛਕਾਇਓ। ਉਹ ਕਹਿੰਦੇ ਕਿ ਜਿੰਨੀ ਵੀ ਤੁਹਾਡੀ ਆਪ ਦੀ ਸਮਰੱਥਾ ਹੈ ਸੋ ਉਨੀ ਵੀ ਆਪਣੀ ਮਾਇਆ ਕਮਾ ਕੇ ਆਪਣੀ ਕਿਰਤ ਕਰਕੇ ਜਿੰਨੀ ਵੀ ਮਾਇਆ ਕਮਾਉਂਦੇ ਹਨ ਆਪਣਾ ਗੁਜ਼ਾਰਾ ਕਰਕੇ ਸੋ ਜਿੰਨੇ ਵੀ ਮੇਰੇ ਖਾਲਸਾ ਹੈ ਜੋ ਪ੍ਰਗਟ ਰੂਪ ਦੇ ਵਿੱਚ ਇਹ ਖਾਲਸਾ ਹੈ ਤਿਆਰ ਬਰ ਤਿਆਰ ਖਾਲਸਾ ਹੈ ਸੋ ਇਹਨੂੰ ਭੇਟ ਕਰਨਾ ਹੈ।
ਪਹਿਰ ਕਸ਼ਹਿਰੈ ਸਿਰ ਬੰਦਿਓ ਬਾਗ, ਗੁਰੂ ਗ੍ਰੰਥ ਬਚਨ ਪਰ ਰਹਿਓ ਲਾਗ। ਉਹ ਕਹਿੰਦੇ ਕਿ ਤੁਸੀਂ ਛਤਰੀਆਂ ਵਾਲੇ ਪਹਿਰੇ ਕਸ਼ਹਿਰਾ ਪਾਉਣਾ ਹੈ, ਸਿਰ ਦੇ ਉੱਤੇ ਸੀਸ ਦੇ ਉੱਤੇ ਆਪਣੀ ਦਸਤਾਰ ਸਜਾਉਣੀ ਹੈ, ਦਮਾਲੇ ਸਜਾਉਣੇ ਹਨ। ਸੋ ਉਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿੰਨੀ ਵੀ ਸਿੱਖਿਆ ਹੈ ਸੋ ਉਸ ਦੇ ਉੱਤੇ ਤੁਸੀਂ ਪੂਰੇ ਉਤਰਨਾ ਹੈ। ਦੋਹਰਾ ਯੋ ਕਹਿ ਕੈ ਸ੍ਰੀ ਸਤਿਗੁਰੂ, ਗਲ ਤੇ ਗੋਦੀ ਨੋ ਪਾਏ। ਸੋ ਮਹਾਰਾਜ ਜੀ ਨੇ ਜਦੋਂ ਇਹ ਵਾਲੀ ਗੱਲਬਾਤ ਕਹੀ ਤਾਂ ਸਾਰਿਆਂ ਦੇ ਗਲ ਦੇ ਵਿੱਚ ਜਿਹੜੀ ਇਹ ਸ੍ਰੀ ਸਾਹਿਬ ਹੈ ਤੇਗ ਹੈ ਸੋ ਉਹਨਾਂ ਦੀ ਪਹਿਰਾਣੀ ਕੀਤੀ। ਕਰਦ ਚੱਕਰ ਸਿਰ ਪਗ ਭਰੈ, ਮੁਖੋ ਅਕਾਲ ਜਪਾਏ। ਸੋ ਉਹਨਾਂ ਦੇ ਸੀਸ ਦੇ ਉੱਤੇ ਉਹ ਦੱਸਦੇ ਹਨ ਉਹਨਾਂ ਦੀ ਦਸਤਾਰਾਂ ਦੇ ਵਿੱਚ ਕਿਹੋ ਜਿਹੀ ਸੀ। ਸੀਸ ਦੇ ਉੱਤੇ ਚੱਕਰ ਸਨ, ਕਟਾਰਾਂ ਸਨ, ਸੋ ਵੱਡੇ ਵੱਡੇ ਚੰਦ ਤੋੜੇ ਸਨ। ਚੌਪਈ ਔਰ ਕਹੀ ਗੁਰਬਾਣੀ ਪੜਾਇਓ, ਜਪ ਜਾਪ ਦੋਏ ਵੇਲੇ ਜਪਾਇਓ। ਉਹ ਕਹਿੰਦੇ ਕਿ ਦੋਵੇਂ ਪਹਿਰ ਤੁਸੀਂ ਬਾਣੀ ਹੀ ਪੜ੍ਹਨੀ ਹੈ, ਆਪਦਾ ਵਿਹਲਾ ਸਮਾਂ ਕਦੇ ਬਤੀਤ ਨਹੀਂ ਕਰਨਾ ਹੈ। ਆਪਦਾ ਜੋ ਵਿਹਲਾ ਸਮਾਂ ਹੈ ਆਪਦੀ ਕਿਰਤ ਕਮਾਈ ਕਰਕੇ ਉਹ ਇੱਕ ਪਰਮੇਸ਼ਰ ਦਾ ਸਿਮਰਨ ਕਰਨਾ ਹੈ, ਇੱਕ ਪਰਮੇਸ਼ਰ ਨੂੰ ਯਾਦ ਕਰਨਾ ਹੈ ਤੇ ਉਸ ਦੇ ਹੁਕਮ ਦੇ ਵਿੱਚ ਚੱਲਣਾ ਹੈ। ਸੋ ਜਪ ਤੇ ਜਾਪ ਦੀ ਗੱਲ ਆਈ ਹੈ ਤੇ ਬਾਣੀਆਂ ਦੇ ਨਾਮ ਆਏ ਹਨ, ਜਪਜੀ ਸਾਹਿਬ ਤੇ ਜਾਪ ਸਾਹਿਬ ਪੜ੍ਹਨੇ ਹਨ। ਆਓ ਆਨੰਦ ਰਹਿ ਰਾਸ ਜਪਿਓ, ਚੰਡੀ ਬਾਣੀ ਖੜੇ ਪੜਿਓ। ਉਹ ਕਹਿੰਦੇ ਕਿ ਰਹਿਰਾਸ ਸਾਹਿਬ ਤੇ ਆਨੰਦ ਸਾਹਿਬ ਅੰਤ ਦੇ ਵਿੱਚ ਰਹਿਰਾਸ ਸਾਹਿਬ ਪੜ੍ਹਨੀ ਹੈ। ਸੋ ਉਸ ਤੋਂ ਬਾਅਦ ਵਿੱਚ ਜਦੋਂ ਭੋਗ ਪਾਉਣਾ ਹੈ ਉਸ ਤੋਂ ਬਾਅਦ ਵਿੱਚ ਆਨੰਦ ਸਾਹਿਬ ਦੀਆਂ 4 ਪੌੜੀਆਂ ਪੜ੍ਹਨੀਆਂ ਹਨ। ਸੋ ਬਾਅਦ ਵਿੱਚ ਜੋ ਨਿਤਨੇਮ ਦਾ ਹਿੱਸਾ ਹੈ ਸੋ ਉਦੋਂ ਪੂਰਾ ਆਨੰਦ ਸਾਹਿਬ 40 ਪੌੜੀਆਂ ਪੜ੍ਹਨੀਆਂ ਹਨ। ਤੇ ਉਸ ਤੋਂ ਬਾਅਦ ਵਿੱਚ ਉਹ ਕਹਿੰਦੇ ਹਨ ਕਿ ਅੰਮ੍ਰਿਤ ਵੇਲੇ ਦਾ, ਸੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਨਾ ਹੈ ਤੇ ਅੰਮ੍ਰਿਤ ਵੇਲੇ ਤੇ ਜਾਗਣੇ ਦਾ ਜ਼ਿਕਰ ਹੈ। ਦੋਏ ਵੇਲੇ ਉਠ ਬੰਦਿਓ ਦਸਤਾਰੇ, ਪਹਿਰ 8 ਰੱਖਿਓ ਸ਼ਸਤਰ ਸੰਭਾਰੇ। ਉਹ ਕਹਿੰਦੇ ਕਿ ਦੋਵੇਂ ਵੇਲੇ ਸਵੇਰੇ ਤੇ ਸ਼ਾਮ, ਸਵੇਰੇ ਹਮੇਸ਼ਾ ਆਪਦੀ ਕੇਸਾਂ ਦੇ ਉੱਤੇ ਕੰਘਾ ਕਰਕੇ ਸੋ ਦੋਵੇਂ ਪਹਿਰ ਦਸਤਾਰ ਸਜਾਉਣੀ ਹੈ। ਸੋ ਹੋਰ ਵੀ ਰਹਿਤਨਾਮਿਆਂ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜਿਹੜੀ ਆਪਣੀ ਦਸਤਾਰ ਹੈ ਸੋ ਦਸਤਾਰ ਨੂੰ ਜਦੋਂ ਉਤਾਰਨਾ ਹੈ ਸੋ ਲੜ ਕਰਕੇ ਕੱਲਾ ਕੱਲਾ ਉਤਾਰਨਾ ਹੈ। ਉਸ ਤੋਂ ਬਾਅਦ ਵਿੱਚ ਉਹਨੂੰ ਚਿਣ ਕੇ ਰੱਖਣਾ ਹੈ, ਟੋਪੀ ਦੇ ਵਾਂਗੂ ਨਹੀਂ ਉਤਾਰਨੀ ਹੈ। ਦਸਤਾਰ ਦੀ ਜੋ ਹੈ ਬੇਅਦਬੀ ਹੈ। ਸੋ ਉਸ ਤੋਂ ਬਾਅਦ ਵਿੱਚ ਕਹਿੰਦੇ ਹਨ ਕਿ ਦੋਵੇਂ ਪਹਿਰ ਵੀ ਕੰਘਾ ਕਰਨਾ ਹੈ, ਕੰਘਾ ਨਾ ਕਰਨਾ ਇੱਕ ਆਲਸ ਦੀ ਨਿਸ਼ਾਨੀ ਹੈ। ਸੋ ਮਹਾਰਾਜ ਜੀ ਨੇ ਖਾਲਸੇ ਨੂੰ ਦੋਵੇਂ ਪਹਿਰ ਦਸਤਾਰ ਸਜਾਉਣਾ ਤੇ ਕੰਘਾ ਕਰਨ ਦੀ ਮਹਾਰਾਜ ਜੀ ਨੇ ਹੁਕਮ ਕੀਤਾ ਹੈ। ਪਿਓ ਸੁਦਾ ਓ ਖੇਲੋ ਸ਼ਿਕਾਰ, ਸ਼ਸਤਰ ਵਿਦਿਆ ਜਿਮ ਹੋਏ ਸੰਭਾਰ। ਉਹ ਕਹਿੰਦੇ ਕਿ ਮੈਂ ਹੁਣ ਜਿੱਦਾਂ ਜਿੱਦਾਂ ਵੀ ਹੁਣ ਮਹਾਰਾਜ ਜੀ ਦੀ ਬਾਣੀ ਪੜ੍ਹਨੀ ਹੈ ਸੋ ਉਸ ਤੋਂ ਬਾਅਦ ਵਿੱਚ ਆਪਣਾ ਸ਼ਕ ਸ਼ਕਾ ਕਰਕੇ ਸ਼ਿਕਾਰ ਵੀ ਕਰਨਾ ਹੈ, ਕਿਉਂਕਿ ਇਹ ਸ਼ਿਕਾਰ ਕਰਨਾ ਛਤਰੀਆਂ ਦੀ ਮਰਿਆਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਬੇਅੰਤ ਥਾਂ ਦੇ ਉੱਤੇ ਸ਼ਿਕਾਰ ਕੀਤਾ ਹੈ। ਸੋ ਸ਼ਿਕਾਰ ਕਰਨ ਦੇ ਨਾਲ ਆਪਣੀ ਯੁੱਧ ਕਲਾ ਦਾ ਪ੍ਰਦਰਸ਼ਨ ਹੁੰਦਾ ਹੈ। ਹੁਣ ਵੀ ਆਪਾਂ ਇਹਨਾਂ ਕੰਟਰੀਆਂ ਦੇ ਵਿੱਚ ਵੇਖਦੇ ਹਾਂ ਕਿ ਛੋਟੇ ਛੋਟੇ ਜਵਾਕਾਂ ਨੂੰ ਹੰਟਿੰਗ ਸਿਖਾਈ ਜਾਂਦੀ ਹੈ। ਸੋ ਉਸ ਦੀ ਟਿਕਟ ਹੁੰਦੀ ਹੈ, ਬਕਾਇਦਾ ਟ੍ਰੇਨਿੰਗ ਹੁੰਦੀ ਹੈ। ਸੋ ਪਰ ਮਹਾਰਾਜ ਜੀ ਨੇ ਆਪਾਂ ਨੂੰ ਜਿਹੜਾ ਇਹ ਬਾਣਾ ਦਿੱਤਾ ਗਿਆ ਹੈ ਇਹ ਤਾਂ ਹੈ ਹੀ ਇੱਕ ਛਤਰੀਆਂ ਦਾ ਬਾਣਾ। ਸੋ ਆਪਾਂ ਇਸ ਵਿਦਿਆ ਤੋਂ ਬਹੁਤ ਜ਼ਿਆਦਾ ਦੂਰ ਹੋ ਗਏ ਹਾਂ। ਸੋ ਆਪਾਂ ਨੂੰ ਜਿਹੜੇ ਮਹਾਰਾਜ ਜੀ ਦੇ ਦਿੱਤੇ ਹੋਏ ਰਵਾਇਤੀ ਸ਼ਸਤਰ ਸੋ ਅੱਜ ਕੱਲ੍ਹ ਦੇ ਸ਼ਸਤਰਾਂ ਦਾ ਵੀ ਅਭਿਆਸ ਕਰਨਾ ਚਾਹੀਦਾ ਹੈ। ਸੋ ਉਸ ਦਾ ਜ਼ਿਕਰ ਆਉਂਦਾ ਹੈ। ਕਰ ਝਟਕਾ ਬਕਰਨ ਕੋ ਖਈਓ, ਮੁਰਦਾ ਕੁੱਠੇ ਨਿਕਟ ਨਾ ਜਈਓ। ਮਹਾਰਾਜ ਜੀ ਕਹਿੰਦੇ ਸੀ ਕਿ ਛਤਰੀਆਂ ਦੀ ਜਿਹੜੀ ਮਰਿਆਦਾ ਹੈ ਬੱਕਰਾ ਝਟਕ ਕੇ ਛਕਣਾ ਸੋ ਉਹ ਵੀ ਛਕਦੇ ਹਨ। ਸੋ ਉਸ ਤੋਂ ਬਾਅਦ ਵਿੱਚ ਉਹ ਕਹਿੰਦੇ ਹਨ ਕਿ ਜਿਹੜੇ ਸਿੰਘ ਅੱਜ ਕੱਲ੍ਹ ਦੇ ਵੀ ਬਹੁਤ ਸਿੰਘ ਹਨ ਜਿਹੜੇ ਕਿ ਬਾਹਰ ਹੋਟਲਾਂ ਦੇ ਵਿੱਚ ਸੋ ਕਿਸੇ ਜਾ ਕੇ ਦੁਕਾਨਾਂ ਦੇ ਵਿੱਚ ਜਾ ਕੇ ਛਕਦੇ ਛਕਾਉਂਦੇ ਹਨ। ਸੋ ਉਹਨਾਂ ਦੇ ਬਾਰੇ ਮਹਾਰਾਜ ਜੀ ਨੇ ਕਿਹਾ ਹੈ ਕਿ ਆਪਦੇ ਹੱਥੀ ਝਟਕਾ ਕੇ ਹੀ ਛਕਣਾ ਹੈ। ਜੇ ਆਪਾਂ ਕੋਈ ਸਿਰ ਛਕਣ ਦਾ ਰਸ ਹੀ ਹੈ ਸੋ ਉੱਥੇ ਆਪਾਂ ਗਲਤ ਹਾਂ ਖਾਲਸਾ ਜੀ। ਸੋ ਉੱਥੇ ਮਹਾਰਾਜ ਜੀ ਨੇ ਕਿਹਾ ਹੈ ਕਿ ਆਪਣਾ ਸ਼ਿਕਾਰੀ ਵਿਦਿਆ ਸੋ ਇਦਾਂ ਝਟਕੇ ਦੀ ਵਿਦਿਆ ਦਾ ਵੀ ਆਪਾਂ ਅਭਿਆਸ ਕਰਨਾ ਹੈ। ਕੇਸਨ ਕੀ ਕੀਓ ਪ੍ਰਤਪਾਲ, ਨਹਿ ਉਸਤਰਨ ਕੋ ਕਟਿਓ ਬਾਰ। ਉਹ ਕਹਿੰਦੇ ਕਿ ਆਪਣੇ ਕੇਸਾਂ ਦੀ ਵੀ ਪੂਰੀ ਆਪਾਂ ਨੂੰ ਰੱਖਣੇ ਹਨ, ਰਹਿਤ ਰੱਖਣੀ ਹੈ ਮਹਾਰਾਜ ਜੀ। ਵੀ ਜਿਹੜੇ ਕੇਸ ਹਨ ਇਹ ਕੇਸ ਗੁਰੂ ਦੀ ਮੋਹਰ ਹਨ। ਸੋ ਇਹ ਕੇਸਾਂ ਨੂੰ ਕਦੇ ਵੀ ਕਿਸੇ ਨੇ ਉਸ ਤਰ੍ਹਾਂ ਨਹੀਂ ਲਾਉਣਾ। ਸੋ ਕਿਸੇ ਨੇ ਨਾ ਹੀ ਕੋਈ ਕਿਸੇ ਧਾਗੇ ਦਾ ਕੋਈ ਰੋਮ ਪੁੱਟਣਾ ਹੈ ਜਾਂ ਕਿਸੇ ਵੀ ਤਰ੍ਹਾਂ ਆਪਣੇ ਕਿਸੇ ਰੋਮ ਨੂੰ ਛੇਦਣਾ ਨਹੀਂ ਹੈ। ਪਿਤਰਨ ਕਰਮ ਸੋ ਛੋਰਨ ਕਰਨੋ, ਰੱਖਿਓ ਧਿਆਨ ਸੋ ਮਦ ਗੁਰ ਚਰਨੋ। ਉਹ ਕਹਿੰਦੇ ਕਿ ਪਹਿਲਾਂ ਜਿਹੜੀ ਮਰਿਆਦਾ ਹੁੰਦੀ ਹੈ ਕਿ ਪਿੱਤਰਾਂ ਦੇ ਬਹਾਨੇ ਤੁਹਾਡੇ ਦੇ ਕੋਲੋਂ ਬਹੁਤ ਜ਼ਿਆਦਾ
ਜਿਹੜਾ ਅੰਨ ਹੈ ਸੋ ਉਸ ਸਮੇਂ ਦੇ ਧਾਰਮਿਕ ਢਾਂਚੇ ਦੇ ਵੱਲੋਂ ਖਰੀਦਿਆ ਜਾਂਦਾ ਸੀ। ਸੋ ਇਸ ਕਰਕੇ ਮਹਾਰਾਜ ਜੀ ਨੇ ਕਿਹਾ ਸੀ ਕਿ ਜਿਹੜਾ ਆਪਣਾ ਤੁਸੀਂ ਇਹ ਧਨ ਹੈ ਆਪਣਾ ਜਿਹੜਾ ਇਦਾਂ ਹੈ ਜੇ ਪਿੱਤਰ ਪੂਜਾ ਨਹੀਂ ਕਰਨੀ ਹੈ। ਸੋ ਉੱਥੇ ਕਹਿੰਦੇ ਹਨ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਮਰਿਆਦਾ ਨਹੀਂ ਰੱਖਣੀ, ਸਿਰਫ ਇੱਕ ਮਹਾਰਾਜ ਜੀ ਦੀ ਜੋ ਗੁਰਮਤਿ ਦੇ ਅਨੁਕੂਲ ਮਰਿਆਦਾ ਹੈ ਸੋ ਉਹਦਾ ਹੀ ਧਾਰਨ ਕਰਨਾ ਹੈ। पर और जो खोटे राहे तिनको लायो जरूर तनखाहे। ਉਹ ਕਹਿੰਦੇ ਕਿ ਜਿਹੜਾ ਕੋਈ ਮਾੜਾ ਕਰਮ ਕਰਦਾ ਹੈ, ਕਿਉਂਕਿ ਖਾਲਸਾ ਜੀ ਇਹ ਜਿਹੜਾ ਮਨੁੱਖ ਹੈ ਭੁੱਲਣਹਾਰ ਹੈ, ਸੋ ਇਹਨੇ ਪਹਿਲਾਂ ਵੀ ਕੋਈ ਗਲਤੀਆਂ ਕੀਤੀਆਂ ਹੁੰਦੀਆਂ ਹਨ। ਸੋ ਵਰਤਮਾਨ ਸਮੇਂ ਦੇ ਵਿੱਚ ਕੋਈ ਗਲਤੀਆਂ ਕਰਦਾ ਹੈ, ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਹੁਤ ਗਲਤੀਆਂ ਕਰਦੇ ਹਨ। ਸੋ ਇਦਾਂ ਕੋਈ ਵੀ ਉਦੋਂ ਕਹਿੰਦੇ ਸਨ ਕਿ ਖਾਲਸਾ ਜੀ ਨੂੰ ਮਹਾਰਾਜ ਜੀ ਨੇ ਕਿਹਾ ਹੈ ਜੇ ਕੋਈ ਰਹਿਤ ਦੇ ਵਿੱਚ ਕੋਈ ਭੁੱਲ ਕਰੇ ਸੋ ਤੁਸੀਂ ਉਸ ਨੂੰ ਸੁਧਾਰਨਾ ਹੈ, ਉਸ ਨੂੰ ਯੋਗ ਦੰਡ ਦੇਣਾ ਹੈ। दोहरा करी जो सतगुर प्रथम विद सोई पुन विद कीन। ਉਹ ਕਹਿੰਦੇ ਕਿ ਜਿੱਦਾਂ ਜਿੱਦਾਂ ਮਹਾਰਾਜ ਜੀ ਨੇ ਪਰਮੇਸ਼ਰ ਨੇ ਵਿਦ ਬਣਾਈ ਹੈ, ਜਿੱਦਾਂ ਜਿੱਦਾਂ ਮਹਾਰਾਜ ਜੀ ਨੇ ਪਰਮੇਸ਼ਰ ਨੇ ਮਹਾਰਾਜ ਜੀ ਤੋਂ ਕਹਾਇਆ ਹੈ, ਸੋ ਕਿ ਮਹਾਰਾਜ ਜੀ ਵੀ ਇਹ ਬਚਨ ਕਰਦੇ ਸਨ ਕਿ ਮੈਂ ਜੋ ਵੀ ਆਪਣੇ ਮੁਖ ਤੋਂ ਬਚਨ ਕਰ ਰਿਹਾ ਹਾਂ ਜਾਂ ਜੋ ਮੈਂ ਕਾਰਜ ਕਰ ਰਿਹਾ ਹਾਂ ਇਹ ਮੈਂ ਆਪ ਨਹੀਂ ਕਰ ਰਿਹਾ, ਇਹ ਪਰਮੇਸ਼ਰ ਹੀ ਮੇਰੇ ਤੋਂ ਬੁਲਾਇਆ ਬੋਲਦਾ ਹੈ। ਸੋ ਪਰਮੇਸ਼ਰ ਹੀ ਮੇਰੇ ਦੇ ਕੋਲੋਂ ਕਰਵਾਉਂਦਾ ਹੈ। ਬਾਣੀ ਦੀ ਵੀ ਤੁਕ ਹੈ ਕਿ ਕਰਨ ਕਰਾਵਣੇ ਆਪੇ ਆ, ਭਾਵ ਕਿ ਜੋ ਵੀ ਇਸ ਪਰਮੇਸ਼ਰ ਇੱਕ ਜੀਵ ਦੇ ਕੋਲੋਂ ਕਰਵਾਉਂਦਾ ਹੈ ਉਹ ਉਸ ਦੇ ਹੁਕਮ ਦੇ ਵਿੱਚ ਹੀ ਕਰਵਾਉਂਦਾ ਹੈ। ਸੋ ਇਹ ਜਿਹੜੀ ਯੁਕਤੀ ਸਮਝਣੀ ਹੈ ਇਹ ਕੋਈ ਹੀ ਸਮਝ ਸਕਦਾ ਹੈ। पंज भुजंगी जो भये गुर उनते बाहुल लीन। ਸੋ ਉਸ ਤੋਂ ਬਾਅਦ ਵਿੱਚ ਮਹਾਰਾਜ ਜੀ ਨੇ ਕੀਤਾ ਜਿਹੜੇ ਪੰਜ ਭੁਜੰਗੀ ਸੀ, ਜਿਹੜੇ ਪੰਜ ਪਿਆਰੇ ਸੀ, ਸੋ ਉਹਨਾਂ ਨੂੰ ਕਿਹਾ ਮਹਾਰਾਜ ਜੀ ਨੇ ਕਿ ਖਾਲਸਾ ਜੀ ਤੁਸੀਂ ਹੁਣ ਮੇਰੇ ਗੁਰੂ ਹੋ, ਕਿਉਂਕਿ ਮਹਾਰਾਜ ਜੀ ਆਪਣੇ ਖਾਲਸੇ ਦੇ ਨਾਲ ਪ੍ਰੇਮ ਹੀ ਇੰਨਾ ਕਰਦੇ ਸਨ। ਮਹਾਰਾਜ ਜੀ ਬਚਨ ਕਰਦੇ ਸਨ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੈਂ ਉਹ ਕਰੋ ਨਿਵਾਸ। ਭਾਵ ਕਿ ਜੇ ਮੈਨੂੰ ਤੁਸੀਂ ਸਰੀਰਕ ਜਾਮੇ ਦੇ ਵਿੱਚ ਦੇਖਣਾ ਹੈ, ਮੇਰੇ ਇੱਕ ਸਰੀਰਕ ਮੈਨੂੰ ਦੇਖਣਾ ਹੈ ਕਿ ਮੈਂ ਦੇਖਣ ਨੂੰ ਕਿਹੋ ਜਿਹਾ ਲੱਗਦਾ ਹਾਂ, ਤੁਸੀਂ ਇੱਕ ਮੇਰੇ ਤਿਆਰ ਬਰ ਤਿਆਰ ਖਾਲਸੇ ਨੂੰ ਵੇਖ ਲਓ, ਇੱਕ ਤਿਆਰ ਬਰ ਤਿਆਰ ਸਿੰਘ ਨੂੰ ਵੇਖ ਲਓ। ਸੋ ਇਹ ਜਿਹੜਾ ਬਾਣਾ ਹੈ ਮਹਾਰਾਜ ਜੀ ਦਾ ਬਾਣਾ ਵੀ ਇਹੀ ਸੀ। ਮਹਾਰਾਜ ਵੀ ਇਦਾਂ ਹੀ ਦਸਤਾਰਾਂ ਸਜਾਉਂਦੇ ਸਨ, ਇਦਾਂ ਹੀ ਚੱਕਰ ਲਾਉਂਦੇ ਸਨ। ਸੋ ਇਹ ਜਿਹੜਾ ਬਾਣਾ ਹੈ ਇੱਕ ਛਤਰੀਆਂ ਦਾ ਬਾਣਾ ਹੈ। ਸੋ ਉੱਥੇ ਮਹਾਰਾਜ ਜੀ ਕਹਿੰਦੇ ਹਨ, ਮਹਾਰਾਜ ਜੀ ਕਹਿੰਦੇ ਕਿ ਖਾਲਸਾ ਜੀ ਮੈਂ ਤੁਹਾਨੂੰ ਅੰਮ੍ਰਿਤ ਦੀ ਦਾਤ ਦਿੱਤੀ ਹੈ, ਹੁਣ ਕਿਰਪਾ ਕਰੋ ਤੁਸੀਂ ਹੀ ਮੇਰੇ ਗੁਰੂ ਹੋ, ਮੈਂ ਹੀ ਤੁਹਾਡਾ ਚੇਲਾ ਹਾਂ। ਸੋ ਮੈਨੂੰ ਵੀ ਜਿਹੜੇ ਪੰਜ ਅੰਮ੍ਰਿਤ ਹੈ ਮੈਨੂੰ ਪੰਜ ਪਿਆਰੇ, ਤੁਸੀਂ ਮੈਨੂੰ ਇਹ ਅੰਮ੍ਰਿਤ ਦੀ ਦਾਤ ਬਖਸ਼ੋ। चौपई वही वर्तारे भुजंगन वर्तायो आपे गुर चेला कहवायो। ਉਸ ਤੋਂ ਬਾਅਦ ਵਿੱਚ ਮਹਾਰਾਜ ਜੀ ਨੇ ਉਹੀ ਜਿਹੜੇ ਪੰਜ ਪਿਆਰੇ ਸੀ ਉਹਨਾਂ ਦੇ ਕੋਲੋਂ ਦਾਤ ਲਈ, ਉਹਨਾਂ ਪੰਜਾਂ ਭੁਜੰਗੀਆਂ ਨੇ, ਪੰਜਾਂ ਸਿੰਘਾਂ ਨੇ। ਸੋ ਮਹਾਰਾਜ ਜੀ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਆਪ ਗੁਰੂ ਤੇ ਆਪ ਹੀ ਚੇਲਾ ਕਹਾਉਣ ਦਾ ਜਿਹੜਾ ਮਾਣ ਪ੍ਰਾਪਤ ਕੀਤਾ ਹੈ। यही आद हुत आयो वर्तारा जिम नानक गुर अंगद धारा। ਉਹ ਕਹਿੰਦੇ ਕਿ ਹੁਣ ਦੀ ਗੱਲ ਨਹੀਂ ਹੈ, ਇਹ ਆਦਿ ਕਾਲ ਤੋਂ ਹੀ ਚੱਲਿਆ ਆਉਂਦਾ ਹੈ। ਕਿੱਦਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਰਖ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਦਿੱਤੀ ਸੀ, ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜਿਹੜੀ ਗੱਦੀ ਦਿੱਤੀ ਸੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਿੱਦਾਂ ਪਰਖ ਕਰਕੇ ਦਿੱਤੀ ਸੀ। ਸੋ ਹੁਣ ਦੇ ਸਮੇਂ ਤੱਕ ਖਾਲਸਾ ਜੀ ਕੋਈ ਪਰਖ ਹੀ ਨਹੀਂ ਹੈ। ਸੋ ਇਹ ਤਾਂ ਹੁਣ ਆਪਣੇ ਉੱਤੇ ਹੀ ਹੈ, ਤੁਸੀਂ ਕਿੰਨਾ ਕੁ ਮਹਾਰਾਜ ਜੀ ਦੇ ਸੱਚ ਨੂੰ ਪਛਾਣੋ। ਜੇ ਪਰੇ ਹੁਣ ਸਮਾਂ ਹੁੰਦਾ ਭਾਈ ਮੰਝ ਦਾ, ਕਿਉਂਕਿ ਭਾਈ ਮੰਝ ਜੀ ਨੂੰ ਜਾਂ ਹੋਰ ਸਿੱਖਾਂ ਨੂੰ ਆਪਣੀ ਸਿੱਖੀ ਲੈਣ ਦੇ ਲਈ ਹੀ ਬਹੁਤ ਕੁਰਬਾਨੀਆਂ ਕਰਨੀਆਂ ਪਈਆਂ ਹਨ। ਸੋ ਕਿਤੇ ਇਹ ਜੋ ਇਤਿਹਾਸ ਆਵੇਗਾ ਭਾਈ ਮੰਝ ਜੀ ਦਾ ਜਾਂ ਇਹੋ ਜਿਹੇ ਸਿੱਖਾਂ ਦਾ, ਸੋ ਉਦੋਂ ਆਪਾਂ ਦੇਖਾਂਗੇ। ਸੋ ਇੱਥੇ ਹੁਣ ਮਹਾਰਾਜ ਜੀ ਕਹਿੰਦੇ ਹਨ ਕਿ ਮਹਾਰਾਜ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਪੰਜਾਂ ਸਿੰਘਾਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਤੇ ਮਹਾਰਾਜ ਜੀ ਹੁਣ ਅੱਗੇ ਜੋ ਬਚਨ ਕਰਦੇ ਹਨ ਉਹ ਭਾਈ ਰਤਨ ਸਿੰਘ ਜੀ ਇਦਾਂ ਦੱਸਦੇ ਹਨ। पियो पहल गुर बचन निवारी भयो खालसो वडकल धारी। ਉਹ ਕਹਿੰਦੇ ਕਿ ਮਹਾਰਾਜ ਜੀ ਨੇ ਜੋ ਬਚਨ ਕੀਤਾ ਸੀ ਕਿ ਤੁਸੀਂ ਹੀ ਮੇਰੇ ਗੁਰੂ ਹੋ ਤੇ ਮੈਂ ਹੀ ਤੁਹਾਡਾ ਚੇਲਾ ਹਾਂ ਤੇ ਮੈਂ ਹੀ ਤੁਹਾਡਾ ਗੁਰੂ ਹੈ। ਖਾਲਸੇ ਤੇ ਆਪਣੇ ਦੇ ਵਿੱਚ ਕੋਈ ਵੀ ਫਰਕ ਨਹੀਂ ਕੀਤਾ ਮਹਾਰਾਜ ਜੀ ਨੇ। ਜਿਹੜਾ ਬਾਣਾ ਸਰੂਪ ਮਹਾਰਾਜ ਜੀ ਨੇ ਆਪ ਲਿਆ ਹੈ ਸੋ ਉਹੀ ਸਰੂਪ ਮਹਾਰਾਜ ਜੀ ਨੇ ਖਾਲਸੇ ਨੂੰ ਦਿੱਤਾ ਹੈ। ਹੁਣ ਦੇ ਸਮੇਂ ਵੀ ਆਪਾਂ ਵੇਖ ਸਕਦੇ ਹਾਂ ਕਿਸੇ ਵੀ ਕੋਈ ਵੀ ਧਾਰਮਿਕ ਆਗੂ ਨੇ ਕਿਸੇ ਨੇ ਵੀ ਉਸ ਦਾ ਆਪ ਦਾ ਸਰੂਪ ਨਹੀਂ ਦਿੱਤਾ। ਸੋ ਕੋਈ ਵੀ ਅੱਜ ਦੇ ਸਮੇਂ ਕੋਈ ਵੀ ਆਪਣੇ ਸੀਸ ਦੇ ਉੱਤੇ ਜਟਾਵਾਂ ਨਹੀਂ ਰੱਖ ਕੇ ਫਿਰਦਾ ਜਿਵੇਂ ਉਹਨਾਂ ਦੇ ਧਾਰਮਿਕ ਉਹ ਕਰਦੇ ਸਨ। ਪਰ ਮਹਾਰਾਜ ਜੀ ਨੇ ਆਪਣਾ ਜੋ ਬਾਣਾ ਹੈ ਜਿੱਦਾਂ ਉਹ ਘੋੜੇ ਦੇ ਉੱਤੇ ਆਪ ਜਾਂਦੇ ਸਨ ਉਹੀ ਮਰਿਆਦਾ ਮਹਾਰਾਜ ਜੀ ਨੇ ਖਾਲਸੇ ਨੂੰ ਦਿੱਤੀ ਹੈ। साल 52 पर 17 सही
ਬੁੱਧਵਾਰ ਬਸਾਖੈ ਪੰਥ ਉਤਪਤ ਉਹ ਭਈ। ਕਹਿੰਦੇ ਕਿ 1752 ਦੀ ਗੱਲ ਹੈ, ਬਿਕਰਮੀ ਸੰਮਤ ਦੀ ਗੱਲ ਹੈ ਕਿ ਜਦੋਂ ਇਹ ਅੰਮ੍ਰਿਤ ਦੀ ਸਾਜਨਾ, ਖਾਲਸੇ ਦੀ ਸਾਜਨਾ ਕੀਤੀ ਹੈ। ਖਾਲਸੇ ਪੰਥ ਪ੍ਰਸਰਨ ਕੀ ਸਾਖੀ ਦੋਹਰਾ। ਉਸ ਦਿਵਸ ਤੇ ਖਾਲਸੇ ਲੱਗਿਓ ਪਸਾਰੋ ਹੋਣ। ਉਹ ਕਹਿੰਦੇ ਕਿ ਹੁਣ ਉਸ ਤੋਂ ਬਾਅਦ ਵਿੱਚ ਕੀ ਹੋਇਆ, ਤੇ ਜਿੰਨੀ ਵੀ ਖਾਲਸੇ ਦੀ ਸਾਜਨਾ ਹੋਈ ਆ, ਤੋਂ ਉਸ ਤੋਂ ਬਾਅਦ ਦੇ ਵਿੱਚ ਉਹ ਕਹਿੰਦੇ ਕਿ ਖਾਲਸੇ ਦੇ ਵਿੱਚ ਵਾਧਾ ਹੋਣ ਲੱਗ ਪਿਆ। ਹੁਣ ਕਿੱਦਾਂ ਵਾਧਾ ਹੁੰਦਾ ਹੈ, ਉਹ ਅੱਗੇ ਮਹਾਰਾਜ ਦੱਸਦੇ ਹਨ। ਪੰਜ ਪਚਾਸਨ ਸੈਕੜੇ ਰਲਲਤ ਸਿੰਘ ਖਲੋਨ। ਉਹ ਕਹਿੰਦੇ ਕਿ ਇਸ ਤੋਂ ਬਾਅਦ ਵਿੱਚ ਜਿੰਨੇ ਵੀ ਆ ਪੰਥ ਦੇ ਵਿੱਚ ਜਿੰਨੇ ਵੀ ਪੰਜ ਸਿੰਘ ਸੀ, ਸੋ ਪੰਜ ਸਿੰਘਾਂ ਨੇ ਅੱਗੇ ਪੰਜ ਸਿੰਘ ਸਾਜਣਾ ਹੈ। ਸੋ ਉਸ ਤੋਂ ਬਾਅਦ ਵਿੱਚ ਇਦਾਂ ਹੀ ਪੰਜ ਸਿੰਘ ਅੱਗੇ ਦੀ ਅੱਗੇ ਆਪਣੇ ਪੰਜ ਸਿੰਘ ਤਿਆਰ ਕਰਦੇ ਹਨ। ਸੋ ਇਦਾਂ ਅੱਗੇ ਪੰਥ ਦਾ ਵਾਧਾ ਹੁੰਦਾ ਹੈ। ਚਉਪਈ ਯੋ ਸਤਿਗੁਰ ਕਮ ਸਭ ਖਾਲਸਾ ਦਿਓ। ਮੁਖਤਿਆਰ ਖਾਲਸਾ ਸਭ ਠਾਕੀਓ। ਉਹ ਕਹਿੰਦੇ ਕਿ ਮਹਾਰਾਜ ਜੀ ਨੇ ਇੱਕ ਹੀ ਕੰਮ ਕਾਰਜ ਦਿੱਤਾ ਹੈ ਕਿ ਤੁਸੀਂ ਅੱਗੇ ਦੀ ਅੱਗੇ ਆਪਣੇ ਖਾਲਸੇ ਦੀ ਜੋ ਫੌਜ ਹੈ ਉਸ ਦੇ ਵਿੱਚ ਵਾਧਾ ਕਰਨਾ ਹੈ। ਸੋ ਗੁਰਮਤਿ ਦਾ ਅਸਲ ਪ੍ਰਚਾਰ ਕਰਕੇ ਅਸਲ ਦੇ ਵਿੱਚ ਜੋ ਸੱਚ ਹੈ ਪਰਮੇਸ਼ਰ ਦਾ, ਪਖੰਡਵਾੜ ਜਦ ਇਸ ਤੋਂ ਦੂਰ ਕਰਕੇ ਇੱਕ ਖਾਲਸੇ ਨੂੰ ਖਾਲਸ ਬਣਾਉਣਾ ਹੈ, ਸ਼ੁੱਧ ਬਣਾਉਣਾ ਹੈ। ਇਹੀ ਕਾਰਜ ਇੱਕ ਪਰਮੇਸ਼ਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦਿੱਤਾ ਸੀ। ਸੋ ਅੱਗੇ ਹੀ ਉਹ ਕਾਰਜ ਮਹਾਰਾਜ ਜੀ ਆਪਣੇ ਖਾਲਸੇ ਨੂੰ ਦਿੰਦੇ ਹਨ। ਦੱਖਣ ਪੂਰਬ ਉੱਤਰ ਵਾਏ ਪੱਛਮ ਮਧ ਵੀ ਦੇ ਖਲਾਏ। ਉਹ ਕਹਿੰਦੇ ਕਿ ਦੱਖਣ ਜੇ ਉੱਤਰ ਜਾ ਵੱਖ-ਵੱਖ ਦਿਸ਼ਾ ਦੇ ਵਿੱਚ ਉਹਨਾਂ ਨੇ ਖਾਲਸੇ ਨੂੰ ਭੇਜਿਆ, ਤੇ ਉਸ ਦੇ ਵਿੱਚ ਅੱਗੇ ਜਾ ਕੇ ਅੱਗੇ ਦੀ ਅੱਗੇ ਪੱਛਮ ਦੇ ਵਿੱਚ ਵੀ, ਉਸ ਤੋਂ ਬਾਹਰ ਹੋਰ ਜਿੰਨੀਆਂ ਵੀ ਦਿਸ਼ਾਵਾਂ ਸਨ ਉਹਨਾਂ ਨੇ ਅੱਗੇ ਦੇ ਅੱਗੇ ਖਾਲਸੇ ਨੂੰ ਭੇਜਿਆ ਕਰਤਾ ਹੈ। ਦੋਹਰਾ ਅੰਮ੍ਰਿਤਸਰ ਪਟਣਾ ਵਿਖੈ ਜਾਹੇ ਜਾਹੇ ਗੁਰ ਨਿਜ ਠੌਰ। ਉਹ ਮਹਾਰਾਜ ਜੀ ਕਹਿੰਦੇ ਕਿ ਜਿਹੜਾ ਅੰਮ੍ਰਿਤਸਰ ਲਾਹੌਰ ਦੇ ਵਿੱਚ ਵੀ ਮਹਾਰਾਜ ਜੀ ਦੇ ਜਿਹੜੇ ਸੁਪੁੱਤਰ ਸਨ, ਸੋ ਅੱਗੇ ਅੱਗੇ ਪ੍ਰਚਾਰ ਕਰਨ ਜਾਂਦੇ ਸਨ। ਭੁਜੰਗੀ ਭੇਜੇ ਮੁਖਤਿਆਰ ਕਰ ਦਿਲਾਸਨ ਸਯੋ ਕਰ ਗੌਰ। ਉਹ ਕਹਿੰਦੇ ਕਿ ਅੱਗੇ ਦੀ ਅੱਗੇ ਉਹਨਾਂ ਨੇ ਬਹੁਤ ਭੁਜੰਗੀ ਭੇਜੇ, ਜਿਹੜੇ ਕਿ ਅੱਗੇ ਆ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਇੱਕ ਸਿੱਖੀ ਦਾ, ਇੱਕ ਮਹਾਰਾਜ ਜੀ ਦੇ ਅਸਲ ਬਾਣੇ ਦਾ ਪ੍ਰਚਾਰ ਕਰਦੇ ਸਨ। ਚੌਪਈ ਦਈ ਪ੍ਰਵਾਨਗੀ ਸਭ ਗੁਰ ਠੌਰ। ਖੰਡੇ ਪਾਹੁਲ ਮਿਲੈ ਖੁਦ ਤੌਰ। ਉਹ ਕਹਿੰਦੇ ਮਹਾਰਾਜ ਜੀ ਨੇ ਅੱਗੇ ਦੀ ਅੱਗੇ ਅਥਾਰਟੀ ਦੇ ਦਿੱਤੀ ਕਿ ਤੁਸੀਂ ਹੁਣ ਇੱਥੇ ਆਉਣ ਦੀ ਮੇਰੇ ਕੋਲ ਹਜੇ ਲੋੜ ਨਹੀਂ ਹੈ, ਜਦੋਂ ਮੈਂ ਬੁਲਾਵਾਂਗਾ ਤੁਸੀਂ ਉਦੋਂ ਹੀ ਆਇਓ। ਉਸ ਤੋਂ ਪਹਿਲਾਂ ਜਾ ਕੇ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਅੱਗੇ ਦੀ ਅੱਗੇ ਤੁਸੀਂ ਆਪਦੇ ਪੰਜ ਸਿੰਘ ਤਿਆਰ ਕਰਕੇ ਸੋ ਅੰਮ੍ਰਿਤ ਸੰਚਾਰ ਕਰ ਸਕਦੇ ਹਨ। ਪਹਿਲਾਂ ਇਹ ਕਿਸੇ ਨੂੰ ਹੁਕਮ ਨਹੀਂ ਸੀ ਹੁੰਦਾ ਕਿ ਜਣਾ ਖਣਾ ਜਾ ਕੇ ਕੋਈ ਅੰਮ੍ਰਿਤ ਸੰਚਾਰ ਕਰ ਜਾਵੇ, ਪਰ ਹੁਣ ਦੇ ਸਮੇਂ ਇਸ ਕਰਕੇ ਹੀ ਆਪਣੇ ਪੰਥ ਦੇ ਵਿੱਚ ਬਹੁਤ ਜ਼ਿਆਦਾ ਦੁਵਿਧਾਵਾਂ ਹਨ। ਸੋ ਇੱਥੇ ਮਹਾਰਾਜ ਜੀ ਨੇ ਅੱਗੇ ਦੀ ਅੱਗੇ ਜਿਹੜੀ ਸੀ ਉਹ ਅਥਾਰਟੀ ਦੇ ਦਿੱਤੀ ਖਾਲਸੇ ਨੂੰ ਕਿ ਤੁਸੀਂ ਜਾ ਕੇ ਆਪਣੇ ਬਾਣੇ ਦੇ ਲਈ, ਪ੍ਰਚਾਰ ਦੇ ਲਈ ਸੋ ਅੰਮ੍ਰਿਤ ਸੰਚਾਰ ਵੱਧ ਤੋਂ ਵੱਧ ਕਰਨੇ ਸ਼ੁਰੂ ਕਰ ਦਵੋ। ਜਹ ਜਹ ਪੰਜ ਭੁਜੰਗੀ ਹੋਏ ਗੁਰਦੁਆਰਾ ਤੁਲ ਮੰਨ ਲਿਓ ਸੋਏ। ਉਹ ਕਹਿੰਦੇ ਕਿ ਜਿੱਥੇ ਜਿੱਥੇ ਪੰਜ ਸਿੰਘ ਹੋਊਗੇ ਉੱਥੇ ਉੱਥੇ ਤੁਸੀਂ ਆਪਣੇ ਗੁਰਦੁਆਰੇ ਬਣਾਉਣੇ ਸ਼ੁਰੂ ਕਰ ਦਵੋ। ਪੰਜ ਭੁਜੰਗੀ ਜਹ 71 ਹੋਏ ਬੇਸ਼ੱਕ ਪਾਹੁਲ ਕਰ ਪਿਆਵੈ ਸੋਏ। ਉਹ ਕਹਿੰਦੇ ਕਿ ਜਿੱਥੇ ਜਿੱਥੇ ਪੰਜ ਸੰਗੀ ਹੋਊਗੇ, ਜਿੱਥੇ ਜਿੱਥੇ ਪੰਜ ਭੁਜੰਗੀ ਹੋਊਗੇ, ਤਿਆਰ ਸਿੰਘ ਹੋਊਗੇ, ਉੱਥੇ ਮੈਂ ਵਾਸ ਕਰੂੰਗਾ। ਉੱਥੇ ਜੇ ਪੰਜ ਸਿੰਘਾਂ ਦੇ ਕੋਲੋਂ ਜੋ ਵੀ ਤੁਸੀਂ ਅਰਦਾਸ ਕਰਵਾਉਂਗੇ ਸੋ ਤੁਹਾਡੀ ਅਰਦਾਸ ਪੂਰੀ ਹੋਵੇਗੀ। ਗੁਰਦੁਆਰਨ ਚੜਾਵੈ ਸਿੰਘ ਹੀ ਖਾਏ ਜੇ ਬਚ ਰਹਿ ਤਉ ਮੈਂ ਪਹੁੰਚਾਏ। ਉਹ ਕਹਿੰਦੇ ਕਿ ਤੁਸੀਂ ਮੇਰੇ ਖਾਲਸੇ ਨੂੰ ਹੀ ਮਾਇਆ ਦੇਣੀ ਹੈ। ਆਮ ਸੰਗਤ ਨੂੰ ਮਹਾਰਾਜ ਜੀ ਨੇ ਹੁਕਮ ਦਿੱਤਾ ਕਿ ਜਿੱਥੇ ਵੀ ਮੇਰਾ ਤਿਆਰ ਖਾਲਸਾ ਹੋਵੇਗਾ ਸੋ ਉੱਥੇ ਤੁਸੀਂ ਇਹ ਜਿਹੜੀ ਮਾਇਆ ਹੈ ਸੋ ਉੱਥੇ ਆਪਦੇ ਉਹ ਜਿੰਨੇ ਮੇਰੇ ਤਿਆਰ ਖਾਲਸੇ ਨੂੰ ਦਵੋ। ਸੋ ਜੇ ਉੱਥੋਂ ਕੋਈ ਮਾਇਆ ਬਚ ਜਾਵੇ ਤਾਂ ਉਹ ਮਾਇਆ ਮੇਰੇ ਤੱਕ ਪਹੁੰਚਣੀ ਕਰੋ। ਜੇ ਬਚ ਰਹਿ ਤਉ ਮੈਂ ਪਹੁੰਚਾਏ ਦਏ ਚਿੱਠੇ ਵਲ ਸੰਗਤ ਕਲ ਖੰਡੇ ਪਾਹੁਲ ਆਏ ਚੱਲ। ਉਹ ਕਹਿੰਦੇ ਕਿ ਚਿੱਠੀਆਂ ਜਿੰਨੀਆਂ ਵੀ ਚਿੱਠੀਆਂ ਸੀ ਮਹਾਰਾਜ ਜੀ ਨੇ ਵੱਖ-ਵੱਖ ਦਿਸ਼ਾਵਾਂ, ਵੱਖ-ਵੱਖ ਪਿੰਡਾਂ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਭੇਜ ਦਿੱਤੀਆਂ ਕਿ ਜਦੋਂ ਮੈਂ ਬੁਲਾਵਾਂਗਾ ਤਾਂ ਉਦੋਂ ਹੀ ਤੁਸੀਂ ਆਇਓ। ਤੇ ਉਸ ਤੋਂ ਬਾਅਦ ਉਹਨਾਂ ਸਮਾਂ ਤੁਸੀਂ ਖਾਲਸੇ ਦਾ ਪ੍ਰਚਾਰ ਕਰਨਾ ਹੈ। ਸੋ ਜਿੰਨਾ ਵੀ ਸਹਿਯੋਗ ਹੈ ਮੇਰੇ ਖਾਲਸੇ ਦਾ ਕਰਨਾ ਹੈ। ਖੰਡਾ ਪਾਹੁਲ ਪੀ ਹੋਵੇ ਤੇਜ ਤਾਰੀ ਲੋ ਤੁਰਕਨ ਕੋ ਅਬ ਤੁਮ ਮਾਰੀ। ਮਹਾਰਾਜ ਜੀ ਕਹਿੰਦੇ ਹਨ ਕਿ ਖੰਡੇ ਬਾਟੇ ਦੀ ਪੌਲ ਛਕ ਕੇ ਖਾਲਸੇ ਦੇ ਵਿੱਚ ਇੰਨਾ ਪ੍ਰਤਾਪ ਹੋ ਗਿਆ ਹੈ। ਉਸ ਉਹਨਾਂ ਨੂੰ ਚੇਤਾਵਨੀ ਦਿੰਦੇ ਹਨ ਇੱਕ ਤੁਰਕਾਂ ਨੂੰ ਕਿ ਜਿਹੜੇ ਵੀ ਉਹ ਜ਼ੁਲਮ ਕਰਦੇ ਸਨ, ਧੱਕੇ ਦੇ ਨਾਲ ਤਿਲਕ ਜੰਜੂ ਨੂੰ ਲਾਉਂਦੇ ਸਨ, ਸੋ ਧਰਮ ਪਰਿਵਰਤਨ ਕਰਦੇ ਸਨ, ਉਹਨਾਂ ਨੂੰ ਕਹਿੰਦੇ ਹੈ ਕਿ ਹੁਣ ਮੇਰਾ ਖਾਲਸਾ ਪ੍ਰਗਟ ਹੋਵੇਗਾ। ਖੰਡਾ ਪਾਹੁਲ ਮੈਂ ਭਈ ਅਬ ਕਲਾ
ਤੁਰਕ ਜਾਓਗ ਨੱਠ ਪੰਥ ਅਟਲਾ। ਉਹ ਕਹਿੰਦੇ ਕਿ ਜਿੰਨੇ ਜਿੱਥੇ ਜਿੱਥੇ ਵੀ ਮੇਰਾ ਖਾਲਸਾ ਪੰਥ ਜਾਵੇਗਾ ਉੱਥੇ ਉੱਥੇ ਤੁਰਕਾਂ ਨੂੰ ਭਾਜਣਾ ਪਾਵੇਗਾ। ਦੋਹਰਾ ਸਤਿਗੁਰ ਕੀ ਨੇ ਬਚਨ ਜੋ ਸੋ ਲਏ ਮਝੈਲਨ ਮਨ। ਜਿਹੜੇ ਉਹ ਸਤਿਗੁਰਾਂ ਦੇ ਬਚਨ ਸਨ, ਸਾਰਿਆਂ ਨਾਲੋਂ ਪਹਿਲਾਂ ਮਝੈਲ ਦੇ ਜਿਹੜੇ ਮਝੈਲਣ ਸਨ, ਜਿਹੜੇ ਮਝੈਲੀ ਸਿੰਘ ਸਨ, ਸੋ ਉਹਨਾਂ ਨੇ ਮੰਨ ਲਏ। ਔਰਨ ਵੀ ਜਿਨ ਕੀਨ ਮੰਨੇ ਭਏ ਭਾਗ ਉਨ ਧਨ। ਉਹ ਕਹਿੰਦੇ ਕਿ ਹੋਰ ਵੀ ਉਹਨਾਂ ਤੋਂ ਬਾਅਦ ਦੇ ਵਿੱਚ ਕਿਉਂਕਿ ਪਹਿਲ ਜਿਹੜੀ ਕੀਤੀ ਸੀ ਮਹਾਰਾਜ ਜੀ ਦੇ ਬਚਨ ਮੰਨਣ ਦੀ, ਉਹ ਮਝੈਲਾਂ ਨੇ ਕੀਤੀ ਸੀ। ਸੋ ਉਸ ਤੋਂ ਬਾਅਦ ਦੇ ਵਿੱਚ ਇਹ ਜਿੰਨੇ ਵੀ ਬਾਕੀ ਸਾਰੇ ਇਸ ਇਲਾਕਿਆਂ ਦੇ ਸਿੰਘ ਸਨ, ਸੋ ਉਹਨਾਂ ਨੇ ਜਿਹੜੇ ਮਹਾਰਾਜ ਜੀ ਦੇ ਅਖੰਡੇ ਬਾਟੇ ਦੀ ਪੌਲ ਸੀ ਉਹ ਛਕਣਾ ਕੀਤਾ। ਚੌਪਈ ਇਮ ਖਾਲਸੇ ਪੰਥ ਭਇਓ ਉਤਪੰਨ ਦੇਖ ਸਤਿਗੁਰੂ ਬੈ ਹੋਏ ਪ੍ਰਸੰਨ। ਜਿੱਦਾਂ ਜਿੱਦਾਂ ਖਾਲਸੇ ਦਾ ਜਿਹੜਾ ਖਾਲਸਾ ਸਾਜਿਆ ਗਿਆ, ਮਹਾਰਾਜ ਜੀ ਦਾ ਪ੍ਰਗਟ ਹੁੰਦਾ ਰਿਹਾ, ਮਹਾਰਾਜ ਜੀ ਦੇਖ ਦੇਖ ਪ੍ਰਸੰਨ ਹੁੰਦੇ ਸਨ। ਸਤਿਗੁਰੂ ਖਾਲਸਾ ਸ਼ਸਤਰ ਫੜਾਵੈ ਭਾਂਤ ਭਾਂਤ ਪੋਸ਼ਾਕ ਪਹਿਰਾਵੈ। ਪਾਸ਼ਾ ਜੀ ਸਤਿਗੁਰਾਂ ਨੂੰ ਭਾਂਤ ਭਾਂਤ ਦੇ ਸ਼ਸਤਰ ਦਿੰਦੇ ਸਨ ਤੇ ਉਹਨਾਂ ਨੂੰ ਭਾਂਤ ਭਾਂਤ ਦੇ ਵਸਤਰ ਵੀ ਦਿੰਦੇ ਸਨ ਕਿ ਉਹ ਰਾਜਿਆਂ ਦੀ ਤਰ੍ਹਾਂ, ਇੱਕ ਛਤਰੀਆਂ ਦੀ ਤਰ੍ਹਾਂ ਲੱਗਣ। ਮਦ ਸਤਿਗੁਰ ਬਹਿ ਮੰਜੀ ਢਾਏ ਚੁਫੇਰੇ ਖੜਾ ਸਿੰਘ ਸ਼ਸਤਰ ਲਗਾਏ। ਮਹਾਰਾਜ ਜੀ ਉਹਨਾਂ ਦੇ ਮੱਧ ਦੇ ਵਿੱਚ ਬੈਠ ਜਾਂਦੇ ਸਨ, ਸੋ ਸਿੰਘ ਉਹਨਾਂ ਦੇ ਆਲੇ ਦੁਆਲੇ ਘੇਰਾ ਬਣਾ ਲੈਂਦੇ ਸਨ, ਸੋ ਸ਼ਸਤਰ ਦਾ ਅਭਿਆਸ ਕਰਦੇ ਸਨ। ਜਿਮ ਗੋਪਨ ਮਦਕਾਨ ਬਿਰਾਜੈ ਤਿਮ ਸਤਿਗੁਰ ਸਿੰਘਨ ਮਦ ਛਾਜੈ। ਭਾਈ ਰਤਨ ਸਿੰਘ ਜੀ ਭੰਗੂ ਇੱਥੇ ਆਪਣੀ ਕਾਵ ਦੀ ਜੋ ਬਖੂਬੀ ਹੈ ਉਹ ਦਿਖਾਉਂਦੇ ਹਨ ਕਿ ਮਹਾਰਾਜ ਜੀ ਏਦਾਂ ਸਿੰਘਾਂ ਦੇ ਵਿੱਚ ਸੋਭਦੇ ਹਨ ਜਿੱਦਾਂ ਗੋਪੀਆਂ ਦੇ ਵਿੱਚ ਬਿਠਾ ਕ੍ਰਿਸ਼ਨ ਸੋਭਦਾ ਹੈ। ਸੋ ਉੱਥੇ ਅੱਗੇ ਮਹਾਰਾਜ ਜੀ ਦਾ ਉਸ ਸਮੇਂ ਦਾ ਜੋ ਦ੍ਰਿਸ਼ ਹੈ, ਭਾਈ ਰਤਨ ਸਿੰਘ ਜੀ ਭੰਗੂ ਉਸ ਨੂੰ ਬਿਆਨ ਕਰਦੇ ਹਨ। ਕਵੈਦ ਕਰਾਵੇ ਸਿੰਘਨ ਦੁੜਾਏ ਕਿਤੇ ਚਫੇਰ ਦੇਖੈ ਖੜਵਾਏ। ਮਹਾਰਾਜ ਜੀ ਫੌਜੀਆਂ ਦੀ ਕਵੈਦ, ਜਿੱਦਾਂ ਕਵੈਦ ਹੁੰਦੀ ਹੈ, ਪਰੇਡ ਹੁੰਦੀ ਹੈ, ਕਿਉਂਕਿ ਫੌਜ ਦੇ ਵਿੱਚ ਵੀ, ਆਮ ਸੰਸਾਰੀ ਫੌਜ ਦੇ ਵਿੱਚ ਵੀ ਉਹ ਹਰ ਸਮੇਂ ਆਪਣੀ ਜਿੰਨੀ ਵੀ ਪ੍ਰੈਕਟਿਸ ਚੱਲਦੀ ਰਹਿੰਦੀ ਹੈ, ਸ਼ਸਤਰਾਂ ਦਾ ਅਭਿਆਸ ਕਰਦਾ ਰਹਿੰਦਾ ਹੈ, ਉਹ ਸਦਾ ਹੀ ਆਪਣੇ ਤਿਆਰ ਬਰ ਤਿਆਰ ਜੋ ਵਰਦੀ ਦੇ ਵਿੱਚ ਰਹਿੰਦੇ ਹਨ। ਇਸ ਕਰਕੇ ਮਹਾਰਾਜ ਜੀ ਨੇ ਖਾਲਸੇ ਨੂੰ ਫੌਜ ਬਣਾਇਆ ਗਿਆ ਹੈ, ਖਾਲਸਾ ਕਾਲ ਪੁਰਖ ਕੀ ਫੌਜ। ਸੋ ਇਸ ਕਰਕੇ ਮਹਾਰਾਜ ਜੀ ਨੇ ਕਿਹਾ ਹੈ ਕਿ ਜਿਹੜਾ ਵੀ ਮੇਰਾ ਖਾਲਸਾ ਫੌਜ ਹੈ ਸੋ ਉਹਨੂੰ ਇਹ ਵਰਦੀ ਪਾਉਣੀ ਪਵੇਗੀ। ਸੋ ਦੋ ਤਰ੍ਹਾਂ ਦੇ ਹਨ, ਇੱਕ ਖਾਲਸਾ ਫੌਜ ਹੁੰਦੀ ਹੈ, ਸੋ ਇੱਕ ਖਾਲਸਾ ਸਿੱਖ ਹੁੰਦੇ ਹਨ ਜਿਹਨੂੰ ਆਪਾਂ ਸਿਵਿਲਨ ਕਹਿ ਦਿੰਦੇ ਹਨ। ਸੋ ਉੱਥੇ ਮਹਾਰਾਜ ਜੀ ਫੌਜ ਦੀ ਵਰਦੀ ਨੂੰ ਕਹਿੰਦੇ ਹਨ ਕਿ ਮਹਾਰਾਜ ਜੀ ਫੌਜ ਦੀ ਪਰੇਡ ਕਰਾਉਂਦੇ ਰਹਿੰਦੇ ਸਨ, ਫੌਜ ਦਾ ਅਭਿਆਸ ਕਰਾਉਂਦੇ ਰਹਿੰਦੇ ਹਨ, ਸ਼ਸਤਰਾਂ ਬਸਤਰ ਕਿੱਦਾਂ ਚਲਾਉਣੇ ਹਨ, ਸੋ ਉਹਨਾਂ ਦਾ ਅਭਿਆਸ ਮਹਾਰਾਜ ਜੀ ਆਪਣੀ ਨਿਗਰਾਨੀ ਹੇਠ ਕਰਾਉਂਦੇ ਸਨ। ਕਿਸੇ ਬਹਾਲੇ ਦਏ ਉਠਾਏ ਕਿਸੇ ਉਠਾਵੇ ਕਿਸ ਦਏ ਨਸਾਏ। ਉਹ ਕਹਿੰਦੇ ਕਿ ਕੋਈ ਮਹਾਰਾਜ ਜੀ ਦੇ ਅੱਗੇ ਆ ਕੇ ਕਰਤੱਵ ਦਿਖਾਉਂਦਾ ਹੈ, ਕੋਈ ਮਹਾਰਾਜ ਜੀ ਦੇ ਪਿੱਛੇ ਜਾ ਕੇ ਦਿਖਾਉਂਦਾ ਹੈ। ਸੋ ਉਸ ਤੋਂ ਬਾਅਦ ਦੇ ਵਿੱਚ ਜਿੰਨੇ ਵੀ ਕਰਤੱਵ ਮਹਾਰਾਜ ਜੀ ਆਪਣੇ ਜਿਹੜੇ ਸਿੰਘਾਂ ਦੇ ਦੇਖਦੇ ਹਨ, ਸੋ ਅੱਗੇ ਉਹ ਬਿਆਨ ਕਰਦੇ ਹਨ। ਕਿਸੇ ਫੜਾਵੇ ਮੋਟੇ ਸੋਟੇ ਕਰੈ ਕੁਵਾਦ ਦੋਏ ਦੋਏ ਜੋਟੇ। ਉਹ ਕਹਿੰਦੇ ਹਨ ਕਿ ਉਹਨਾਂ ਨੂੰ ਕਈਆਂ ਨੂੰ ਤਾਂ ਮਹਾਰਾਜ ਜੀ ਨੇ ਕਈ ਸੋਟੇ ਫੜਾ ਦਿੱਤੇ ਹਨ, ਮੋਟੇ ਸਲੋਤਰ ਦੇ ਦਿੱਤੇ ਹਨ ਕਿ ਤੁਸੀਂ ਹੁਣ ਆਪਣੀਆਂ ਜੋਟੀਆਂ ਬਣਾ ਕੇ, ਆਪਣੀਆਂ ਟੀਮਾਂ ਬਣਾ ਕੇ ਆਪਸ ਦੇ ਵਿੱਚ ਅਭਿਆਸ ਕਰੋ। ਵਾਹਣ ਮਦ ਸਤਿਗੁਰ ਜਾ ਖੜਾ ਚੱਕ ਚੱਕ ਡੀਮਨ ਸੋ ਸਿੰਘ ਲੜੈ। ਮਹਾਰਾਜ ਜੀ ਜਦੋਂ ਜਾਂਦੇ ਹਨ, ਮਹਾਰਾਜ ਜੀ ਜੋ ਜਕਾਰੇ ਲਾਉਂਦੇ ਹਨ, ਹੌਸਲਾ ਦਿੰਦੇ ਹਨ, ਸੋ ਜਿੰਨੇ ਸਿੰਘ ਉਨੇ ਹੀ ਜੋਸ਼ ਦੇ ਵਿੱਚ ਆਪਸ ਦੇ ਵਿੱਚ ਅਭਿਆਸ ਕਰਦੇ ਹਨ। ਦੋਹਰਾ ਸੋਂਚੀ ਖੇਡੇ ਸਿੰਘ ਜਿਮ ਜੜੈ ਅੜੈ ਸੋ ਕਲਾਹ। ਉਹ ਕਹਿੰਦੇ ਕਿ ਜਿੱਦਾਂ ਉਹ ਖੇਡਦੇ ਸੀ, ਆਪਦੇ ਆਪਸ ਦੇ ਵਿੱਚ ਅਭਿਆਸ ਕਰਦੇ ਹਨ, ਉਹ ਨਾਲ ਦੇ ਪਿੰਡਾਂ ਵਾਲੇ ਖੜ ਖੜ ਦੇਖਦੇ ਸਨ। ਸੋ ਇਹ ਪਹਿਲਾਂ ਤੋਂ ਹੀ ਜਿੰਨੇ ਵੀ ਖਾਲਸੇ ਦਾ ਜਦੋਂ ਪ੍ਰਤਾਪ ਵੱਧਦਾ ਹੈ, ਸੋ ਆਮ ਸੰਸਾਰੀ ਲੋਕ ਖਾਲਸੇ ਨੂੰ ਦੇਖ ਦੇਖ ਕੇ ਉਹਨਾਂ ਦੇ ਵਿੱਚ ਬਹੁਤ ਸਾੜਾ ਆਉਂਦਾ ਹੈ। ਸੋ ਜਿਹੜੇ ਆ ਦ੍ਰਿਸ਼ ਹੈ, ਜਦੋਂ ਸਾਰੇ ਆਲੇ ਦੁਆਲੇ ਦੇ ਪਿੰਡ ਖਾਲਸੇ ਨੂੰ ਏਦਾਂ ਅਭਿਆਸ ਕਰਦੇ, ਏਦਾਂ ਖੁਸ਼ੀਆਂ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਹੱਸਦੇ ਖੇਡਦੇ ਦੇਖਦੇ ਸਨ, ਉਹਨਾਂ ਨੂੰ ਕੀ ਸਾੜਾ ਹੁੰਦਾ ਹੈ। ਸਤਿਗੁਰ ਦੇਖ ਖੁਸ਼ੀਆ ਕਰੈ ਦੇ ਮਲਕ ਜਗੀਰੈ ਲਾਏ। ਮਹਾਰਾਜ ਜੀ ਨੇ ਇਹ ਖੁਸ਼ੀ ਵੇਖ ਕੇ ਖਾਲਸੇ ਦੇ ਵਿੱਚ, ਜਿਹੜਾ ਕਿ ਖਾਲਸਾ ਆਪਸ ਦੇ ਵਿੱਚ ਹੱਸਦਾ ਖੇਡਦਾ ਸੀ, ਬਾਣੀ ਪੜ੍ਹਦਾ ਸੀ, ਆਪਸ ਦੇ ਵਿੱਚ ਜਿੱਦਾਂ ਵੀ ਸੀ ਤਿਆਰ ਬਰ ਤਿਆਰ ਆਪਣੇ ਪੈਰੇ ਦੇ ਵਿੱਚ ਰਹਿ ਕੇ ਇੱਕ ਬਾਣੀ ਦਾ ਤੇ ਇੱਕ ਪਰਮੇਸ਼ਰ ਦੇ ਹੁਕਮ ਦਾ ਪ੍ਰਚਾਰ ਕਰਦਾ ਸੀ। ਸੋ ਮਹਾਰਾਜ ਜੀ ਨੇ ਖੁਸ਼ੀ ਦੇ ਵਿੱਚ ਮਹਾਰਾਜ ਜੀ ਨੇ ਖਾਲਸੇ ਨੂੰ ਬਚਨ ਕੀਤਾ ਹੈ ਕਿ ਮੰਗੋ ਕੀ ਤੁਸੀਂ ਮੇਰੇ ਤੋਂ ਮੰਗਦੇ ਹੋ, ਕਿ ਮੇਰੇ ਦੇ ਉੱਤੇ ਪਰਮੇਸ਼ਰ ਜੋ ਮੈਂ ਕਹੂੰਗਾ ਉਹ ਪਰਮੇਸ਼ਰ ਤੁਹਾਨੂੰ ਜ਼ਰੂਰ ਦੇਵੇਗਾ।
ਜਹ ਜਹ ਤੁਮਰੋ ਅਨਪਤੀ ਆਏ ਸੋ ਸੋ ਤੁਮ ਦਿਆਗ ਲਿਆਏ। ਉਹ ਕਹਿੰਦੇ ਕਿ ਜੋ ਜੋ ਵੀ ਤੁਹਾਡਾ ਦਿਲ ਕਰਦਾ ਹੈ ਤੁਸੀਂ ਉਹ ਮੈਨੂੰ ਦੱਸੋ, ਉਹੀ ਮੈਂ ਤੁਹਾਨੂੰ ਦੇਵਾਂਗਾ। ਸੁਨਤ ਬਚਨ ਗਿਰ ਨੇਰੇ ਪਏ ਚਾਹੇ ਪੰਜਾਬ ਅਬ ਹਮ ਮਲ ਲਏ। ਮਹਾਰਾਜ ਜੀ ਤੇ ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਹਨ ਕਿ ਉਹ ਜਿਹੜੇ ਗਰੀਬ ਸਿੱਖ ਸਨ, ਕਿਉਂਕਿ ਮਹਾਰਾਜ ਜੀ ਦੀ ਜਿਹੜੀ ਫੌਜ ਹੈ ਉਹ ਗਰੀਬ ਸਿੱਖ ਦੀ ਫੌਜ ਹੈ, ਸੋ ਮਾਇਆ ਦੇ ਨਾਲ ਕੋਈ ਪ੍ਰੇਮ ਨਹੀਂ ਹੋਣਾ, ਮਾਇਆ ਤੋਂ ਹਮੇਸ਼ਾ ਅਲਿਪਤ ਰਹਿਣਾ, ਇਹ ਮਹਾਰਾਜ ਜੀ ਦੀ ਫੌਜ ਦੇ ਹਿੱਸੇ ਹੀ ਆਇਆ ਹੈ। ਮਾਇਆ ਚਾਹੇ ਉਹਨਾਂ ਦੇ ਕੋਲ ਖਜ਼ਾਨੇ ਭਰੇ ਵੀ ਰਹਿਣ ਚਾਹੇ ਖਜ਼ਾਨੇ ਖਾਲੀ ਵੀ ਹੋਣ, ਸੋ ਇੱਕ ਹੀ ਅਵਸਥਾ ਰਹਿੰਦੀ ਹੈ। ਸੋ ਉਹਨੂੰ ਮਹਾਰਾਜ ਜੀ ਨੇ ਅਸਲ ਨਿਹੰਗ ਸਿੰਘ ਲਿਖਿਆ ਹੈ। ਨਿਹੰਗ ਦਾ ਮਤਲਬ ਹੀ ਹੈ ਕਿ ਹੰਗਤਾ ਤੋਂ ਰਹਿਤ ਹੋਣਾ, ਨਿਰਮਲ ਭਉ ਹੋਇਓ ਨਿਹੰਗਾ, ਭਾਵ ਕਿ ਇੱਕ ਡਰ ਤੋਂ ਰਹਿਤ, ਇੱਕ ਵੈਰ ਤੋਂ ਰਹਿਤ, ਇੱਕ ਸਿਰਫ ਪਰਮੇਸ਼ਰ ਦੇ ਨਾਲ ਜਿਹੜਾ ਪ੍ਰੇਮ ਹੈ, ਸਾਰੀ ਸ੍ਰਿਸ਼ਟੀ ਨੂੰ ਸਮ ਕਰ ਜਾਣਨਾ ਹੈ। ਸੋ ਉਸ ਅਵਸਥਾ ਨੂੰ ਮਹਾਰਾਜ ਜੀ ਨੇ ਨਿਹੰਗ ਲਿਖਿਆ ਹੈ। ਸੋ ਅੱਗੇ ਕਹਿੰਦੇ ਹਨ ਕਿ ਮਹਾਰਾਜ ਜੀ ਜਿਹੜੇ ਉਹ ਗਰੀਬ ਸਿੱਖ ਸਨ, ਸੋ ਨੇੜੇ ਹੀ ਆਪਣੇ, ਉਹ ਕਹਿੰਦੇ ਉਹਨਾਂ ਨੇ ਬਾਹਲੀ ਇੱਛਾ ਨਹੀਂ ਕੀਤੀ, ਸੋ ਉਹ ਕਹਿੰਦੇ ਹਨ ਕਿ ਸਿਰਫ ਮਹਾਰਾਜ ਸਾਨੂੰ ਪੰਜਾਬ ਦਾ ਹੀ ਰਾਜ ਦੇ ਦੇਵੋ, ਇੰਨੇ ਰਾਜ ਦੇ ਵਿੱਚ ਹੀ ਖਾਲਸਾ ਬਹੁਤ ਖੁਸ਼ ਰਹੇਗਾ। ਸਤਿਗੁਰ ਕਹਿਓ ਮੰਗੋ ਦੇਸ ਭਲ ਦੱਖਣ, ਮੰਗੋ ਪਹਾੜ ਉਹ ਪੂਰਬ ਪੱਛਮ। ਉਹ ਕਹਿੰਦੇ ਕਿ ਤੂੰ ਖਾਲਸਾ ਜੀ ਭਾਵੇਂ ਤੁਸੀਂ ਇੰਨੇ ਥੋੜੀ ਦੀ ਇੱਛਾ ਨਾ ਕਰੋ, ਮੇਰੇ ਤੋਂ ਭਾਵੇਂ ਤੁਸੀਂ ਪਹਾੜ ਮੰਗ ਲਓ, ਮੇਰੇ ਤੋਂ ਭਾਵੇਂ ਕੋਈ ਦੱਖਣ ਦੇਸ਼ ਮੰਗ ਲਓ, ਉਹ ਵੀ ਮੈਂ ਸਾਰਾ ਤੁਹਾਨੂੰ ਦੇ ਦੇਵਾਂਗਾ। ਪਰ ਖਾਲਸਾ ਜੀ ਜਿੰਨੇ ਵੀ ਮਹਾਰਾਜ ਜੀ ਦੇ ਸਿੱਖ ਸਨ, ਸੋ ਉਹਨਾਂ ਦੀ ਪਰਮੇਸ਼ਰ ਦੇ ਪਿਆਰ ਤੋਂ ਇਲਾਵਾ ਕੋਈ ਮੰਗ ਨਹੀਂ ਸੀ। ਸੋ ਉਹਨਾਂ ਨੇ ਸਿਰਫ ਤੇ ਸਿਰਫ ਇੱਕ ਥੋੜੇ ਬਹੁਤੇ ਪੰਜਾਬ ਦੀ ਹੀ ਮੰਗ ਕੀਤੀ। ਸਿੰਘ ਕਹਿ ਹਮ ਦੂਰ ਕਿਮ ਜਾਵੈ, ਮਦ ਪੰਜਾਬ ਹੈ ਰਾਜ ਕਮਾਵੈ। ਉਸ ਸਮੇਂ ਦੇ ਸਿੰਘ ਕਹਿੰਦੇ ਕਿ ਅਸੀਂ ਦੂਰ ਕਿੱਥੇ ਜਾਵਾਂਗੇ, ਭਾਵ ਕਿ ਉਸ ਸਮੇਂ ਦਾ ਜਿਹੜਾ ਜੀਵਨ ਸੀ ਉਹ ਬਹੁਤ ਜ਼ਿਆਦਾ ਸੀਮਿਤ ਸੀ। ਸੋ ਉਸ ਸਮੇਂ ਹਜੇ ਖਾਲਸੇ ਨੂੰ ਮਹਾਰਾਜ ਜੀ ਨੇ, ਮਹਾਰਾਜ ਦੇ ਬਚਨਾਂ ਦੇ ਉੱਤੇ ਹਜੇ ਖਾਲਸੇ ਨੂੰ ਇੰਨਾ ਪਤਾ ਨਹੀਂ ਸੀ ਕਿ ਮਹਾਰਾਜ ਜੀ ਨੇ ਅੱਗੇ ਜਾ ਕੇ ਬਹੁਤ ਜ਼ਿਆਦਾ ਖਾਲਸੇ ਨੂੰ ਪ੍ਰਤਾਪ ਦੇਣਾ ਹੈ। ਸੋ ਇਹਨਾਂ ਦੇਸ਼ਾਂ ਦੇ ਵਿੱਚ ਵੀ ਮਹਾਰਾਜ ਜੀ ਦੇ ਬਾਣੇ ਪਾ ਕੇ ਇਹ ਤਿਆਰ ਬਰ ਤਿਆਰ ਸ਼ਸਤਰਧਾਰੀ ਸਿੰਘ ਵਿਚਰਦੇ ਹਨ, ਨਿਸ਼ਾਨ ਨਗਾਰੇ ਲੈ ਕੇ ਸਿੰਘ ਵਿਚਰਦੇ ਹਨ। ਇਹ ਬਹੁਤ ਵੱਡੀ ਗੱਲ ਹੈ। ਸੋ ਇਹ ਮਹਾਰਾਜ ਜੀ ਦੇ ਜਿਹੜੇ ਨਿਸ਼ਾਨ ਹਨ, ਨਗਾਰੇ ਹਨ, ਇਹ ਮਹਾਰਾਜ ਜੀ ਦੇ ਉਹਨਾਂ ਬਚਨਾਂ ਦੇ ਦਾ ਹੀ ਸਦਕਾ ਹੈ ਕਿ ਆਪਾਂ ਇਹਨਾਂ ਕੰਟਰੀਆਂ, ਇਹਨਾਂ ਦੇਸ਼ਾਂ ਦੇ ਵਿੱਚ ਆ ਕੇ, ਵੱਖ-ਵੱਖ ਦੇਸ਼ਾਂ ਦੇ ਵਿੱਚ, ਬਾਹਰਲੇ ਕੰਟਰੀਆਂ ਦੇ ਵਿੱਚ, ਸੋ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਆਪਾਂ ਆਪਣੇ ਨਿਸ਼ਾਨ ਨਗਾਰੇ ਫੇਰਦੇ ਹਾਂ, ਜੋੜ ਮੇਲੇ ਕਰਦੇ ਹਾਂ। ਇਹ ਬਹੁਤ ਵੱਡੀ ਗੱਲ ਹੈ। ਸੋ ਖਾਲਸਾ ਜੀ ਉਸ ਸਮੇਂ ਹੀ ਮਹਾਰਾਜ ਜੀ ਦੇ ਜਿਹੜੇ ਬਚਨਾਂ ਸਦਕਾ ਹੀ ਆਪਾਂ ਇਹ ਰਾਜ ਭਾਗ ਭੋਗ ਰਹੇ ਹਾਂ। ਮੁੜ ਮੁੜ ਸਿੰਘ ਬਹੁ ਮੰਗਾ ਪੰਜਾਬ, ਆਪਸ ਮੈਂ ਲੜ ਹੋਣ ਖਰਾਬ। ਮਹਾਰਾਜ ਜੀ ਕਹਿੰਦੇ ਤੁਸੀਂ ਬਾਰ-ਬਾਰ ਮੇਰੇ ਤੋਂ ਪੰਜਾਬ ਮੰਗੀ ਜਾਂਦੇ ਆ, ਤੁਸੀਂ ਤਾਂ ਆਪਸ 'ਚ ਹੀ ਲੜੀ ਜਾਣਾ। ਸੋ ਖੁੱਲਾ ਜਿਹਾ ਏਰੀਆ ਮੰਗੋ ਜਿੱਥੇ ਤੁਸੀਂ ਥੋੜੀ ਵੱਖੋ-ਵੱਖ ਥੋੜੀ ਰਹੋ, ਸੋ ਆਪਣਾ ਵੀ ਜਿੰਨਾ ਅਭਿਆਸ ਕਰਦੇ ਰਹੋ ਤੇ ਤਿਆਰ ਬਰ ਤਿਆਰ ਰਹੋ। ਸਤਿਗੁਰ ਕਹਿ ਮੰਗੋ ਜਗੀਰ ਘਨੇਰੀ, ਜਿਤਨੀ ਚਾਹੋ ਸੋਈ ਲਹਿਗੇਰੀ। ਉਹ ਕਹਿੰਦੇ ਕਿ ਮਹਾਰਾਜ ਜੀ ਕਹਿੰਦੇ ਵੀ ਮੇਰੇ ਤੋਂ ਜਗੀਰ ਮੰਗ ਲਓ, ਮੇਰੇ ਤੋਂ ਜ਼ਮੀਨ ਮੰਗ ਲਓ, ਜੋ ਤੁਸੀਂ ਚਾਹੁੰਦੇ ਆ ਮੇਰੇ ਤੋਂ ਹੁਣ ਮੰਗ ਲਓ। ਪਰ ਖਾਲਸਾ ਜੀ ਉਸ ਸਮੇਂ ਦਾ ਸਿੱਖ ਫਿਰ ਇਦਾਂ ਹੀ ਸੀ, ਗਰੀਬ ਸਿੱਖ ਸੀ। ਉਹ ਮਹਾਰਾਜ ਜੀ ਨੂੰ ਕਹਿੰਦੇ ਸੀ ਕਿ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਵੀ ਮਹਾਰਾਜ ਜੀ ਸਾਨੂੰ ਤਾਂ ਸਿਰਫ ਤੇਰਾ ਪ੍ਰੇਮ ਹੀ ਚਾਹੀਦਾ ਹੈ, ਸਾਨੂੰ ਕੋਈ ਰਾਜ ਭਾਗ ਨਹੀਂ ਚਾਹੀਦਾ ਹੈ। ਸੋ ਉਸ ਹੀ ਖਾਲਸੇ ਨੂੰ ਜਿਹਦੀ ਕਿ ਕੋਈ ਰਾਜ ਦੀ ਇੱਛਾ ਨਹੀਂ ਸੀ, ਮਹਾਰਾਜ ਜੀ ਨੇ ਦਿੱਲੀ ਦਾ ਰਾਜ ਵੀ ਦਿੱਤਾ। ਕਾਬਲ ਕੰਧਾਰ ਤੱਕ ਖਾਲਸਾ ਜੀ ਤਿਆਰ ਬਰ ਤਿਆਰ ਖਾਲਸੇ ਨੇ ਵਿਚਰਨਾ ਕੀਤਾ ਹੈ, ਆਪਣੇ ਨਿਸ਼ਾਨ ਨਗਾਰੇ ਫੇਰੇ ਹਨ। ਕਾਬਲ ਕੰਧਾਰ ਦੇ ਸਮੁੰਦਰਾਂ ਦੇ ਵਿੱਚੋਂ ਖਾਲਸੇ ਦੇ ਘੋੜਿਆਂ ਨੇ ਪਾਣੀ ਪੀਤਾ ਹੈ। ਸੋ ਹੁਣ ਵੀ ਇਹ ਸਮਾਂ ਮਹਾਰਾਜ ਜੀ ਨੇ ਬਹੁਤ ਬਖਸ਼ਿਸ਼ ਕੀਤੀ ਹੈ ਕਿ ਆਪਾਂ ਨੂੰ ਦੇਖਣ ਨੂੰ ਮਿਲਿਆ ਹੈ ਕਿ ਹੁਣ ਥੋੜੇ ਸਮੇਂ ਤੋਂ ਹੀ ਜਦੋਂ ਤੋਂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਤਿਆਰ ਬਰ ਤਿਆਰ ਮਹਾਰਾਜ ਜੀ ਦਾ ਖਾਲਸਾ ਪ੍ਰਗਟ ਹੋ ਗਿਆ ਹੈ। ਸਿੰਘ ਸ਼ਰੀਕੇ ਮਹਿਬੋ ਪੰਚੈ, ਕਹਿ ਲਵੈ ਬਦਲੇ ਹਮ ਸੱਚੈ। ਜਿੰਨੇ ਵੀ ਸਿੰਘਾਂ ਦੇ ਸ਼ਰੀਕ ਸੀ, ਸਿੰਘਾਂ ਨੂੰ ਫੜਾਉਣ ਵਾਲੇ ਸਨ, ਮਹਾਰਾਜ ਜੀ ਦੇ ਸਿੰਘ ਕਹਿੰਦੇ ਸਨ ਹੁਣ ਇਹਨਾਂ ਤੋਂ ਆਪਾਂ ਬਦਲਾ ਲਵਾਂਗੇ। ਆਪਣੇ ਆਪਣੇ ਘਰ ਕੇ ਨੇਰੇ, ਚਾਹੇ ਮੁਲਕ ਹਮ ਸੋ ਲੈ ਘੇਰੇ। ਮਹਾਰਾਜ ਉਹ ਕਹਿੰਦੇ ਕਿ ਪਹਿਲਾਂ ਅਸੀਂ ਆਪਣੇ ਘਰ ਦੇ ਜਿਹੜੇ ਬੰਦੇ ਸੀ, ਆਪਣੇ ਜਿਹੜੇ ਥੋੜੇ ਬਹੁਤੇ ਆ ਸ਼ਰੀਕਾਂ ਨੂੰ ਸੁੱਧ ਨਾ ਕਰੀਏ, ਮੁਲਕ ਦਾ ਤੁਰਕਾਲ ਕੋਲ ਆਪਾਂ ਜਦੋਂ ਮਰਜ਼ੀ ਲੈ ਲਾਂਗੇ। ਹੁਤੇ ਗਰੀਬਨ ਕੇ ਵਹ ਜਾਏ, ਯਾਂਤੇ ਕਰਨ ਨਾ ਲੰਬੀ ਦਾਏ। ਉਹ ਕਹਿੰਦੇ ਕਿ ਜਿੰਨੇ ਵੀ ਇਹ ਮੁਲਕ ਹਨ, ਜਿੰਨਾ ਵੀ ਇਹ ਰਾਜ ਸਾਜ ਹੈ, ਅਸੀਂ ਇਹਨਾਂ ਮੁਗਲਾਂ ਦੇ ਕੋਲੋਂ ਜ਼ਰੂਰ ਲਵਾਂਗੇ। ਪਹਿਲਾਂ ਸਭ ਤੋਂ ਪਹਿਲਾਂ ਆਪਾਂ ਆਪਣੇ ਜਿਹੜੇ ਛੋਟੇ ਸ਼ਰੀਕ ਹਨ, ਜਿੱਦਾਂ ਕਿ ਪਹਾੜੀ ਰਾਜੇ ਸਨ, ਇਹਨਾਂ ਦਾ ਸੌਦਾ ਕੀਤਾ ਜਾਵੇ। ਦੋਹਰਾ ਸ਼ਰੀਕ ਸ਼ਰੀਕੀ ਡਿਗ ਡਿਗੈ, ਮੰਗੈ ਪੰਜਾਬ ਹੈ ਪਾਸ।
ਉਹ ਕਹਿੰਦੇ ਕਿ ਜਿਹੜਾ ਸ਼ਰੀਕ ਹੁੰਦਾ ਹੈ, ਦੂਜੀ ਦਾ ਸ਼ਰੀਕ ਹੁੰਦਾ ਹੈ, ਉਹ ਮਿੱਤਰ ਹੀ ਹੁੰਦਾ ਹੈ। ਦੁਸ਼ਮਣ ਦਾ ਜੋ ਦੁਸ਼ਮਣ ਹੁੰਦਾ ਹੈ, ਉਹ ਮਿੱਤਰ ਹੀ ਹੁੰਦਾ ਹੈ। ਸੋ ਬਾਕੀ ਜਿੰਨੇ ਵੀ ਆਪਸ ਜਿਹੜੇ ਖਾਲਸੇ ਦੇ ਵਿਰੋਧੀ ਸਨ, ਉਹ ਇਕੱਠੇ ਹੋ ਗਏ ਹਨ। ਸੋ ਉਹਨਾਂ ਨੇ ਖਾਲਸੇ ਦੇ ਖਿਲਾਫ ਸਾਜ਼ਿਸ਼ ਕਰਨੀ ਸ਼ੁਰੂ ਕੀਤੀ ਹੈ। सतगुरु दे विलायता वह करे न उनकी ख्वास। ਉਹ ਕਹਿੰਦੇ ਕਿ ਮਹਾਰਾਜ ਜੀ ਕਹਿੰਦੇ ਹਨ ਕਿ ਹੁਣ ਇਹ ਤਿਆਰ ਬਰ ਤਿਆਰ ਮੇਰਾ ਖਾਲਸਾ ਪ੍ਰਗਟ ਹੋ ਗਿਆ ਹੈ। ਹੁਣ ਜਿੰਨੇ ਵੀ ਉਹਨਾਂ ਤੁਰਕਾਂ ਨੂੰ, ਉਹਨਾਂ ਸ਼ਕਤੀਆਂ ਨੂੰ ਚੇਤਾਵਨੀ ਦਿੰਦੇ ਹਨ ਕਿ ਹੁਣ ਮੇਰਾ ਖਾਲਸਾ ਹੀ ਪ੍ਰਗਟ ਹੋਵੇਗਾ ਤੇ ਜਿਹੜਾ ਰਾਜ ਭਾਗ ਹੈ ਮੇਰੇ ਖਾਲਸੇ ਨੂੰ ਹੀ ਮਿਲੇਗਾ। चौपई श्री सतगुरु उनको कह दयो तुम झगड़ झगड़ पंजाब रहयो। ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਜਦੋਂ ਕਿਹਾ ਸੀ ਕਿ ਤੁਸੀਂ ਮੇਰੇ ਤੋਂ ਕੋਈ ਰਾਜ ਮੰਗੋ, ਤਾਂ ਸਿੱਖਾਂ ਨੇ ਉਸ ਸਮੇਂ ਪੰਜਾਬ ਹੀ ਕਿਹਾ। ਸੋ ਉਸ ਸਮੇਂ ਮਹਾਰਾਜ ਜੀ ਦੇ ਵਚਨ ਸਨ ਕਿ ਤੁਸੀਂ ਆਪਸ ਦੇ ਵਿੱਚ ਹੀ ਝਗੜਾ ਕਰਦੇ ਰਹੋਗੇ। ਸੋ ਜਿਹੜਾ ਸਮਾਂ ਆਊਗਾ ਉਸ ਸਮੇਂ ਖਾਲਸੇ ਆਪਸ ਦੇ ਵਿੱਚ ਬਹੁਤ ਜ਼ਿਆਦਾ ਖੁਆਰ ਵੀ ਹੋਇਆ। ਸੋ ਉਸ ਤੋਂ ਬਾਅਦ ਵਿੱਚ ਪਰ ਇੱਕ ਸਿਫਤ ਹੁੰਦੀ ਸੀ, ਉਹ ਜਿਹੜਾ ਖਾਲਸਾ ਹੁੰਦਾ ਸੀ, ਉਹ ਦਿਨੇ ਅੱਜ ਵੀ ਨਿਹੰਗਾਂ ਸਿੰਘਾਂ ਦੇ ਵਿੱਚ ਮਰਿਆਦਾ ਹੁੰਦੀ ਹੈ ਕਿ ਨਿਹੰਗ ਸਿੰਘ ਆਪਸ ਦੇ ਵਿੱਚ ਲੜ ਕੇ ਸ਼ਾਮ ਨੂੰ ਆਰਤੀ ਇਕੱਠੇ ਕਰਦੇ ਹਨ। ਸੋ ਇਹ ਜਿੰਨੀ ਵੀ ਉਦੋਂ ਉਸ ਸਮੇਂ ਵੀ ਜਿੰਨਾ ਮਰਜ਼ੀ ਵੈਰ ਹੋਵੇ, ਪਰ ਜਦੋਂ ਕੋਈ ਬਾਹਰਲੀ ਸ਼ਕਤੀ ਜਦੋਂ ਵੀ ਖਾਲਸੇ ਦੇ ਉੱਤੇ ਚੜ ਕੇ ਆਉਂਦੀ ਹੈ, ਸੋ ਉਸ ਦਾ ਮੁਕਾਬਲਾ ਉਹ ਇਕੱਠੇ ਕਰਦੇ ਹਨ। ਸੋ ਉਸ ਚੀਜ਼ ਦਾ ਬਿਆਨ ਕਰਦੇ ਹਨ ਮਹਾਰਾਜ ਜੀ। तैजय सिंह गैलो भ्यो आई तिसको और विलायत बताई। ਸੋ ਉੱਥੇ ਕਈ ਸਿੰਘ ਸੀ ਮਹਾਰਾਜ ਜੀ ਦੇ, ਉਹ ਮੂਹਰੇ ਆ ਗਏ। ਉਹ ਮਹਾਰਾਜ ਜੀ ਨੂੰ ਕਹਿੰਦੇ ਆ ਕਿ ਅਸੀਂ ਸਾਨੂੰ ਦੱਸੋ ਤੁਸੀਂ ਕਿਹੜਾ ਰਾਜ ਮਹਾਰਾਜ ਜੀ ਦੇ ਸਕਦੇ ਆ, ਅਸੀਂ ਮੂਹਰੇ ਆਉਂਦੇ ਆ। ਸੋ ਉਹਨਾਂ ਸਿੱਖਾਂ ਨੂੰ ਮਹਾਰਾਜ ਜੀ ਨੇ ਜਿਹੜਾ ਵਲਾਇਤ ਦਾ ਰਾਜ ਹੈ, ਜਿਹੜਾ ਇਹ ਬਾਹਰਲੇ ਦੇਸ਼ਾਂ ਦੇ ਵਿੱਚ ਖਾਲਸਾ ਪ੍ਰਗਟ ਆਪਾਂ ਹੋਏ ਹਾਂ, ਸੋ ਅਸੀਂ ਉਹੀ ਜੋਤ ਰੂਪ ਦੇ ਵਿੱਚ ਹਾਂ। ਕਿਸੇ ਗਿਆਨੀ ਸਿੰਘ ਜੀ ਨੇ ਬਚਨ ਕੀਤਾ ਸੀ ਕਿ ਜਿਹੜੇ ਖਾਲਸਾ ਇਹ ਜੋਤ ਹੈ, ਮੁੜ ਮੁੜ ਕੇ ਉਹ ਜਿੱਥੇ ਵਿਚਰਦੀ ਰਹਿੰਦੀ ਹੈ। ਜਿੰਨੇ ਵੀ ਆਪਾਂ ਤਿਆਰ ਬਰ ਤਿਆਰ ਖਾਲਸਾ ਹਾਂ, ਸੋ ਆਪਸ ਦੇ ਆਪਾਂ ਕੋਈ ਪੁਰਾਣੀਆਂ ਜੰਗਾਂ ਯੁੱਧਾਂ ਦੇ ਵਿੱਚ ਕੋਈ ਵਿਛੜੇ ਹੋਏ ਆ। ਸੋ ਇਸ ਕਰਕੇ ਹੀ ਜੋ ਪੂਰਵ ਜਨਮ ਦੇ ਮਿਲੇ ਸੰਜੋਗੀ ਹੈ, ਉਹ ਸਾਰੇ ਹੀ ਇੱਥੇ ਆਪਾਂ ਇਕੱਠੇ ਹੋਏ ਆ। दोहरा गुरबिलास मद बह लिखी सो हम सूच लिखाए। ਉਹ ਕਹਿੰਦੇ ਕਿ ਇੱਥੋਂ ਬਾਅਦ ਜਿੰਨਾ ਵੀ ਇਹਦਾ ਸੰਖੇਪ ਦੇ ਵਿੱਚ ਹੈ, ਉਦੋਂ ਕੀ ਹੋਇਆ ਹੈ, ਉਹ ਗੁਰਬਿਲਾਸ ਪਾਤਸ਼ਾਹੀ ਦਸਵੀਂ ਜਿਹੜੀ ਕਿ ਭਾਈ ਸੁੱਖਾ ਸਿੰਘ ਜੀ ਨੇ ਲਿਖੀ ਹੈ, ਸੋ ਉਹਦੇ ਵਿੱਚ ਲਿਖਿਆ ਹੈ। जो सूची सी सिख सिंह सो मैं कह ਉਹ प्रगटाए। ਕਹਿੰਦੇ ਕਿ ਜਿੰਨੀ ਸੂਚੀ ਸੀ ਮੇਰੇ ਕੋਲੇ, ਜਿੰਨਾ ਕੁ ਮੈਨੂੰ ਪਤਾ ਸੀ, ਉਹਦੇ ਵਿੱਚ ਨਹੀਂ ਸੀ ਗੁਰਬਿਲਾਸ ਪਾਤਸ਼ਾਹੀ ਦਸਵੀਂ ਦੇ ਵਿੱਚ। ਸੋ ਉਹ ਮੈਂ ਹੁਣ ਇਹਦੇ ਵਿੱਚ ਲਿਖਤਾ ਹੈ। चौपई जिसको हो सब सुने न लोर सो ले वह गुरबिलास ਉਹ हटोर। ਕਹਿੰਦੇ ਕਿ ਜਿਹਨੂੰ ਇਹ ਸੰਖੇਪ ਦੇ ਵਿੱਚ ਸੁਣਨਾ ਹੈ ਕਿ ਉਦੋਂ ਕੀ ਵਾਰ ਵਰਤਾਰਾ ਵਰਤਿਆ ਸੀ, ਸੋ ਤੁਸੀਂ ਗੁਰਬਿਲਾਸ ਪਾਤਸ਼ਾਹੀ ਦਸਵੀਂ ਦਾ ਉਹ ਪ੍ਰਸੰਗ ਪੜ ਸਕਦੇ ਹੋ। जिम जिम पहाड़ियन करी लड़ाई तिम सिर उन्हें बुराई ਸੋ आई। ਕਹਿੰਦੇ ਕਿ ਜਿੱਦਾਂ ਜਿੱਦਾਂ ਪਹਾੜੀ ਰਾਜਿਆਂ ਨੇ ਉਹਨਾਂ ਨਾਲ ਲੜਾਈਆਂ ਕੀਤੀਆਂ ਸਨ, ਸੋ ਉਹਨਾਂ ਦੇ ਸਿਰ ਦਾ ਪਾਪ ਚੜਦਾ ਗਿਆ ਹੈ। ਸੋ ਇਸ ਗ੍ਰੰਥ ਦੇ ਵਿੱਚ ਭਾਈ ਰਤਨ ਸਿੰਘ ਜੀ ਭੰਗੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਦਾ ਇਤਿਹਾਸ ਹੈ, ਉਹ ਸੀਮਤ ਹੀ ਲਿਖਦੇ ਹਨ। ਕੋਈ ਸਾਰਾ ਇਤਿਹਾਸ ਆਪਣੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਸੰਖੇਪ ਦੇ ਵਿੱਚ ਦਰਜ ਹੈ। ਕਿੱਦਾਂ ਮਹਾਰਾਜ ਜੀ ਨੇ ਖਾਲਸਾ ਪ੍ਰਗਟ ਕੀਤਾ ਹੈ, ਕਿੱਦਾਂ ਉਸ ਤੋਂ ਬਾਅਦ ਵਿੱਚ ਜੰਗਾਂ ਯੁੱਧ ਹੋਏ ਹਨ, ਕਿੱਦਾਂ ਪਰਿਵਾਰ ਵਿਛੋੜਾ ਹੋਇਆ ਹੈ। ਸੋ ਉਸ ਦਾ ਜ਼ਿਕਰ ਸੰਖੇਪ ਦੇ ਵਿੱਚ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਹੈ। ਸੋ ਇਸ ਗ੍ਰੰਥ ਦੇ ਵਿੱਚ ਭਾਈ ਰਤਨ ਸਿੰਘ ਜੀ ਭੰਗੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਾਅਦ ਵਿੱਚ ਜੋ ਜੰਗ ਯੁੱਧ ਹੋਏ ਹਨ, ਕਿੱਦਾਂ ਖਾਲਸਾ ਨੇ ਰਾਜ ਕੀਤਾ ਹੈ, ਕਿੱਦਾਂ ਖਾਲਸੇ ਦੇ ਕੋਲੋਂ ਰਾਜ ਗਿਆ ਹੈ, ਉਸ ਦੇ ਬਾਰੇ ਬਿਆਨ ਕਰਦੇ ਹਨ। गुरबिलास मद उन बहु कही सोए कहूँ मैं जो उस रही। ਉਹ ਕਹਿੰਦੇ ਗੁਰਬਿਲਾਸ ਦੇ ਵਿੱਚ ਮੈਂ ਜੋ ਜਿੰਨਾ ਵੀ ਪੜ੍ਹਿਆ ਹੈ, ਉਸ ਦੇ ਬਾਰੇ ਵੀ ਮੈਂ ਥੋੜਾ ਬਹੁਤਾ ਆਪਣੀ ਬੁੱਧੀ ਦੇ ਅਨੁਸਾਰ ਜ਼ਿਕਰ ਕੀਤਾ ਹੈ। यह कथा बड़ अपर अपारा कब हम पाए सके हैं पार। ਉਹ ਕਹਿੰਦੇ ਕਿ ਜਿਹੜੀ ਮੈਂ ਸਤਿਗੁਰ ਮਹਾਰਾਜ ਜੀ ਦੀ ਜਿਹੜੀ ਆਗਿਆ ਹੈ, ਉਹ ਮਝੈਲਣ ਨੂੰ ਅੱਗੇ ਦੱਸੀ ਗਈ ਹੈ ਵੀ ਹੁਣ ਤੁਸੀਂ ਅੱਗੇ ਜਾ ਕੇ ਕੀ ਕਰਨਾ ਹੈ। सोए बदाए कह हम कथा अब बुध हमारी आवे जथा। ਉਹ ਕਹਿੰਦੇ ਕਿ ਹੁਣ ਮੈਂ ਅੱਗੇ ਉਹੀ ਕਥਾ ਦੱਸੂਗਾ ਜਿਹੜੀ ਪਿੱਛੇ ਨਹੀਂ ਦੱਸੀ ਗਈ ਤੇ ਜਿਹੜੀ ਮੈਂ ਆਪਣੇ ਮਹਾਪੁਰਖਾਂ ਤੋਂ ਜਾਂ ਪੂਰਵਜਾਂ ਤੋਂ ਸੁਣੀ ਹੈ। जो अब कथा सिंगन पर आई सुनो प्यारे गुरमुख पाई। ਹੁਣ ਜਿੱਦਾਂ ਅੱਗੇ ਸਿੰਘਾਂ ਦੇ ਉੱਤੇ ਜਿੱਦਾਂ ਉਹ ਜੰਗ ਯੁੱਧ ਕਰਦੇ ਹਨ, ਸ਼ੁਰੂਆਤ ਹੁੰਦੀ ਹੈ ਮਹਾਰਾਜ ਜੀ ਦੇ ਪੰਥ ਦੀ। ਕਿੱਦਾਂ ਖਾਲਸੇ ਦੀ ਇੰਨੀ ਗਿਣਤੀ ਹੋ ਗਈ, ਇੱਕ 5 ਸਿੰਘ ਤੋਂ ਇੰਨੇ ਸਿੰਘ ਹੋ ਗਏ, ਤੇ ਉਸ ਤੋਂ ਬਾਅਦ ਵਿੱਚ ਕਿੱਦਾਂ ਖਾਲਸੇ ਦੀ ਗਿਣਤੀ ਸਿਰਫ 2 ਤੋਂ 3 ਸਿੰਘ ਹੋ ਗਈ ਸੀ। ਸੋ ਉਸ ਦੀ ਜੋ ਕਥਾ ਹੈ, ਉਹ ਭਾਈ ਰਤਨ ਸਿੰਘ ਜੀ ਭੰਗੂ ਇਸ ਗ੍ਰੰਥ ਦੇ ਵਿੱਚ ਅੱਗੇ ਦੱਸਣਗੇ। दोहरा
ਤਉ ਸਤਿਗੁਰ ਆਗਿਆ ਦਈ ਮਝੈਲਨ ਕੋ ਸਮਝਾਏ। ਮਹਾਰਾਜ ਜੀ ਨੇ ਆਗਿਆ ਦੇ ਕੇ ਮਝੈਲਾਂ ਨੂੰ ਸਮਝਾਉਣਾ ਕੀਤਾ ਹੈ। ਪ੍ਰਥਮ ਵਧਾਇਓ ਖਾਲਸਾ ਫਿਰ ਦਈਓ ਦੰਗੋ ਮਚਾਏ। ਮਹਾਰਾਜ ਜੀ ਨੇ ਹੁਕਮ ਕਰ ਦਿੱਤਾ ਕਿ ਆਪਣਾ ਖਾਲਸਾ ਪ੍ਰਗਟ ਕਰੋ, ਆਪਣੀ ਜਿਹੜੀ ਤਿਆਰ ਬਰ ਤਿਆਰ ਹੈ ਫੌਜ ਪ੍ਰਗਟ ਕਰੋ, ਫਿਰ ਇਹ ਆਪਾਂ ਸਾ ਜੰਗ ਯੁੱਧ ਮਚਾਵਾਂਗੇ। ਚੌਪਈ ਪ੍ਰਥਮ ਭੁਜੰਗੀ ਬਲ ਮਾਝੇ ਕਲਾਏ ਦੈਦਾ ਪਾਹੁਲ ਗੁਰ ਛਕ ਸਬਾਹੇ। ਉਹ ਕਹਿੰਦੇ ਕਿ ਸਾਰਿਆਂ ਨਾਲੋਂ ਪਹਿਲਾਂ ਜਿਹੜੇ ਭੁਜੰਗੀ ਸੀ ਮਹਾਰਾਜ ਜੀ ਨੇ ਉਹ ਅੱਗੇ ਦੀ ਅੱਗੇ ਭੇਜਣੇ ਸ਼ੁਰੂ ਕੀਤੇ ਵੱਖ-ਵੱਖ ਦੇਸ਼ਾਂ ਦੇ ਵਿੱਚ, ਸੁਖ ਜਾ ਕੇ ਉਹ ਬਾਣੀ ਤੇ ਬਾਣੇ ਦਾ ਪ੍ਰਚਾਰ ਕਰ ਸਕਣ। ਯੋ ਭੁਜੰਗ ਨਿਹੰਗਨ ਕੋ ਪੰਥ ਬਹੁ ਭਇਓ ਹੱਥ ਸੋਟਾ ਗਲ ਖੰਡੇ ਪਇਓ। ਭਾਈ ਰਤਨ ਸਿੰਘ ਜੀ ਪੰਗੂ ਜੀ ਨੇ ਇੱਥੇ ਨਿਹੰਗ ਸ਼ਬਦ ਵਰਤਿਆ ਹੈ ਕਿ ਮਹਾਰਾਜ ਜੀ ਕਹਿੰਦੇ ਹਨ ਕਿ ਮਹਾਰਾਜ ਜੀ ਨੇ ਜਿਹੜਾ ਪੰਥ ਪ੍ਰਗਟ ਕੀਤਾ ਹੈ ਉਹ ਨਿਹੰਗਾ ਸਿੰਘਾਂ ਵਾਲਾ ਤਿਆਰ ਬਰ ਤਿਆਰ ਜਿਹੜੇ ਸਾਰਾ ਹੀ ਪੰਥ ਪਹਿਲਾਂ ਮਹਾਰਾਜ ਜੀ ਜਿਹੜਾ ਮਹਾਰਾਜ ਜੀ ਨੇ ਸਾਜਣਾ ਕੀਤਾ ਸੀ ਸੋ ਤਿਆਰ ਬਰ ਤਿਆਰ ਹੁੰਦਾ ਸੀ, ਆਪਣਾ ਬਾਣੀ ਤੇ ਬਾਣੇ ਦਾ ਧਾਰਨੀ ਹੁੰਦਾ ਸੀ। ਸੋ ਹੌਲੀ ਹੌਲੀ ਇਹ ਆਪਣੇ ਵਿੱਚ ਪੈਰਾ ਜਿਹੜਾ ਹੈ ਉਹ ਢਿੱਲਾ ਹੁੰਦਾ ਗਿਆ ਹੈ। ਸੋ ਮਹਾਰਾਜ ਜੀ ਕਹਿੰਦੇ ਹਨ ਇਹ ਜਿਹੜੇ ਨਿਹੰਗ ਸਿੰਘ ਹਨ ਤਿਆਰ ਬਰ ਤਿਆਰ ਫੌਜ ਹੈ ਮਹਾਰਾਜ ਜੀ ਦੀ ਜਿਹੜੀ ਖਾਲਸਾ ਹੈ ਸੋ ਉਹਨੂੰ ਅੱਗੇ ਭੇਜਣਾ ਕੀਤਾ ਹੈ। ਸੋ ਉਸ ਦੀ ਵੇਸ਼ਭੂਸ਼ਾ ਦਾ ਵੀ ਮਹਾਰਾਜ ਜੀ ਨੇ ਇੱਥੇ ਵਰਣਨ ਕੀਤਾ ਹੈ ਤੇ ਉਸ ਤੋਂ ਅੱਗੇ ਉਹਨਾਂ ਦੇ ਵਿੱਚ ਜਿਹੜੇ ਹੱਥ ਦੇ ਵਿੱਚ ਸਰੋਤਰ ਹੈ, ਮੋٹے-ਮੋٹے ਸੋਟੇ ਹਨ, ਜਿਨ੍ਹਾਂ ਸੋਟਿਆਂ ਦੇ ਨਾਲ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਜੀ ਵਰਗੇ ਸਿੰਘਾਂ ਨੇ ਇੰਨੀ ਤਕੜੀਆਂ ਤੋਂ ਤਕੜੀਆਂ ਜੰਗ ਯੁੱਧ ਕੀਤੇ ਹਨ। ਸੋ ਉਹਨਾਂ ਦੀ ਵੇਸ਼ਭੂਸ਼ਾ ਦਾ ਜ਼ਿਕਰ ਕੀਤਾ ਹੈ। ਕਈ ਫਿਰੈ ਕਈ ਰਹਿ ਗੁਰਦੁਆਰਾ ਕਿਨ ਧਰਮਸ਼ਾਲਾ ਕਿਨ ਬੁੰਗੇ ਉਸਾਰੇ। ਉਹ ਕਹਿੰਦੇ ਕਿ ਹੌਲੀ ਹੌਲੀ ਜਿੱਦਾਂ ਜਿੱਦਾਂ ਖਾਲਸੇ ਦੇ ਵਿੱਚ ਗਿਣਤੀ ਦੇ ਵਿੱਚ ਵਾਧਾ ਹੁੰਦਾ ਗਿਆ ਉਦਾਂ ਉਦਾਂ ਗੁਰਦੁਆਰਾ ਸਾਹਿਬ ਬਣਾਉਂਦੇ ਜਾਂਦੇ ਸਨ। ਸੋ ਅੱਗੇ ਦੀ ਅੱਗੇ ਕਈ ਸਿੰਘ ਗੁਰਦੁਆਰੇ ਬਣਾ ਲੈਂਦੇ ਸਨ, ਕਈ ਧਰਮਸ਼ਾਲਾ ਬਣਾ ਲੈਂਦੇ ਸਨ ਤੇ ਕਈ ਆਪਣੇ ਬੰਗੇ ਵੀ ਉਸਾਰ ਲੈਂਦੇ ਸਨ। ਭੁਜੰਗੀਆਂ ਨਿਉਤ ਹੈ ਭੁਜੰਗੀ ਖੁਲਾਹੇ ਔਰਨ ਸੋ ਨਹ ਮੇਰ ਮਿਲਾਹੇ। ਉਹ ਕਹਿੰਦੇ ਕਿ ਜਿਹੜੇ ਨੇ ਆਪਣੇ ਸਿੰਘ ਸਨ ਉਹ ਸਿੰਘਾਂ ਨੂੰ ਹੀ ਸੱਦਦੇ ਸਨ ਤੇ ਸਿੰਘਾਂ ਦੇ ਹੀ ਜਾਂਦੇ ਸਨ, ਕਿਉਂਕਿ ਮੱਤ ਰਲਣ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਹੈ। ਜਿੱਦਾਂ ਜਿੱਦਾਂ ਸੰਗਤ ਦੇ ਵਿੱਚ ਤਿਆਰ ਪੈਰਾ ਆਉਂਦਾ ਹੈ ਸੋ ਮੱਤ ਬਦਲਦੀ ਰਹਿੰਦੀ ਹੈ, ਉਦਾਂ ਹੀ ਬੰਦਾ ਆਪਣੀ ਮੱਤ ਵਰਗਾ ਸੋ ਆਪ ਦਾ ਸਾਥੀ ਲੱਭ ਲੈਂਦਾ ਹੈ। ਜੋ ਕਿਸੇ ਭੁਜੰਗੀ ਹੋਏ ਲੋੜ ਜ਼ਰੂਰ ਦੇਖ ਸਿੰਘਨ ਘਰ ਸੋ ਲੈ ਘੂਰ। ਉਹ ਕਹਿੰਦੇ ਕਿ ਜਿਹੜੇ ਕਿਸੇ ਭੁਜੰਗੀ ਜਾਂ ਕਿਸੇ ਸਿੰਘ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਸੋ ਆਮ ਸਿੱਖਾਂ ਦੇ ਕੋਲ ਜਾ ਕੇ ਕਹਿੰਦਾ ਹੈ ਇਤਨੀ ਕੋ ਬਸਤ ਸੋ ਲੈ ਉਠਾਏ ਕਿਉ ਆਟਾ ਲੂਣੇ ਜੋ ਲੈ ਖਾਏ। ਇਦਾਂ ਜਦੋਂ ਖਾਲਸਾ ਜਾਂਦਾ ਹੈ ਜੋ ਉਸਨੂੰ ਲੋੜ ਹੁੰਦੀ ਹੈ ਲੋੜ ਅਨੁਸਾਰ ਜਿੰਨਾ ਵੀ ਲੰਗਰ ਹੁੰਦਾ ਹੈ ਉਹ ਲੈ ਲੈਂਦਾ ਹੈ। ਸੋ ਆਪਣੇ ਜਿੰਨਾ ਵੀ ਆ ਦੂਜੇ ਸਮੇਂ ਦਾ ਵੀ ਇੱਥੋਂ ਤੱਕ ਕਿ ਕੋਈ ਖਾਣਾ ਨਹੀਂ ਚੱਕਦਾ, ਜਿੰਨਾ ਉਸ ਸਮੇਂ ਛਕ ਸਕਦੇ ਸਨ ਸੋ ਗੁਰੂ ਕੇ ਲੰਗਰਾਂ ਤੋਂ ਛਕ ਲੈਂਦਾ ਹੈ। ਮੁਖੋ ਉਚਾਰੇ ਆਏ ਨਿਹੰਗ ਖੋਲ ਸਿਖੰਨੀ ਬੂਹੇ ਨਿਸੰਗ। ਉਹ ਵਚਨ ਕਰਦੇ ਹਨ ਉਸ ਸਮੇਂ ਤਿਆਰ ਬਰ ਤਿਆਰ ਖਾਲਸਾ ਕਿ ਖਾਲਸਾ ਜੀ ਆਪਣੇ ਜਿੰਨੇ ਵੀ ਹਨ ਬੂਹੇ ਖੋਲ ਦੋ ਕਿ ਨਿਹੰਗ ਸਿੰਘ ਆਏ ਹਨ। ਸੋ ਇੰਨਾ ਸਤਿਕਾਰ ਉਸ ਸਮੇਂ ਹੁੰਦਾ ਸੀ ਨਿਹੰਗਾ ਸਿੰਘਾਂ ਦਾ। ਸੋ ਕਹਿੰਦੇ ਹਨ ਕਿ ਬੂਹੇ ਖੋਲ ਦਵੋ, ਅਸੀਂ ਨਿਹੰਗ ਸਿੰਘ ਆਏ ਹਾਂ। ਸੋ ਆਪਦੇ ਜਿੰਨੇ ਵੀ ਹੈ ਆਪਣੀ ਜਿੰਨੀ ਵੀ ਸੇਵਾ ਹੈ ਉਹ ਖਾਲਸੇ ਦੇ ਸਾਹਮਣੇ ਹਾਜ਼ਰ ਕਰੋ। ਹੋਏ ਸਿਖਨੀ ਮੰਨੇ ਸੋ ਬਾਤ ਹਾਜ਼ਰ ਕਰਦਾ ਬਹੁ ਜਿਤਕ ਚਾਹਾ। ਉਸ ਸਮੇਂ ਖਾਲਸਾ ਜਿੰਨੀ ਵੀ ਜੋ ਵੀ ਇੱਛਾ ਕਰਦਾ ਸੀ ਤਾਂ ਆਮ ਜਿਹੜੇ ਸਿੱਖ ਹੁੰਦੇ ਸਨ ਦਰਵਾਜ਼ਾ ਖੋਲ ਕੇ ਉਸ ਖਾਲਸੇ ਦੇ ਸਾਹਮਣੇ ਰਸਦਾ ਬਜਰਾ ਹਾਜ਼ਰ ਕਰ ਦਿੰਦੇ ਸਨ। ਦੋਹਰਾ ਇਮਹੀ ਸਿੱਖ ਨਿਤ ਜਾ ਖੜਾ ਸਿੰਘਨ ਕਰ ਪੁੱਛ ਟੋਲ। ਉਹ ਕਹਿੰਦੇ ਸੀ ਕਿ ਉੱਥੇ ਜਿੰਨੇ ਵੀ ਸਿੱਖ ਉਸ ਸਮੇਂ ਦੇ ਸਿੱਖ ਸਨ ਕੋਈ ਵੀ ਟੋਲ ਨਹੀਂ ਦਿੰਦੇ। ਅੱਜ ਦੇ ਸਮੇਂ ਵੀ ਜਿੰਨੇ ਵੀ ਆਪਣੇ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਕੋਈ ਵੀ ਤਿਆਰ ਬਰ ਤਿਆਰ ਖਾਲਸਾ ਹੈ ਉਹ ਟੋਲ ਪਲਾਜ਼ੇ ਦੇ ਵਿੱਚ ਟੈਕਸ ਨਹੀਂ ਦਿੰਦਾ। ਭਾਰਤ ਸਰਕਾਰ ਦੇ ਵੱਲੋਂ ਵੀ ਉਹਨਾਂ ਨੂੰ ਕੋਈ ਟੈਕਸ ਨਹੀਂ ਹੈ, ਟ੍ਰੇਨ ਦਾ ਕਿਰਾਇਆ ਨਹੀਂ ਹੈ। ਸੋ ਇਹ ਚੀਜ਼ਾਂ ਬਹੁਤ ਜਿੰਨੀਆਂ ਵੀ ਸੀ ਉਹ ਖਾਲਸੇ ਨੇ, ਖਾਲਸੇ ਦਾ ਪ੍ਰਤਾਪ ਸਦਕਾ ਹੀ ਹਨ ਕਿ ਉਹ ਜਿੰਨਾ ਵੀ ਖਾਲਸੇ ਨੂੰ ਕੋਈ ਵੀ ਕਿਸੇ ਵੀ ਰਾਜ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਟੋਲ ਕਿਸੇ ਤਰ੍ਹਾਂ ਦਾ ਵੀ ਪਲਾਜ਼ਾ ਨਹੀਂ ਦਿੰਦਾ ਹੈ। ਦੌੜ ਦੌੜ ਸਿਖਨੀ ਦਿਵੈ ਸਿੰਘਨ ਕੋ ਕਰਬੋ। ਉਸ ਸਮੇਂ ਜਿਹੜੀ ਖਾਲਸੇ ਦੇ ਤੇ ਜਿਹੜੇ ਗ੍ਰਹਿਸਤੀ ਸਿੰਘ ਹੁੰਦੇ ਸੀ ਉਹਨਾਂ ਦੀਆਂ ਤਿਆਰ ਬਰ ਤਿਆਰ ਸਿੰਘਣੀਆਂ ਵੀ ਹੁੰਦੀਆਂ ਸਨ। ਉਹ ਦੌੜ ਭੱਜ ਕੇ ਜਿੰਨਾ ਵੀ ਖਾਲਸੇ ਦੀ ਸੇਵਾ ਦੇ ਵਿੱਚ ਲੰਗਰ ਹਾਜ਼ਰ ਕਰਦੀਆਂ ਹਨ। ਅੱਜ ਦੇ ਸਮੇਂ ਵੀ ਬਹੁਤ ਜ਼ਿਆਦਾ ਇਹ ਘਾਟ ਆ ਰਹੀ ਹੈ
ਕਿ ਜਿੰਨੇ ਵੀ ਘਰ ਦੀਆਂ ਇਸਤਰੀਆਂ ਹਨ ਉਹ ਇਦਾਂ ਘਰ ਦੀ ਖਾਲਸੇ ਦੀ ਸੇਵਾ ਭਾਵ ਕਿ ਆਪਣੇ ਜਿਹੜੇ ਪਤੀ ਪਰਮੇਸ਼ਰ ਦੀ ਸੇਵਾ ਹੈ ਸੋ ਉਸ ਨੂੰ ਕਰਨ ਦੇ ਵਿੱਚ ਗਰੇਜ ਕਰਦੀ ਹੈ। ਸੋ ਉਸ ਦੇ ਜਿਹੜੀ ਬਰਾਬਰਤਾ ਦਾ ਜੋ ਆਪਣਾ ਉਹ ਆ ਗਿਆ ਹੈ, ਸੋ ਕਿਉਂਕਿ ਮਹਾਰਾਜ ਜੀ ਦੀ ਗੁਰਬਾਣੀ ਦੇ ਵਿੱਚ ਇੰਪੋਰਟੈਂਸ ਦੱਸੀ ਗਈ ਹੈ, ਬਰਾਬਰਤਾ ਨਹੀਂ ਦੱਸੀ ਗਈ। ਜਿਹੜੇ ਧਰਮ ਔਰਤ ਕਰ ਸਕਦੀ ਹੈ ਉਹ ਮਰਦ ਨਹੀਂ ਕਰ ਸਕਦਾ, ਜਿਹੜਾ ਮਰਦ ਨਹੀਂ ਕਰ ਸਕਦਾ ਉਹ ਔਰਤ ਨਹੀਂ ਕਰ ਸਕਦੀ। ਸੋ ਮਹਾਰਾਜ ਜੀ ਨੇ ਇੱਕ ਔਰਤ ਨੂੰ ਹੀ ਇਹ ਸੁਭਾਗ ਦਿੱਤਾ ਹੈ। ਸੋ ਇਹ ਜਿਹੜੀ ਜੀਵ ਇਸਤਰੀ ਹੈ, ਜਿਹੜੀ ਇਹ ਜੋਤ ਹੈ, ਇਹ ਤਾਂ ਹੀ ਮੁਕਤ ਹੋ ਸਕਦੀ ਹੈ ਉਹ ਜੇ ਇੱਕ ਔਰਤ ਤੋਂ, ਇੱਕ ਇਸਤਰੀ ਤੋਂ ਜਨਮ ਲਵੇ। ਸੋ ਇਸ ਤੋਂ ਵੱਡਾ ਇੱਕ ਜੀਵ ਦੀ ਮੁਕਤੀ ਨਹੀਂ ਹੋ ਸਕਦੀ ਜੇ ਉਹ ਔਰਤ ਦੇ ਦੁਆਰਾ ਜਨਮ ਨਹੀਂ ਲੈ ਸਕੇ। ਇੰਨਾ ਵੱਡਾ ਸੁਭਾਗ ਮਹਾਰਾਜ ਜੀ ਇੱਕ ਪਰਮੇਸ਼ਰ ਨੇ ਔਰਤ ਨੂੰ ਦਿੱਤਾ ਗਿਆ ਹੈ। ਚੌਪਈ ਬਹੁਤ ਪੰਥ ਕਾ ਵਾਦਾ ਭਇਓ, ਬਹੁਤ ਖਰਚ ਤਬ ਉਨਕੋ ਚਾਹਿਓ। ਉਹ ਕਹਿੰਦੇ ਕਿ ਉਸ ਸਮੇਂ ਪੰਥ ਦਾ ਬਹੁਤ ਜ਼ਿਆਦਾ ਖਰਚਾ ਆਇਆ ਤੇ ਮਹਾਰਾਜ ਉਸ ਸਮੇਂ ਖਾਲਸੇ ਨੂੰ ਮਾਇਆ ਵੀ ਪ੍ਰਗਟ ਹੋਈ ਤੇ ਉਸ ਸਮੇਂ ਖਾਲਸੇ ਦੇ ਪੰਥ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਜੋ ਸਿੰਘਨ ਗਰੀਬਨ ਹੋਏ ਕਰਨਾਹੀ, ਸੋ ਔਰਨ ਲੈ ਘੇਰੋ ਉਠਾਹੀ। ਉਹ ਕਹਿੰਦੇ ਕਿ ਜਿੰਨੇ ਵੀ ਗਰੀਬ ਸਿੱਖ ਸਨ ਉਹ ਖਾਲਸੇ ਨੂੰ ਜਾ ਕੇ ਕਹਿੰਦੇ ਹਨ ਕਿ ਸਾਡੇ ਕੋਲ ਮਾਇਆ ਨਹੀਂ ਹੈ ਜਾਂ ਸਾਡੇ ਕੋਲ ਖਾਣ ਨਹੀਂ ਹੈ। ਖਾਲਸਾ ਉਹਨਾਂ ਨੂੰ ਲੰਗਰ ਵਰਤਾਉਂਦਾ ਹੈ ਤੇ ਖਾਲਸਾ ਹੀ ਉਹਨਾਂ ਨੂੰ ਜਿੰਨਾ ਵੀ ਮਾਇਆ ਦੇ ਗੱਫੇ ਵਰਤਾਉਂਦਾ ਹੈ। ਖਾਣੇ ਬਸਤਰ ਸੋ ਲਏ ਉਠਾਏ, ਚਾਂਦੀ ਸੋਨੇ ਦਏ ਹਟਾਏ। ਉਸ ਸਮੇਂ ਜਿਹੜੇ ਖਾਲਸਾ ਹੁੰਦਾ ਹੈ ਉਹਨਾਂ ਨੂੰ ਕੋਈ ਲਾਲਚ ਨਹੀਂ ਹੁੰਦਾ ਸੀ। ਉਹ ਕੋਈ ਵੀ ਚਾਂਦੀ ਸੋਨੇ ਦੀ ਚੀਜ਼ ਹੁੰਦੀ ਸੀ ਉਸ ਨੂੰ ਪਰੇ ਹਟਾ ਕੇ ਸਿਰਫ ਤੇ ਸਿਰਫ ਖਾਣ ਪੀਣ ਦੀਆਂ ਰਸਦਾਂ ਬਸਤਾਂ ਹੀ ਲੈਂਦਾ ਸੀ। ਲਾਮ ਛਾਮ ਜਬ ਘੂਰਨ ਡਹੇ, ਬਹੁਤ ਥਾਏ ਇਮ ਦੰਗੇ ਭਏ। ਕਿਤੇ ਕਿਤੇ ਖਾਲਸੇ ਦੀ ਕਿਤੇ ਨਾ ਕਿਤੇ ਜੰਗ ਹੋ ਜਾਂਦੀ ਹੈ, ਕਿਤੇ ਨਾ ਕਿਤੇ ਕਿਉਂਕਿ ਜਿਹੜਾ ਖਾਲਸਾ ਹੈ ਉਹ ਕਿਸੇ ਚੀਜ਼ ਨੂੰ ਦੇਖ ਕੇ ਸਮਝੌਤਾ ਨਹੀਂ ਕਰਦਾ ਹੈ। ਖਾਲਸਾ ਲੜ ਕੇ ਮਰ ਤਾਂ ਜਾਂਦਾ ਹੈ ਪਰ ਉਹ ਕਿਸੇ ਵੀ ਆਪਦੀ ਅੱਖਾਂ ਦੇ ਸਾਹਮਣੇ ਕਿਸੇ ਦੇ ਨਾਲ ਧੱਕਾ ਨਹੀਂ ਹੋਣ ਦੇ ਸਕਦਾ। ਕਿਸੇ ਵੀ ਤਰ੍ਹਾਂ ਦੀ ਜੋ ਪਰਮੇਸ਼ਰ ਦੀ ਊਣਤਾਈ ਹੈ ਜਾਂ ਪਰਮੇਸ਼ਰ ਨੂੰ ਕੋਈ ਮਾੜਾ ਕਹਿੰਦਾ ਹੈ ਸੋ ਦੇਖ ਨਹੀਂ ਸਕਦਾ ਹੈ। ਬਹੁਤ ਹੁਤੇ ਤਬ ਲੋਕ ਸੁਲਤਾਨੀ, ਰਖਤ ਸਿੰਘਨ ਸੋ ਬਹਿ ਦੰਗ ਖਾਨੀ। ਉਹ ਕਹਿੰਦੇ ਕਿ ਜਿੰਨੇ ਵੀ ਉਸ ਸਮੇਂ ਦੇ ਸਿੰਘ ਸਨ ਉਸ ਦੇ ਮੁਗਲਾਂ ਦੇ ਨਾਲ ਜਾਂ ਹੋਰ ਪਹਾੜੀ ਰਾਜਿਆਂ ਦੇ ਨਾਲ, ਚੌਧਰੀਆਂ ਦੇ ਨਾਲ ਦੰਗਾ ਹੁੰਦਾ ਹੈ ਤੇ ਬਹੁਤ ਤਰ੍ਹਾਂ ਦੀਆਂ ਜੰਗਾਂ ਹੁੰਦੀਆਂ ਹਨ। ਉਨ ਮਦ ਹੁਤੋ ਸਿੰਘ ਕਰ ਕੋਈ, ਚਾਹ ਸਿੰਘਨ ਕੋ ਕੱਢਿਓ ਸੋਈ। ਉਹ ਕਹਿੰਦੇ ਕਿ ਜਿੰਨੇ ਵੀ ਉਸ ਸਮੇਂ ਸਿੱਖਾਂ ਦੇ ਦੁਸ਼ਮਣ ਸਨ, ਜਿਹੜੀਆਂ ਵਿਰੋਧੀ ਸ਼ਕਤੀਆਂ ਸਨ, ਉਹ ਚਾਹੁੰਦੇ ਸਨ ਕਿ ਖਾਲਸੇ ਦਾ ਸਫਾਇਆ ਕੀਤਾ ਜਾਵੇ। ਤੁਮ ਖਾਤਰ ਹਮ ਘਰ ਸਿੰਘ ਆਵੈ, ਇਮ ਕਰ ਹਮਕੋ ਬਹੁਤ ਸੰਤਾਵੈ। ਉਹ ਕਹਿੰਦੇ ਕਿ ਜਿਹੜੇ ਨਾਲ ਦੇ ਪਿੰਡਾਂ ਵਾਲੇ ਵੀ ਸਨ, ਜਿਹੜੇ ਹੋਰ ਸੀ ਉਹ ਸਿੰਘਾਂ ਨੂੰ ਉਸ ਸਮੇਂ ਦੇ ਜਿਹੜੇ ਕੀਰਤੀ ਸਿੱਖ ਸਨ, ਭਾਈ ਤਾਰੂ ਸਿੰਘ ਵਰਗੇ ਜਿਹੜੇ ਕਿ ਖਾਲਸੇ ਨੂੰ ਤਿਆਰ ਬਰ ਤਿਆਰ ਫੌਜ ਨੂੰ ਲੰਗਰ ਛਕਾਉਂਦੇ ਸਨ, ਤਾਂ ਉਹਨਾਂ ਨੂੰ ਵੀ ਕਹਿੰਦੇ ਸਨ ਕਿ ਤੁਸੀਂ ਸਾਡੇ ਕਰਕੇ ਸਾਡੇ ਪਿੰਡ ਪੁਲਿਸ ਆਉਂਦੀ ਹੈ, ਸਾਡੇ ਪਿੰਡ ਜਿਹੜੇ ਆ ਉਹ ਪੁਲਿਸ ਵਾਲੇ ਭੇਜ ਦਿੰਦੇ ਹਨ, ਸੋ ਇਸ ਕਰਕੇ ਸਾਨੂੰ ਤੁਹਾਡੇ ਤੋਂ ਬਹੁਤ ਜ਼ਿਆਦਾ ਦੁੱਖ ਹੈ। ਸੁਲਤਾਨੀਅਤ ਸਿੰਘਨ ਬੈਰ ਵਧ ਗਇਓ, ਸਿੰਘਨ ਸੁਲਤਾਨੀਅਤ ਦੰਗ ਭਇਓ। ਸਿੱਖਾਂ ਤੇ ਸਿੰਘਾਂ ਦੇ ਸੁਲਤਾਨੀਆਂ ਦਾ ਉਸ ਸਮੇਂ ਮੁਗਲਾਂ ਦਾ ਸੋ ਵੈਰ ਵੱਧ ਗਿਆ। ਉਹਨਾਂ ਨੂੰ ਸੁਲਤਾਨੀਆਂ ਕਿਹਾ ਗਿਆ ਹੈ ਜਿਹੜੇ ਸੁਲਤਾਨ ਪੀਰ ਨੂੰ ਮੰਨਦੇ ਸਨ। ਸੋ ਉਸ ਸਮੇਂ ਦੇ ਨਾਲ ਸਿੱਖਾਂ ਦਾ ਬਹੁਤ ਜ਼ਿਆਦਾ ਵੈਰ ਵੱਧ ਗਿਆ ਹੈ। ਦੋਹਰਾ ਗੁਰ ਸਿੰਘਨ ਘਰ ਥੀ ਕਮੀ, ਸੋ ਸੁਲਤਾਨੀਅਨ ਢੇਰ। ਉਹ ਜਿਹੜੇ ਸੁਲਤਾਨੀ ਹੁੰਦੇ ਸਨ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਮਾਇਆ ਹੁੰਦੀ ਸੀ, ਪਰ ਜਿਹੜੇ ਸਿੱਖ ਹੁੰਦੇ ਸਨ, ਫੌਜ ਹੁੰਦੀ ਸੀ, ਇਹਨਾਂ ਦੇ ਪੈਰੇ ਤਾਂ ਮਸਤਾਨੇ ਹੁੰਦੇ ਸਨ। ਵੜਨ ਨਾ ਦੇਵੈ ਖਾਲਸੇ, ਕਿਤ ਵੜੈ ਸਵੇਰ ਸਵੇਰ। ਸੋ ਜਿਹੜੇ ਸੀਗੇ ਉੱਥੇ ਪੁਲਿਸ ਲਾ ਕੇ, ਜਿਹੜਾ ਖਾਲਸਾ ਹੁੰਦਾ ਸੀ, ਖਾਲਸਾ ਨੂੰ ਦਿਨੇ ਦਿਹਾੜੇ ਪੁਲਿਸ ਲੱਗੀ ਹੁੰਦੀ ਸੀ ਤਾਂ ਖਾਲਸੇ ਨੂੰ ਆਪਣੇ ਪਿੰਡਾਂ ਦੇ ਵਿੱਚ ਨਹੀਂ ਵੜਨ ਦਿੰਦੇ ਸਨ। ਸੋ ਪਰ ਉਹ ਕੀ ਕਰਦੇ ਸਨ, ਰਾਤ ਬਰਾਤੇ ਜਦੋਂ ਦਾ ਲੱਗਦਾ ਸੀ ਉਹ ਆਪਣੇ ਪਿੰਡਾਂ ਦੇ ਵਿੱਚ ਆਪਣੀ ਜ਼ਮੀਨਾਂ ਦੇ ਉੱਤੇ ਗੇੜਾ ਮਾਰ ਆਉਂਦੇ ਸਨ। ਚੌਪਈ ਥੋੜਨ ਸਿੰਘਨ ਵੜਨ ਨ ਦੇ, ਤੋ ਉਨਕੋ ਸਿੰਘ ਬਾਹਰ ਘਲੇ। ਉਹ ਕਹਿੰਦੇ ਕਿ ਜਿੰਨੇ ਥੋੜੇ ਬਹੁਤੇ ਸਿੰਘ ਸੀ ਉਹਨਾਂ ਨੂੰ ਵੜਨ ਨਹੀਂ ਦਿੰਦੇ ਸਨ, ਕਿਉਂਕਿ ਖਾਲਸੇ ਦੀ ਗਿਣਤੀ ਬਹੁਤ ਉਸ ਸਮੇਂ ਥੋੜੀ ਹੋ ਗਈ ਸੀ। ਖਾਲਸੇ ਦੇ ਵਿੱਚ ਵਾਧਾ ਤਾਂ ਇੱਕ ਸਮੇਂ ਬਹੁਤ ਹੁੰਦਾ ਹੈ, ਕਿਉਂਕਿ ਇਹ ਸਾਰਾ ਇਸ ਇਤਿਹਾਸ ਦੇ ਵਿੱਚ ਚੱਲਦਾ ਰਹਿੰਦਾ ਹੈ। ਕਿਤੇ ਖਾਲਸੇ ਦੀ ਗਿਣਤੀ ਬਹੁਤ ਥੋੜੀ ਹੋ ਜਾਂਦੀ ਹੈ, ਸੋ ਕਿਸੇ ਸਮੇਂ ਖਾਲਸੇ ਦੀ ਗਿਣਤੀ, ਜਿਸ ਸਮੇਂ ਖਾਲਸੇ ਦੇ ਸਿਰਾਂ ਦੇ ਮੁੱਲ ਪਏ ਸਨ, ਸੋ ਉਸ ਸਮੇਂ ਖਾਲਸੇ ਦੀ ਗਿਣਤੀ ਸਿਰਫ 2 ਜਾਂ 3 ਸਿੰਘ ਹੋ ਗਈ ਸੀ। ਸੋ ਉਸ ਸਮੇਂ ਜਿੰਨੇ ਵੀ ਖਾਲਸੇ ਨੇ ਅੱਗੇ ਪ੍ਰਚਾਰ ਕੀਤਾ, ਸੋ ਜਿੰਨਾ ਵੀ ਵਾਧਾ ਹੋਇਆ, ਸੋ ਉਸ ਸਮੇਂ ਖਾਲਸੇ ਦੀ ਗਿਣਤੀ ਥੋੜੀ ਹੋਣ ਕਰਕੇ ਉਹ ਜੰਗਲ ਦੇ ਵਿੱਚ ਜਾ ਚੁੱਕੇ ਸਨ। 10-20 ਰਲ ਡੇਰਾ ਥੀਓ,
ਜਾਇ ਡੇਰਾ ਡਿਗ ਗ੍ਰਾਮੀ ਲਾਵੈ। ਉਹ ਕਹਿੰਦੇ ਕਿ ਜਿੱਥੇ ਵੀ 10 12 ਪਿੰਡ ਹੁੰਦੇ ਸਨ, ਉਥੋਂ ਜਾ ਕੇ ਜਾਂ ਤਾਂ ਕਿਤੇ ਪਿੰਡੋਂ ਬਾਹਰ ਡੇਰਾ ਲਾ ਲੈਂਦੇ ਸਨ, ਜਾਂ ਕਿਸੇ ਟੋਬੇ ਦੇ ਕੰਢੇ ਟਕੰਡਾ ਡੇਰਾ ਲਾ ਲੈਂਦੇ ਸਨ, ਜਾਂ ਉਹ ਕਿਤੇ ਜੰਗਲ ਵਿੱਚ ਚਲ ਜਾਂਦੇ ਸਨ। ਦੇਵੈ ਨਹੀਂ ਤਿਸ ਬਹੁ ਸੰਤਾਹੇ, ਖੋਨਾ ਖੇਤ ਉਜਾੜ ਸੁਜਾਹੇ। ਪਰ ਉੱਥੇ ਵੀ ਜਿਹੜੇ ਆਮ ਸੰਸਾਰੀ ਲੋਕ ਸਨ, ਉਹਨਾਂ ਨੂੰ ਖਾਲਸੇ ਦਾ ਪ੍ਰਤਾਪ ਸੀ ਜਿਹੜਾ ਉਹ ਝੱਲ ਨਹੀਂ ਸੀ ਸਕਦੇ। ਸੋ ਉੱਥੇ ਉਹ ਕੀ ਕਰਦੇ ਹਨ, ਉਹ ਜਿਹੜਾ ਖਾਲਸੇ ਦਾ ਖੂਹ ਹੁੰਦਾ ਸੀ ਜਿੱਥੋਂ ਉਹ ਪਾਣੀ ਪੀਂਦੇ ਸਨ, ਜਾਂ ਟੋਬਾ ਹੁੰਦਾ ਸੀ, ਸੋ ਟੋਬੇ ਨੂੰ ਪੂਰ ਦਿੰਦੇ ਸਨ। ਇਸੀ ਤੌਰ ਖਾਲਸੇ ਫੜ ਲਈ, ਕਈ ਕੋ ਦਿਨ ਇਮ ਗੁਜਰੈ ਭਈ। ਸੋ ਜਿੱਦਾਂ ਵੀ ਸੀ ਤੰਗੀਆਂ ਦੇ ਵਿੱਚ ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਹਨ ਕਿ ਥੋੜਾ ਸਮਾਂ ਬਤੀਤ ਹੁੰਦਾ ਹੈ ਇਹਨਾਂ ਤੰਗੀਆਂ ਦੇ ਉੱਤੇ ਜੰਗਲਾਂ ਦੇ ਵਿੱਚ, ਜਿਸ ਸਮੇਂ ਖਾਲਸੇ ਦਾ ਡੇਰਾ ਸਿਰ ਤੇ ਸਿਰਫ ਘੋੜੇ ਦੀਆਂ ਕਾਠੀਆਂ ਹੀ ਹੁੰਦੀਆਂ ਸਨ। ਸੋ ਘੋੜਿਆਂ ਦੇ ਉੱਤੇ ਹੀ ਉਹ ਰਹਿੰਦੇ ਸਨ, ਘੋੜਿਆਂ ਦੇ ਉੱਤੇ ਹੀ ਉਹ ਸੌਂਦੇ ਸਨ। ਸੋ ਆਪਣੇ ਜਿਹੜੇ ਮਹਾਰਾਜ ਜੀ ਦੇ ਇਹੋ ਜਿਹਾ ਸਮਾਂ ਵੀ ਆ ਗਿਆ ਸੀ ਕਿ ਮਹਾਰਾਜ ਜੀ ਦੇ ਸਿੰਘ ਸਨ, ਉਹਨਾਂ ਨੂੰ ਜਿਹੜੇ ਮਹਾਰਾਜ ਜੀ ਦੇ ਵੱਲੋਂ ਨਿਸ਼ਾਨ ਦਿੱਤੇ ਗਏ ਸੀ, ਸੋ ਉਹ ਜੰਗਲ ਦੇ ਵਿੱਚ ਰਹਿ ਕੇ ਮਹਾਰਾਜ ਜੀ ਦਾ ਸਰੂਪ ਸੀ, ਆਦ ਮਹਾਰਾਜ ਜੀ ਦਾ ਜਿਹੜਾ ਸਰੂਪ ਸੀ, ਉਹ ਕਿਸੇ ਸਮੇਂ ਦਰਖਤ ਦੇ ਉੱਤੇ ਰੱਖ ਕੇ ਆਪ ਨਿਸ਼ਾਨ ਥੱਲੇ ਨਗਾਰੇ ਰੱਖ ਕੇ, ਸੋ ਆਪ ਰਾਤ ਨੂੰ ਆਰਾਮ ਕਰਦੇ, ਦਿਨੇ ਆਪ ਫਿਰ ਪ੍ਰਚਾਰ ਦੇ ਦੌਰੇ ਦੇ ਉੱਤੇ ਵੱਖ-ਵੱਖ ਜਗ੍ਹਾਵਾਂ ਦੇ ਉੱਤੇ ਜਾਂਦੇ। ਸੋ ਇਹੋ ਜਿਹਾ ਸਮਾਂ ਵੀ ਜਦੋਂ ਖਾਲਸੇ ਨੇ ਇੱਕ ਭੁੱਖ ਦਾ ਸਾਹਮਣਾ ਕੀਤਾ, ਇੱਕ ਭੁੱਖੇ ਰਹਿ ਕੇ ਜੰਗਲ ਦੇ ਸਿਰ ਤੇ ਸਿਰਫ ਪੱਤੇ ਸਬਜ਼ੀਆਂ ਖਾ ਕੇ ਗੁਜ਼ਾਰਾ ਕੀਤਾ। ਸੋ ਹੁਣ ਦੇ ਸਮੇਂ ਤਾਂ ਆਪਾਂ ਭਾਂਤ ਦੇ ਭੋਜਨ ਖਾਂਦੇ ਹਾਂ, ਭਾਂਤ ਦੇ ਕੱਪੜੇ ਪਾਉਂਦੇ ਹਾਂ, ਸੋ ਏਦਾਂ ਆਲੀਸ਼ਾਨ ਆਪਣੇ ਕੋਲ ਮਹਿਲ ਹੈ। ਸੋ ਹੁਣ ਵੀ ਜੇ ਆਪਾਂ ਪਰਮੇਸ਼ਰ ਦੇ ਹੁਕਮ ਦੇ ਵਿੱਚ ਨਾ ਰਹੀਏ, ਸੋ ਆਪਾਂ ਨੂੰ ਆਪਾਂ ਪਰਮੇਸ਼ਰ ਉਹਨਾਂ ਸਿੰਘਾਂ ਦੀ ਕੁਰਬਾਨੀਆਂ ਨੂੰ ਆਪਾਂ ਉਸ ਲਾਜ ਲਾ ਰਹੇ ਹਾਂ। ਸੋ ਇਸ ਕਰਕੇ ਆਪਾਂ ਨੂੰ ਉਹਨਾਂ ਕੁਰਬਾਨੀਆਂ ਦੀ ਮਹਾਰਾਜ ਜੀ ਦੇ ਜਿੰਨੇ ਵੀ ਸਿੰਘ ਹਨ, ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਬਰ ਤਿਆਰ ਪੈਰੇ ਵਿੱਚ ਰਹਿਣਾ ਚਾਹੀਦਾ ਹੈ। ਔਰ ਪੰਥ ਬਹੁ ਬਾਧੈ ਭਏ, ਸਿੰਘਨ ਲੈਨ ਨਜ਼ਰਾਨੇ ਠਏ। ਸੋ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਸਿੰਘਾਂ ਨੇ ਕੀ ਫੈਸਲਾ ਕੀਤਾ, ਇਕੱਠੇ ਹੋ ਕੇ ਮੀਟਿੰਗ ਕੀਤੀ ਕਿ ਹੁਣ ਆਪਾਂ ਕੀ ਕਰਦੇ ਹਾਂ, ਆਪਣੇ ਕੋਲ ਤਾਂ ਮਾਇਆ ਮਸਤਾਨੀ ਹੋ ਗਈ ਹੈ, ਮਾਇਆ ਤੋਂ ਬਿਨਾਂ ਦਾ ਕੋਈ ਕਾਰਜ ਨਹੀਂ ਕਰ ਸਕਦੇ, ਮਾਇਆ ਤੋਂ ਬਿਨਾਂ ਦਾ ਘੋੜੇ ਨਹੀਂ ਰੱਖ ਸਕਦੇ, ਮਹਿੰਗੇ ਐਡੇ ਆਪਾਂ ਸਿੱਖਾਂ ਦੇ ਕਈ ਸਿੰਘਾਂ ਦੇ ਸ਼ਸਤਰ ਵੇਖਦੇ ਹਨ, ਸੋ ਬਹੁਤ ਜ਼ਿਆਦਾ ਕੀਮਤੀ ਸਨ। ਅੱਜ ਵੀ ਕਈ ਸ਼ਸਤਰਾਂ ਦੀ ਕੀਮਤ ਲੰਡਨ ਯੂਕੇ ਵਰਗੇ ਸ਼ਹਿਰਾਂ ਦੇ ਵਿੱਚ ਉਹਨਾਂ ਦੀ ਐਗਜ਼ੀਬਿਸ਼ਨ ਲੱਗਦੀ ਹੈ। ਸੋ ਉਸ ਸਮੇਂ ਸਿੰਘਾਂ ਨੇ ਫਿਰ ਇੱਕ ਮਤਾ ਪਕਾਇਆ, ਗੁਰਮਤਾ ਕੀਤਾ ਕਿ ਆਪਾਂ ਵੱਖ-ਵੱਖ ਪਿੰਡਾਂ ਦੇ ਵਿੱਚ ਉਹਨਾਂ ਨੂੰ ਕਹਿ ਦਿੰਦੇ ਹਾਂ ਕਿ ਤੁਹਾਨੂੰ ਅਸੀਂ 6 ਮਹੀਨੇ ਜਾਂ ਸਾਲ ਸੋ ਸਾਨੂੰ ਨਜ਼ਰਾਨੇ ਪੇਸ਼ ਕਰੋ। ਸੋ ਅਸੀਂ ਸਾਨੂੰ ਨਜ਼ਰਾਨੇ ਦੇ ਨਾਲ ਆਪਾਂ ਆਪਣਾ ਪੰਥ ਖਾਲਸੇ ਦਾ ਪ੍ਰਬੰਧ ਕਰਾਂਗੇ। ਦਿਨੋ ਦਿਨ ਪੰਥ ਬਦਤ ਤੋ ਜਾਏ, ਖਾੜ ਪਹਿਰਨ ਕੀ ਥੁੜ ਆਈ ਆਏ। ਉਹ ਕਹਿੰਦੇ ਦਿਨੋ ਦਿਨ ਜਿੱਦਾਂ ਏਦਾਂ ਹੀ ਸੀ, ਜਦੋਂ ਇਹ ਮਤਾ ਪਕਾਇਆ ਸੀ, ਸੋ ਉਸ ਤੋਂ ਪਹਿਲਾਂ ਤੱਕ ਦੀ ਉਹ ਜਿਹੜੀ ਸੀ ਉਹ ਬਿਆਨ ਕਰਦੇ ਹਨ ਕਿ ਜਿਹੜੀ ਵੀ ਹੌਲੀ ਹੌਲੀ ਖਾਣ ਪੀਣ ਦੇ ਵੀ ਜੀ ਉਹ ਥੋੜ ਆਉਣ ਲੱਗ ਪਈ। ਸੋ ਪਾਉਣ ਨੂੰ ਵੀ ਜਣੇ ਉਹਨਾਂ ਦੇ ਕੋਲ ਵਧੀਆ ਬਾਣੇ ਨਹੀਂ ਰਹੇ, ਬਸਤਰਾਂ ਦੇ ਵਿੱਚ ਵੀ ਉਹਨਾਂ ਦੇ ਕੋਲੋਂ ਸਿਰਫ ਇੱਕ ਮਾਮੂਲੀ ਤਲਵਾਰਾਂ ਰਹਿ ਗਈਆਂ ਸਨ, ਜਦ ਕਿ ਜਿਨ੍ਹਾਂ ਦੇ ਨਾਲ ਉਹ ਮੁਕਾਬਲਾ ਕਰਦੇ ਸਨ ਉਹਨਾਂ ਦੇ ਕੋਲ ਵੱਡੀਆਂ ਤੋਪਾਂ, ਵੱਡੀਆਂ ਬੰਦੂਕਾਂ ਵੀ ਹੁੰਦੀਆਂ ਸਨ। ਤੋ ਪੰਥ ਨੇ ਇਮ ਮਤੋ ਮਤਾਇਓ, ਚਾਹੀਏ ਪਿੰਡਨ ਪਰ ਨਜ਼ਰਾਨਾ ਲਾਇਓ। ਉਸ ਤੋਂ ਬਾਅਦ ਦੇ ਵਿੱਚ ਉਹ ਕਹਿੰਦੇ ਹਨ, ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਹਨ ਕਿ ਖਾਲਸੇ ਨੇ ਗੁਰਮਤਾ ਕੀਤਾ ਹੈ ਕਿ ਸਾਰੇ ਹੀ ਪਿੰਡਾਂ ਨੂੰ ਨਜ਼ਰਾਨਾ ਲਾਇਆ ਜਾਵੇ, ਸਾਰੇ ਹੀ ਪਿੰਡ ਵਾਸੀਆਂ ਨੂੰ ਕਿਹਾ ਜਾਵੇ, ਜਿੰਨੇ ਵੀ ਪਿੰਡ ਹਨ ਆਲੇ ਦੁਆਲੇ, ਕਿ ਤੁਸੀਂ ਸਾਨੂੰ ਸਾਲ ਜਾਂ ਛਮਾਹੀ ਸਾਨੂੰ ਇੱਕ ਨਜ਼ਰਾਨਾ ਪੇਸ਼ ਕਰੋ। ਸੋ ਉਸ ਦੇ ਨਾਲ ਖਾਲਸਾ ਪ੍ਰਬੰਧ ਕਰੇਗਾ। ਹੁਣ ਦੇ ਸਮੇਂ ਵੀ ਕਈ ਪੰਥ ਖਾਲਸੇ ਨੂੰ ਕਈ ਜਗ੍ਹਾ ਤੋਂ ਬਹੁਤ ਜ਼ਿਆਦਾ ਜ਼ਗੀਰਾਂ ਲੱਗੀਆਂ ਹੋਈਆਂ ਹਨ, ਜਿਸ ਦੇ ਨਾਲ ਪੰਥ ਖਾਲਸੇ ਦੇ ਕੋਲ ਬਹੁਤ ਜ਼ਿਆਦਾ ਜ਼ਮੀਨਾਂ ਹਨ। ਸੋ ਉਸ ਜ਼ਮੀਨਾਂ ਦੇ ਉੱਤੇ ਪੰਥ ਖਾਲਸਾ ਜਿੰਨੇ ਵੀ ਦਲਾਂ ਪੰਥਾਂ ਦੇ ਸਿੰਘ ਹਨ, ਉਹ ਖੇਤੀਬਾੜੀ ਕਰਦੇ ਹਨ, ਆਪਣੀਆਂ ਫਸਲਾਂ ਉਗਾਉਂਦੇ ਹਨ। ਸੋ ਉਹਨਾਂ ਮਾਇਆ ਦੇ ਨਾਲ ਉਹ ਆਪਣਾ ਪ੍ਰਬੰਧ ਕਰਦੇ ਹਨ। ਸੋ ਪਰ ਉਹ ਜਿਹੜੇ ਸਿੰਘ ਹੁੰਦੇ ਸੀ ਉਹ ਬਹੁਤ ਜ਼ਿਆਦਾ ਬਾਣੀ ਤੇ ਬਾਣੇ ਤੇ ਧਾਰਨੀ ਹੁੰਦੇ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਇੰਨੀ ਤਿਆਰ ਬਰ ਤਿਆਰ ਫੌਜ ਰੱਖੀ ਸੀ, ਪਰ ਉਹ ਮਹਾਰਾਜ ਜੀ ਨੇ ਆਪ ਬੇਅੰਤ ਬਾਣੀਆਂ ਉਚਾਰੀਆਂ ਸਨ। ਜਾਪ ਸਾਹਿਬ ਦੇ ਵਿੱਚ ਮਹਾਰਾਜ ਜੀ ਨੇ ਇੱਕ ਪਰਮੇਸ਼ਰ ਦੀ ਬਹੁਤ ਜ਼ਿਆਦਾ ਉਸਤਤ ਕੀਤੀ ਹੈ। ਜਾਪ ਸਾਹਿਬ ਹੀ ਇੱਕ ਬਾਣੀ ਹੈ ਜਿਹਦੇ ਵਿੱਚ ਮਹਾਰਾਜ ਜੀ ਨੇ ਇੱਕ ਪਰਮੇਸ਼ਰ ਦਾ ਇੱਕ ਕਰੂਰ ਵੀ ਰੂਪ ਦੱਸਿਆ ਗਿਆ ਹੈ, ਕਿਉਂਕਿ ਜਦੋਂ ਪਰਮੇਸ਼ਰ ਦੀ ਉਹ ਜਿਹੜੀ ਸ਼ਕਤੀ ਹੈ, ਜਿਹੜੀ ਸ਼ਕਤੀ ਇੱਕ ਖਾਲਸੇ ਦੇ ਵਿੱਚ ਵੀ
ਤੇ ਆਮ ਸੰਸਾਰੀ ਲੋਕਾਂ ਨੂੰ ਵੀ ਦਿੱਤੀ ਗਈ ਹੈ, ਜਿਹਨੂੰ ਕਿ ਇੱਕ ਤਮੋ ਗੁਣ ਕਿਹਾ ਗਿਆ ਹੈ। ਤਮੋ ਗੁਣ ਤੋਂ ਭਾਵ ਹੀ ਇਹ ਹੈ ਕਿ ਜਦੋਂ ਕਿਸੇ ਨੂੰ ਆਪਾਂ ਮਾਰਨਾ ਹੈ, ਕਿਸੇ ਦਾ ਨੁਕਸਾਨ ਕਰਨਾ ਹੈ, ਜੋ ਪਰਮੇਸ਼ਰ ਕਰਵਾਉਂਦਾ ਹੈ ਆਪਣੇ ਹੁਕਮ ਦੇ ਵਿੱਚ, ਸੋ ਉਸ ਸਮੇਂ ਜਿਹੜੀ ਉਹ ਗੁਣ ਵਰਤ ਹੁੰਦਾ ਹੈ ਉਹਨੂੰ ਤਮੋ ਗੁਣ ਕਿਹਾ ਗਿਆ ਹੈ। ਜਦੋਂ ਇੱਕ ਕਿਸਾਨ ਇੱਕ ਫਸਲ ਨੂੰ ਉਗਾਉਂਦਾ ਹੈ, ਸੋ ਉਸ ਸਮੇਂ ਉਹ ਇੱਕ ਬ੍ਰਹਮਾ ਦਾ ਰੋਲ ਅਦਾ ਕਰਦਾ ਹੈ। ਸੋ ਜਦੋਂ ਉਹ ਜਿਹੜਾ ਕਿਸਾਨ ਹੈ ਉਸ ਫਸਲ ਨੂੰ ਪਾਲਦਾ ਹੈ, ਉਹ ਵਿਸ਼ਨੂੰ ਦਾ ਰੂਪ, ਵਿਸ਼ਨੂੰ ਦਾ ਜਿਹੜਾ ਉਹ ਕਰਮ ਹੈ ਉਹ ਕਰਦਾ ਪਿਆ ਹੈ। ਜਦੋਂ ਉਹ ਕਿਸਾਨ ਇੱਕ ਫਸਲ ਦੀ ਵਾਢੀ ਕਰਦਾ ਹੈ, ਉਸ ਸਮੇਂ ਉਹ ਸ਼ਿਵ ਸਰੂਪ ਬਣ ਜਾਂਦਾ ਹੈ। ਸੋ ਪਰਮੇਸ਼ਰ ਦਾ ਜਿਹੜਾ ਉਹ ਸਰੂਪ ਹੈ, ਨਮੋ ਨਿਤ ਨਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਅਪਰੇਤ ਦੇਵੇ ਸੁਧਰਮੇ, ਉਹ ਜਿਹੜਾ ਰੂਪ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਦਸਮ ਗ੍ਰੰਥ ਦੀ ਜਿਹੜੀ ਜਾਪ ਸਾਹਿਬ ਬਾਣੀ ਹੈ ਉਸ ਦੇ ਵਿੱਚ ਵੀ ਵਰਣਨ ਕੀਤਾ ਹੈ। ਸੋ ਜਿਹੜੀ ਅਗਲੀ ਬਾਣੀ ਅਕਾਲ ਉਸਤਤ ਹੈ, ਅਕਾਲ ਉਸਤਤ ਦੇ ਵਿੱਚ ਵੀ ਮਹਾਰਾਜ ਜੀ ਨੇ ਬਹੁਤ ਹੀ ਪ੍ਰੇਮ ਦੇ ਨਾਲ ਇੱਕ ਪਰਮੇਸ਼ਰ ਦੀਆਂ ਜਿਹੜੀਆਂ ਸਿਫਤਾਵਾਂ ਸਿਫਤ ਸਲਾਹ ਕੀਤੀ ਹੈ। ਸੋ ਉਸ ਤੋਂ ਬਾਅਦ ਵਿੱਚ ਜਿਹੜੀਆਂ ਕਈ ਬਾਣੀਆਂ ਹਨ ਮਹਾਰਾਜ ਜੀ ਨੇ ਆਪਣੇ ਪੂਰਬਲੇ ਜਨਮ ਦੀ, ਸੋ ਉਸ ਤੋਂ ਬਾਅਦ ਵਿੱਚ ਅੱਗੇ ਜਫਰਨਾਮਾ ਵੀ ਆਉਂਦਾ ਹੈ, ਜਿਹੜੀ ਕਿ ਇੱਕ ਚਿੱਠੀ ਸੀ। ਮਹਾਰਾਜ ਜੀ ਨੇ ਜਿਹੜੀ ਜਫਰਨਾਮੇ ਨਾਮ ਦੀ ਚਿੱਠੀ ਸੀ, ਸੋ ਮਹਾਰਾਜ ਜੀ ਨੇ ਔਰੰਗਜ਼ੇਬ ਨੂੰ ਉਦੋਂ ਲਿਖੀ ਜਦੋਂ ਮਹਾਰਾਜ ਜੀ ਨੇ ਸਾਰੀਆਂ ਜੰਗ ਯੁੱਧ ਕਰਕੇ ਸਾਰੇ ਹੀਲੇ ਵਸੀਲੇ ਵਰਤ ਲਏ ਸਨ। ਸੋ ਉਸ ਤੋਂ ਬਾਅਦ ਵਿੱਚ ਮਹਾਰਾਜ ਜੀ ਨੇ ਜਿਹੜੇ ਸ਼ਬਦਾਂ ਦੇ ਬਾਣ ਸਨ ਉਹ ਇਹੋ ਜਿਹੇ ਹੀ ਔਰੰਗਜ਼ੇਬ ਦੇ ਮਾਰੇ ਕਿ ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਮਾਫੀ ਮੰਗਣ ਤੇ ਮਜਬੂਰ ਹੋ ਗਿਆ। ਸੋ ਉਸ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੀ ਚਿੱਠੀ ਲਿਖੀ ਸੀ ਫਾਰਸੀ ਦੇ ਵਿੱਚ, ਉਹ ਉਹਨੂੰ ਜਫਰਨਾਮਾ ਲਿਖਿਆ ਗਿਆ ਹੈ, ਉਹ ਵੀ ਮਹਾਰਾਜ ਜੀ ਦੇ ਇਸ ਗ੍ਰੰਥ ਦੇ ਵਿੱਚ ਦਰਜ ਹੈ। ਸੋ ਇੱਥੇ ਹੀ ਹੁਣ ਸਮਾਪਤੀ ਹੈ। ਸੋ ਆਓ ਹੁਣ ਆਪਾਂ ਜਿਹੜੀ ਜਪਜੀ ਸਾਹਿਬ ਜੀ ਦੀ ਲੜੀਵਾਰ ਕਥਾ ਸੀ ਉਸ ਦਾ ਜਿੰਨਾ ਕੁ ਸਮਾਂ ਰਹਿ ਗਿਆ ਹੈ, ਸੋ ਉਸ ਦੀ ਪਹਿਲੀ ਪੌੜੀ ਦਾ ਆਪਾਂ ਵਿਚਾਰ ਕਰ ਲਈਏ। ਉਸ ਤੋਂ ਪਹਿਲਾਂ ਆਪਾਂ ਪਿਛਲੇ ਦਿਨੀ ਆਪਾਂ ਸਰਵਣ ਕੀਤਾ ਸੀ ਕਿ ਜਿਹੜੇ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜਿਹੜੇ ਹਨ ਉਹ ਪਰਮੇਸ਼ਰ ਦੇ 8 ਗੁਣ ਹਨ। ਜਿਹੜੇ ਉਹ 8 ਗੁਣ ਹਨ ਉਹ ਪਰਮੇਸ਼ਰ ਦੀ ਕਿਰਪਾ ਭਾਵ ਕਿ ਗੁਰਪ੍ਰਸਾਦ ਤੋਂ ਬਿਨਾਂ ਨਹੀਂ ਮਿਲ ਸਕਦੇ। ਇੱਕ ਜਿਹੜੀ ਜੋਤ ਹੈ ਉਹ ਪਰਮੇਸ਼ਰ ਦੇ ਵਿੱਚ ਉਦੋਂ ਹੀ ਰਲੇਗੀ ਜਦੋਂ ਉਸ ਪਰਮੇਸ਼ਰ ਦੀ ਕਿਰਪਾ ਰੂਪੀ ਜਿਹੜਾ ਪ੍ਰਸਾਦ ਹੈ ਉਹ ਇਸ ਜੋਤ ਨੂੰ ਇੱਕ ਮਨੁੱਖੇ ਸਰੀਰ ਦੇ ਵਿੱਚ ਵਸ ਰਹੀ ਜਿਹੜੀ ਆਤਮਾ ਹੈ ਉਹਨੂੰ ਮਿਲੇਗੀ। ਸੋ ਤਾਂ ਹੀ ਇਹ ਜਿਹੜੀ ਆਤਮਾ ਹੈ ਪਰਮਾਤਮਾ ਦੇ ਵਿੱਚ ਲੀਨ ਹੋਵੇਗੀ। ਸੋ ਉਸ ਤੋਂ ਬਾਅਦ ਵਿੱਚ ਮਹਾਰਾਜ ਜੀ ਬਚਨ ਕਰਦੇ ਹਨ, ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ, ਭਾਵ ਕਿ ਮਹਾਰਾਜ ਜੀ ਕਹਿੰਦੇ ਹਨ ਜਿੰਨਾ ਕੁਝ ਵੀ ਆਪਣੇ ਆਲੇ ਦੁਆਲੇ ਇਹ ਵਰਤ ਰਿਹਾ ਹੈ ਇਹ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਵਰਤ ਰਿਹਾ ਹੈ। ਹੁਕਮ ਤੋਂ ਇਲਾਵਾ ਇਸ ਦੇ ਇੱਥੇ ਕੋਈ ਵੀ ਜੋ ਵੀ ਪੱਤਾ ਵੀ ਹਿਲਦਾ ਹੈ ਇਹ ਪਰਮੇਸ਼ਰ ਦੀ ਇੱਛਾ ਤੋਂ ਬਿਨਾਂ ਨਹੀਂ ਹਿਲਦਾ। ਸੋ ਜਦੋਂ ਚੰਡੀ ਦੀ ਵਾਰ ਵੀ ਮਹਾਰਾਜ ਜੀ ਸ਼ੁਰੂ ਕਰਦੇ ਹਨ, ਦੂਜੀ ਪੌੜੀ ਤੇ ਮਹਾਰਾਜ ਬਚਨ ਕਰਦੇ ਹਨ, ਖੰਡਾ ਪ੍ਰਥਮੈ ਸਾਜ ਕੈ ਜਿਨ ਸਭ ਸਹਿ ਸਾਰਿਓ ਪਾਇਆ। ਇੱਥੇ ਖੰਡੇ ਤੋਂ ਭਾਵ ਹੁਕਮ ਤੋਂ ਹੀ ਹੈ, ਕਿਉਂਕਿ ਜਿਹੜਾ ਹੁਕਮ ਹੁੰਦਾ ਹੈ ਮਹਾਰਾਜ ਜੀ ਦਾ ਉਹ ਪੋਜ਼ਿਟਿਵ ਵੀ ਹੁੰਦਾ ਹੈ ਤੇ ਉਹ ਨੈਗੇਟਿਵ ਵੀ ਹੁੰਦਾ ਹੈ। ਜਿੱਦਾਂ ਮਹਾਰਾਜ ਜੀ ਨੇ ਤੇਗ ਚੰਡੀ ਸ਼ਬਦ ਮਹਾਰਾਜ ਜੀ ਨੇ ਪਰਮੇਸ਼ਰ ਦੀ ਸ਼ਕਤੀ ਲਈ ਵਰਤੇ ਹਨ, ਇਦਾਂ ਹੀ ਮਹਾਰਾਜ ਜੀ ਨੇ ਜਿਹੜਾ ਖੰਡਾ ਸ਼ਬਦ ਹੈ ਉਹ ਪਰਮੇਸ਼ਰ ਦੇ ਹੁਕਮ ਲਈ ਵਰਤਿਆ ਹੈ। ਕਿਉਂਕਿ ਪਾਪ ਜਾਂ ਜੋ ਪੁੰਨ ਤੋਂ ਬਿਨਾਂ ਇਸ ਧਰਤੀ ਦੀ ਸਥਾਪਨਾ ਨਹੀਂ ਹੋ ਸਕਦੀ। ਪਾਪ ਪੁੰਨ ਦੋਹੇ ਭਾਈ ਦੋਹੂ ਮਿਲ ਕੇ ਸ੍ਰੇਸ਼ਟ ਉਪਾਈ। ਉਸਨੇ ਦੋਵਾਂ ਤਰ੍ਹਾਂ ਦੀ એનર્ਜੀਆਂ ਜਿਹੜੀਆਂ ਇਕੱਠੀਆਂ ਕੀਤੀਆਂ ਤੇ ਸ੍ਰਿਸ਼ਟੀ ਦੀ ਸਾਜਨਾ ਕੀਤੀ ਆ। ਸੋ ਉੱਥੇ ਹੀ ਮਹਾਰਾਜ ਜੀ ਕਹਿੰਦੇ ਹਨ ਪਰਮੇਸ਼ਰ ਨੇ ਸਾਰਿਆਂ ਨਾਲੋਂ ਪਹਿਲਾਂ ਹੁਕਮ ਦੀ ਸਾਜਨਾ ਕੀਤੀ ਹੈ, ਖੰਡੇ ਦੀ ਸਾਜਨਾ ਕੀਤੀ ਹੈ। ਸੋ ਉਸ ਤੋਂ ਬਾਅਦ ਵਿੱਚ ਹੁਕਮ ਨਾ ਕਹੇ ਆ ਜਾਈ, ਭਾਵ ਕਿ ਉਸ ਆਪਾਂ ਜਿਹੜਾ ਹੁਕਮ ਹੈ ਉਹਨੂੰ ਉਸ ਦਾ ਆਪਾਂ ਵਿਖਿਆਨ ਨਹੀਂ ਕਰ ਸਕਦੇ, ਉਹ ਅਲੱਖ ਹੈ, ਉਹ ਅਭੇਕ ਹੈ, ਉਹਨੂੰ ਆਪਾਂ ਕਥਨ ਨਹੀਂ ਕਰ ਸਕਦੇ। ਜਿੰਨੀਆਂ ਵੀ ਆਪਾਂ ਪਰਮੇਸ਼ਰ ਦੀਆਂ ਸਿਫਤਾਂ ਕਰ ਲਈਏ, ਜਿੰਨੇ ਵੀ ਆਪਾਂ ਪਰਮੇਸ਼ਰ ਨੂੰ ਨਾਮ ਲੈ ਦੇ ਦਈਏ, ਸੋ ਪਰ ਆਪਾਂ ਪਰਮੇਸ਼ਰ ਦਾ ਆਪਾਂ ਕੋਈ ਵੀ ਅੰਤ ਨਹੀਂ ਪਾ ਸਕਦੇ। ਉਸ ਤੋਂ ਪਹਿਲਾਂ ਮਹਾਰਾਜ ਜਦੋਂ ਆਪਾਂ ਪਿਛਲੇ ਦਿਨੀ ਵਿਚਾਰ ਕੀਤੀ ਸੀ, ਸੋ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਿਹੜਾ ਪਰਮੇਸ਼ਰ ਹੈ ਉਹ ਆਦਿ ਕਾਲ ਦੇ ਵਿੱਚ ਵੀ ਸੱਚ ਸੀ, ਸੋ ਹੁਣ ਵੀ ਸੱਚ ਹੈ। ਜਦੋਂ ਅੱਗੇ ਜਾ ਕੇ ਧਰਤੀ ਦੀ ਕੋਈ ਰਚਨਾ ਵੀ ਨਹੀਂ ਹੋਵੇਗੀ, ਮਨੁੱਖ ਦੀ ਕੋਈ ਰਚਨਾ ਨਹੀਂ ਹੋਵੇਗੀ, ਪਰ ਉਹ ਪਰਮੇਸ਼ਰ ਮੌਜੂਦ ਜ਼ਰੂਰ ਹੋਵੇਗਾ। ਸੋ ਉਸ ਤੋਂ ਬਾਅਦ ਇੱਕ ਮਹਾਰਾਜ ਜੀ ਕਹਿੰਦੇ ਹਨ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਇਹ ਜਿਹੜਾ ਪਰਮੇਸ਼ਰ ਜਿਹੜੀ ਜੋਤ ਹੈ ਇਸ ਧਰਤੀ ਦੇ ਉੱਤੇ ਇਸਨੇ ਅਵਤਾਰ ਤਾਂ ਹੀ ਧਾਰਿਆ ਹੈ ਕਿ ਇਸਨੇ ਆਪਣੀ ਕੋਈ ਪਰਮੇਸ਼ਰ ਤੋਂ ਵਿਰੁੱਧ ਇੱਛਾ ਕਰ ਲਈ ਹੈ।
ਪਰਮੇਸ਼ਰ ਤੋਂ ਵਿਰੁੱਧ ਕੋਈ ਸੋਚ ਲਿਆ ਹੈ। ਸੋ ਇਸ ਕਰਕੇ ਹੀ ਗੁਰਬਾਣੀ ਦੇ ਵਿੱਚ ਮਹਾਰਾਜ ਜੀ ਨੇ ਜਿਹੜਾ ਆਪਣਾ ਭਾਣਾ ਹੈ ਉਸ ਦਾ ਬਹੁਤ ਜ਼ਿਆਦਾ ਖੰਡਨ ਕੀਤਾ ਹੈ। ਮਹਾਰਾਜ ਜੀ ਦੇ ਬਚਨ ਹਨ, ਆਪਣੇ ਭਾਣੈ ਜੋ ਚੱਲੈ ਭਾਈ, ਵਿਛੜ ਚੋਟਾਂ ਖਾਏ। ਮਹਾਰਾਜ ਜੀ ਕਹਿੰਦੇ ਹਨ, ਜਦੋਂ ਪਰਮੇਸ਼ਰ ਦੀ ਇੱਛਾ ਤੋਂ ਵਿਰੁੱਧ ਇਸ ਜੋਤ ਨੇ ਕੋਈ ਇੱਛਾ ਕਰ ਲਈ ਸੀ, ਇੱਕ ਭਰਮ ਪੈਦਾ ਕਰ ਲਿਆ ਸੀ, ਜਿਹਦੇ ਕਰਕੇ ਭਰਮੇ ਭੂਲਾ ਦੈ ਤਿਸ ਧਾਵੈ। ਇਹ ਜਿਹੜਾ ਸਰੀਰ ਧਾਰਨ ਕਰਨਾ ਪਿਆ ਹੈ, ਇੱਕ ਭਰਮ ਦੇ ਕਰਕੇ ਹੀ ਕਰਨਾ ਪਿਆ ਹੈ। ਉਹ ਸੋਚਦਾ ਮਹਾਰਾਜ ਜੀ ਕਹਿੰਦੇ ਹਨ, ਆਪਣੇ ਭਾਣੈ ਜੋ ਚੱਲੈ ਭਾਈ, ਵਿਛੜ ਚੋਟਾ ਖਾਏ। ਇਹ ਜਿਹੜੀਆਂ ਆਪਾਂ 84 ਲੱਖ ਜੂਨਾਂ ਦੇ ਵਿੱਚ ਆਪਾਂ ਚੋਟਾ ਖਾਂਦੇ ਹਾਂ, ਆਪਾਂ ਸੱਟਾ ਖਾਂਦੇ ਹਾਂ ਪਰਮੇਸ਼ਰ ਤੋਂ ਵਿਛੜ ਕੇ, ਉਸ ਸੋਚ ਦਾ ਜ਼ਿਕਰ ਹੈ। ਭਾਵ ਕਿ ਉਹ ਜਿਹੜੀ ਆਪਾਂ ਸੋਚਣਾ ਵੀ ਬੰਦ ਕਰ ਦਈਏ, ਪਰ ਜਿਹੜਾ ਆਪਣਾ ਮਨ ਹੈ, ਅੰਦਰਲੀ ਜਿਹੜੀ ਸੋਚ ਪ੍ਰਗਟ ਹੁੰਦੀ ਹੈ, ਸੋ ਉਹ ਸੋਚ ਬੰਦ ਨਹੀਂ ਹੋ ਸਕਦੀ। ਸੋ ਅੱਗੇ ਮਹਾਰਾਜ ਕਹਿੰਦੇ ਹਨ, ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਇੱਥੇ ਮਹਾਰਾਜ ਜੀ ਨੇ ਉਸ ਚੀਜ਼ ਦਾ ਵਰਣਨ ਕੀਤਾ ਹੈ ਕਿ ਜਿਹੜੇ ਕਿ ਕਹਿੰਦੇ ਹਨ ਕਿ ਆਪਾਂ ਕੋਈ ਮੂੰਹੋਂ ਬਚਨ ਨਹੀਂ ਕਰਨਾ, ਆਪਾਂ ਚੁੱਪ ਹੀ ਰਹਿਣਾ ਹੈ, ਮੂੰਹੋਂ ਕੋਈ ਵੀ ਬਚਨ ਨਹੀਂ ਕਰਨਾ, ਕਿਉਂਕਿ ਕਿਸੇ ਦਾ ਮਾੜੇ ਬਚਨਾਂ ਤੇ ਕੰਟਰੋਲ ਨਹੀਂ ਹੁੰਦਾ। ਸੋ ਉਹਨਾਂ ਨੇ ਇਹ ਚੀਜ਼ ਕਹੀ ਕਿ ਆਪਾਂ ਮੂੰਹੋਂ ਬਚਨ ਨਹੀਂ ਕਰਨਾ, ਆਪਾਂ ਕੋਈ ਮਾੜਾ ਬਚਨ ਨਹੀਂ ਕਰਨਾ। ਤਾਂ ਉਹਨਾਂ ਨੇ ਕਿਹਾ, ਪਰ ਕਈ ਲੋਕਾਂ ਨੇ ਇਹ ਕਿਸੇ ਨੇ ਮਰਿਆਦਾ ਹੀ ਬਣਾ ਲਈ ਹੈ ਕਿ ਆਪਾਂ ਬੋਲਣਾ ਨਹੀਂ ਹੈ। ਸੋ ਉੱਥੇ ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ ਹੈ ਕਿ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ, ਵੀ ਤੂੰ ਭਾਵੇਂ ਕਿੰਨੀਆਂ ਵੀ ਆਪਣੀਆਂ ਲਿਵਤਾਰ ਲਾਈ ਰੱਖ, ਧਿਆਨ ਲਾਈ ਰੱਖ, ਜਿੰਨੇ ਮਰਜ਼ੀ ਅੰਦਰਲੇ ਆਪਣੇ ਮਨ ਨੂੰ ਚੁੱਪ ਕਰਾਈ ਰੱਖ, ਪਰ ਜਿਹੜਾ ਅੰਦਰਲਾ ਮਨ ਹੈ, ਅੰਦਰਲੀਆਂ ਜਿਹੜੀਆਂ ਇੱਛਾਵਾਂ ਹਨ, ਉਹ ਬੰਦ ਨਹੀਂ ਹੋ ਸਕਦੀਆਂ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਉਹ ਕਹਿੰਦੇ ਕਿ ਕਈਆਂ ਨੇ ਇਹ ਚੀਜ਼ ਬਣਾ ਲਿਆ ਹੈ ਕਿ ਭੁੱਖੇ ਰਹਿਣ ਦੇ ਨਾਲ ਰੱਬ ਮਿਲ ਜਾਂਦਾ ਹੈ। ਉਹ ਕਹਿੰਦੇ ਕਿ ਜਿੱਦਾਂ ਆਪਾਂ ਭੁੱਖੇ ਰਹਿੰਦੇ ਹਾਂ, ਸੋ ਵਰਤ ਰੱਖਣ ਨੂੰ ਇੱਥੇ ਕਹਿੰਦੇ ਹਨ ਮਹਾਰਾਜ ਜੀ ਨੇ ਇਹ ਵੀ ਕਿਹਾ ਹੈ ਕਿ ਛੋੜਿਆ ਅੰਨ ਕਰੈ ਪਖੰਡ। ਵੀ ਇਹ ਜਿੰਨੇ ਵੀ ਆਪਾਂ ਕਰ ਗਏ ਹਾਂ, ਵੀ ਆਪਾਂ ਰੋਟੀ ਖਾਣੀ ਛੱਡ ਦਿੱਤੀ ਹੈ, ਇੱਕ ਸਮੇਂ ਦੀ ਕੋਈ ਆਪਾਂ ਰੋਜ਼ਾ ਰੱਖ ਲਿਆ ਹੈ, ਜਾਂ ਕੁਝ ਚੀਜ਼ ਆਪਾਂ ਵਰਤ ਰੱਖ ਲਏ ਹਨ, ਸੋ ਇਸ ਦੇ ਨਾਲ ਕੋਈ ਪਰਮੇਸ਼ਰ ਖੁਸ਼ ਹੋ ਜਾਵੇਗਾ। ਸੋ ਉਸ ਚੀਜ਼ ਦਾ ਖੰਡਨ ਕੀਤਾ ਹੈ ਕਿ ਤੇਰੇ ਅੰਦਰਲੀ ਭੁੱਖ ਹੈ ਜਿਹੜੀ, ਉਹ ਤਾਂ ਮੁੱਕ ਨਹੀਂ ਰਹੀ। ਜਿਹੜੀ ਅੰਦਰਲੀ ਭੁੱਖ ਹੈ, ਸੋ ਉਸ ਦੇ ਕਰਕੇ ਜਿਹੜੀਆਂ ਇੱਛਾਵਾਂ ਨਹੀਂ ਬੰਦ ਹੋ ਰਹੀਆਂ, ਪਰ ਤੂੰ ਭੁੱਖੇ ਰਹਿਣ ਦਾ ਤੇਰਾ ਕੀ ਫਾਇਦਾ ਹੈ। ਸੋ ਉਸ ਪਖੰਡਵਾਦ ਦਾ ਮਹਾਰਾਜ ਜੀ ਨੇ ਜਪਜੀ ਸਾਹਿਬ ਵਿੱਚ ਖੰਡਨ ਕੀਤਾ ਹੈ। ਸੋ ਉਸ ਤੋਂ ਬਾਅਦ ਵਿੱਚ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ। ਸੋ ਉੱਥੇ ਕਹਿੰਦੇ ਹਨ ਵੀ ਜੇ ਹੁਕਮ ਦੇ ਵਿੱਚ ਹੀ ਰਵਾਂਗੇ, ਜੇ ਇੱਥੇ ਮਹਾਰਾਜ ਜੀ, ਜੇ ਇਹ ਜਿਹੜੀ ਜੋਤ ਹੈ, ਮਹਾਰਾਜ ਜੀ ਨੇ ਵੀ ਅੱਗੇ ਵਚਨ ਕੀਤਾ ਹੈ, ਸਵਾਲ ਕੀਤਾ ਹੈ, ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ। ਉਹ ਕਹਿੰਦੇ ਕਿ ਸੱਚਾ ਕਿੱਦਾਂ ਬਣਿਆ ਜਾਵੇਗਾ, ਪਰ ਜਿਹੜਾ ਝੂਠ ਹੈ, ਪਾਲ ਹੈ, ਉਸ ਤੋਂ ਕਿੱਦਾਂ ਪਿੱਛਾ ਛਡਾਇਆ ਜਾਵੇਗਾ। ਸੋ ਅੱਗੇ ਕਹਿੰਦੇ ਹਨ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਹ ਕਹਿੰਦੇ ਕਿ ਤੂੰ ਸਿਰ ਤੇ ਸਿਰਫ ਇੱਕ ਪਰਮੇਸ਼ਰ ਦਾ ਹੁਕਮ ਮੰਨਣ ਨੂੰ ਤੋਂ ਆਪਦਾ ਤਤਪਰ ਰਹਿ, ਭਾਣੇ ਦੇ ਵਿੱਚ ਆ ਜਾ, ਸਾਰਾ ਕੁਝ ਹੀ ਤੈਨੂੰ ਮਿਲ ਜਾਵੇਗਾ, ਸਾਰਾ ਹੀ ਭਾਣੇ ਦੇ ਵਿੱਚ ਤੂੰ ਆ ਜਾਵੇਗਾ। ਸੋ ਜਿਹੜਾ ਵੀ ਝੂਠ ਹੈ ਉਸ ਦੇ ਨਾਲੋਂ ਤੇਰਾ ਨਾਤਾ ਟੁੱਟ ਜਾਵੇਗਾ। ਸੋ ਇਸ ਕਰਕੇ ਹੀ ਮਹਾਰਾਜ ਜੀ ਦੇ ਵਚਨ ਹਨ ਕਿ ਜਿਹੜਾ ਹੁਕਮ ਹੈ ਉਹ ਕੋਈ ਹੀ ਮੰਨ ਸਕਦਾ ਹੈ। ਸੋ ਇੱਥੇ ਹੀ ਹੁਣ ਸਾਡੀ ਸਮਾਪਤੀ ਹੈ। ਸੋ ਸਤਿਨਾਮ ਵਾਹਿਗੁਰੂ, ਸਤਿਨਾਮ।